ਆਪ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇੱਕ ਵਾਰ ਫਿਰ ਤੋਂ ਅੱਜ ਦੀਆਂ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਫਿਰ ਤੋਂ ਵਿਚਾਰ ਚਰਚਾ ਕਰਾਂਗੇ। ਗੱਲਾਂ ਜਿਹੜੀਆਂ ਨੇ ਉਹਦੇ ਵਿੱਚ ਸਭ ਤੋਂ ਖਾਸ ਗੱਲ ਜਿਹੜੀ ਅੱਜ ਆਪਾਂ ਕਰਨੀ ਉਹ ਇਹ ਹੈ ਕਿ ਵੀ ਇਸ ਵਕਤ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਐਂ ਲੱਗਦਾ ਹੈ ਵੀ ਸਿਰਫ ਤੇ ਸਿਰਫ ਇੱਥੋਂ ਵਾਲੇ ਲੀਡਰ ਵੋਟਾਂ ਵਾਲੇ ਤੇਲ ਨਾਲ ਚੱਲਦੇ ਨੇ, ਤੋਂ ਬਿਨਾਂ ਨਹੀਂ ਚੱਲਦੇ। ਇੱਕ ਕਹਾਣੀ ਹੈ ਜਿਹੜੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਧਿਆਨ ਮੰਗਦੀਆਂ ਨੇ ਉਹ ਇਹ ਹੈ ਕਿ ਸੈਸ਼ਨ ਜ਼ਰੂਰ ਚੱਲ ਰਿਹਾ ਰਾਜ ਸਭਾ 'ਚ ਵੀ ਅਤੇ ਲੋਕ ਸਭਾ ਦੇ ਵਿੱਚ ਵੀ ਅਲੱਗ-ਅਲੱਗ ਲੀਡਰਾਂ ਦੇ ਬਿਆਨ ਚਰਚਾ 'ਚ ਨੇ, ਪਰ ਇਉਂ ਜਾਪਦਾ ਵੀ ਜਿਵੇਂ ਹੁਣ ਆਮ ਆਦਮੀ ਪਾਰਟੀ ਨੂੰ ਸਭ ਕੁਝ ਗਵਾਉਣ ਤੋਂ ਬਾਅਦ ਸੋਝੀ ਆ ਗਈ ਹੈ ਅਤੇ ਉਹ ਸੋਝੀ ਦਾ ਵਾਕਈ ਇੱਕ ਪੋਜ਼ੀਟਿਵ ਅਸਰ ਹੋ ਰਿਹਾ। ਉਹ ਕੀ ਹੈ ਉਹ ਵੀ ਜ਼ਿਕਰ ਆਪ ਨਾਲ ਕਰ ਲਵਾਂਗੇ। ਦੂਸਰੇ ਪਾਸੇ ਕੱਲ੍ਹ ਭਾਜਪਾ ਦਾ ਜਿਹੜਾ ਦਿੱਲੀ ਵਾਲਾ ਗਰੁੱਪ ਹੈ ਜਿਹਦੇ ਵਿੱਚ ਹੰਸਰਾਜ ਹੰਸੂਰੀ ਹੋਣੀ ਵੀ ਨੇ, ਉਹਨਾਂ ਨੇ ਕੱਲ੍ਹ 2000 ਕਰੋੜ ਦੇ ਘਪਲੇ ਦਾ ਦੋਸ਼ ਕੇਜਰੀਵਾਲ ਹੋਰਾਂ 'ਤੇ ਲਾ ਦਿੱਤਾ। ਉਹ ਕੀ ਕਹਾਣੀ ਉਹ ਵੀ ਜ਼ਿਕਰ ਕਰ ਦਿਆਂਗੇ। ਗੁਰਦਾਸਪੁਰ ਵਾਲੇ ਇਸ ਵਕਤ ਕਹਿੰਦੇ ਕਿ ਲੱਡੂ ਵੰਡ ਰਹੇ ਨੇ, ਉਹ ਕਹਿੰਦੇ ਕਿ ਇੱਕ ਹੋਰ ਫਿਲਮ ਲਾਈਨ ਦਾ ਬੰਦਾ ਸਾਨੂੰ ਮੁਖਤਿਆਰਨਾਮੇ ਦੇ ਤੌਰ ਦੇ ਉੱਪਰ ਮਿਲ ਗਿਆ। ਇਹ ਕੀ ਕਹਾਣੀ ਹੈ ਜੀ, ਇਹ ਵੀ ਜ਼ਿਕਰ ਕਰ ਦਿਆਂਗੇ। ਫਿਰ ਕੁਝ ਕੁ ਚੀਜ਼ਾਂ ਹੋਰ ਨੇ ਜਿਹਦੇ ਵਿੱਚ SGPC ਐਂਡ SGPC ਨਾਲ ਸੰਬੰਧਿਤ ਗੱਲਾਂ ਬਾਤਾਂ ਨੇ, ਅਤੇ ਪਲੱਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਹੈ। ਅਤੇ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਆਪਣੇ ਨਾਲ ਪਰਮਵੀਰ ਬਾਠ ਸਾਹਿਬ ਪਹੁੰਚ ਚੁੱਕੇ ਆ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ। ਫੁੱਲਾਂ ਵਾਲੀ ਸਾਡੇ ਉੱਤੇ ਫਿਰ ਟਾਈ ਹੁੰਦੀ ਹੈ, ਇਹ ਜ਼ਰੂਰੀ ਹੈ ਜੀ। ਮੈਂ ਵੈਸੇ ਹੁਣ ਅੱਜ ਦਰਸ਼ਕਾਂ ਨੂੰ ਇਹ ਗੱਲ ਖੋਲ੍ਹ ਕੇ ਦੱਸ ਦੇਣੀ ਹੈ ਕਿ ਮੈਂ ਕੱਲ੍ਹ ਦਾ ਗੁਰਪ੍ਰੀਤ ਹੋਣਾ ਨਾਲ ਗੁੱਸੇ ਹਾਂ। ਮੇਰੇ ਨਾਲ ਜੀ? ਬਿਲਕੁਲ। ਤੇ ਮੈਨੂੰ ਤੇ ਦੱਸ ਦੇ ਜਿਹਦੇ ਨਾਲ ਗੁੱਸੇ ਨਹੀਂ, ਦਰਸ਼ਕਾਂ ਨੂੰ ਪਹਿਲਾਂ ਦੱਸੀ ਨਾ। ਇਹ ਪ੍ਰੋਪਰ ਨਾ ਇਹ ਬੀਬੀਆਂ ਵਾਲੀ ਗੱਲ ਹੁੰਦੀ ਹੈ। ਬੀਬੀਆਂ ਦਾ ਕਹਿੰਦਾ ਮੈਂ ਨਹੀਂ ਫਿਰ ਉਹਦੇ ਨਾਲ ਮਿਲਾ ਹੋ ਇੱਦਾਂ ਕਰਦੀ ਹੈ ਨਾ, ਉਹ ਵੀ ਜਿਹਦੇ ਨਾਲ ਨਹੀਂ ਕਰਦੀ ਉਹਨੂੰ ਤਾਂ ਦੱਸ ਦੇ ਪਹਿਲਾਂ। ਨਹੀਂ, ਦੱਸਣਾ ਕੀ ਆ, ਕੱਲ੍ਹ ਮੈਂ ਬਥੇਰਾ ਜ਼ੋਰ ਲਾਇਆ ਕਿ ਭਾਈ ਮੇਰੀ ਚੱਪਲ ਦਾ ਸਟੈਪ ਜਿਹੜਾ ਉਹ ਟੁੱਟ ਗਿਆ, ਤੇ ਇਹ ਕਹਿੰਦੇ ਅਜੇ ਤਨਖਾਹ ਨਹੀਂ ਮਿਲੀ, ਤਾਂ ਥੱਲੜੇ ਪਾਸੇ ਨਾ ਉਹਦੇ ਸੂਈ ਜੀ ਇੱਕ ਫਸਾਤੀ ਕਿ ਭਾਈ 4 ਦਿਨ ਇਹਨਾਂ ਕੱਢ ਲਾ। ਚੱਕਰ ਪਤਾ ਕੀ, ਦੇਖੋ ਮੈਨੂੰ ਇਹ ਹੈ ਕਿ ਵੀ ਮੀਂਹ ਪੈਣ ਲੱਗ ਪੈਣਾ ਜੀ, ਫਿਰ ਚੱਪਲਾਂ ਵੈਸੇ ਨਹੀਂ ਪੈਣੀਆਂ, ਤੁਹਾਨੂੰ ਬੂਟ ਰਬੜ ਦੇ ਲੈ ਕੇ ਦਿਆਂਗੇ। 4 ਦਿਨ ਚੱਕਰ 'ਚ ਬੰਦਾ ਤੁਰ ਫਿਰ ਲੈਂਦਾ। ਨਹੀਂ ਚਲੋ ਠੀਕ ਆ, ਪਰ ਹੈ ਤਾਂ ਗੁੱਸੇ ਹੀ ਆ ਨਾ, ਕਿਉਂਕਿ ਕੱਲ੍ਹ ਛੱਲੀ ਚੱਬਣ ਨੂੰ ਜੀ ਕਰਦਾ ਸੀ, ਫੇਰ ਕਹਿਣ ਤਨਖਾਹ ਨਹੀਂ ਮਿਲੀ ਹੈ, ਜੇ 4 ਦਿਨ ਰੁਕ ਜਾ, ਐਂ ਚੰਗਾ ਨਹੀਂ ਹੁੰਦਾ। ਨਹੀਂ ਯਾਰ, ਅੱਜ ਪੱਕਾ ਅੱਜ ਛੱਲੀ ਆਪਾਂ ਇੱਕ ਲੈ ਲੈਣੀ, ਅੱਧੀ ਖਾ ਲਾਂਗੇ। ਅੱਧੀ ਖਾ ਲੈਣੀ ਹੈ, ਤੇ ਜੇ ਬਚ ਗਈ ਕੱਲ੍ਹ ਨੂੰ ਫੇਰ ਖਾ ਲਾਂਗੇ। ਇਹ ਵੀ ਹੈ। ਇਹ ਇਹ ਕਹਿੰਦੇ ਭੁੱਜੇ ਕੌਨਸ ਹੈ, ਪਤਾ ਨਹੀਂ ਹੁਣ ਭੁੱਜੀ ਛੱਲੀ ਦਾ ਕੀ ਨਾਂ ਹੋਵੇ ਅੰਗਰੇਜ਼ੀ 'ਚ। ਨਹੀਂ, ਮੈਂ ਤਾਂ ਵੈਸੇ ਇਹ ਵੀ ਸੋਚਦਾ ਸੀ ਕਿ ਜਿੰਨੀ ਮੱਕੀ ਐਤਕੀ ਪੰਜਾਬ 'ਚ ਹੋਈ ਆ, ਤੇ ਜੇ ਅਸੀਂ ਕਿਤੇ ਉਹਦਾ ਸਮਾਨ ਬਣਾ ਕੇ ਵੇਚਣ ਲੱਗ ਪਈਏ, 4 ਪੈਸੇ ਵੱਧ ਜਾਣ, ਉੱਦਾਂ ਛੱਲੀਆਂ ਜੇ ਢੇਰੀ ਕਿਤੇ ਕਰਨੀਆਂ ਮੰਡੀ ਜਿੰਨੀਆਂ ਮਰਜ਼ੀ ਕਰੀ ਜਾਈਏ। ਚੱਕਰ ਪਤਾ ਕੀ, ਦੇਖੋ ਪੰਜਾਬੀਆਂ ਦੇ ਹਿੱਸੇ ਕੀ ਆਇਆ। ਪੰਜਾਬੀਆਂ ਦੇ ਹਿੱਸੇ ਆਇਆ ਵੀ ਪਹਿਲਾਂ ਟਰੈਕਟਰ ਲੈਣਾ, ਫਿਰ ਟਰੈਕਟਰ ਵਾਹੁਣਾ, ਇਹ ਚੰਗੀ ਭਸਰ ਵਰਗੀ ਜ਼ਮੀਨ ਕਰਨੀ ਹੈ, ਫਿਰ ਇੱਧਰੋਂ ਉੱਧਰੋਂ ਬੀਜ ਫੜਨਾ ਮਹਿੰਗਾ, ਬੀਜ ਤੋਂ ਬਾਅਦ ਫਿਰ ਨਾਲ ਦਵਾਈ ਬੂਟੀ ਖਾਦਾਂ ਲੈਣੀਆਂ ਨੇ, ਫਿਰ ਨੇਰੇ ਸਵੇਰੇ ਪਾਣੀ ਲਾਉਣਾ, ਪਾਣੀ ਤੋਂ ਬਾਅਦ ਫਿਰ ਕਾਂ ਵੀ ਡਾਉਣੇ, ਤੋਤੇ ਵੀ ਡਾਉਣੇ, ਕਾਂ ਤੋਤੇ ਡਾਉਣ ਤੋਂ ਬਾਅਦ ਫਿਰ ਜਿਹੜੀਆਂ ਛੱਲੀਆਂ ਨੇ ਉਹ ਚੁੱਕ ਕੇ ਮੰਡੀ 'ਚ ਸੁੱਟਣੀਆਂ, ਜਿੱਥੋਂ ਫਿਰ ਜਿਹੜੇ ਲੋਕ ਵਾਕਿਆ ਮਿਹਨਤ ਕਰਨ ਆਏ ਨੇ ਉਹਨਾਂ ਨੇ ਪੰਡ ਦੇ ਹਿਸਾਬ ਨਾਲ ਖਰੀਦ ਲੈਣੀ ਹੈ, ਅਤੇ ਫਿਰ ਉਹਨਾਂ ਨੇ ਥੋੜ੍ਹੇ ਜਿਹੇ ਕੋਲੇ 'ਤੇ ਲੱਕੜਾਂ ਲੈ ਕੇ ਅਤੇ ਭੁੰਨ ਕੇ ਵੇਚਣੀਆਂ। ਜਿਹੜੀ ਛੱਲੀ ਉਹਨਾਂ ਨੇ 2-4 ਵੀ ਵੇਚੀ ਹੋਣੀ ਹੈ, ਅਗਲੇ ਨੇ 20 ਦੀ 30 ਦੀ 40 ਦੀ ਵੇਚਣੀ ਆਪਣੀ ਮਿਹਨਤ ਦੇ ਹਿਸਾਬ ਨਾਲ। ਆਹ ਤੁਸੀਂ ਗੱਲ ਜਿਹੜੀ ਕੀਤੀ, ਮੈਨੂੰ ਇਹ ਤੋਂ ਧਿਆਨ ਆਇਆ ਕਿ ਜਿਹੜਾ ਜੇ ਆਪਾਂ ਐਂਡ ਪ੍ਰੋਡਕਟ ਵਾਲੇ ਪਾਸੇ ਚਲੇ ਜਾਈਏ, ਮੇਰੇ ਖਿਆਲ ਨਾਲ ਜਿਹੜੀ ਗੱਲ ਕਰਦਿਆਂ ਲੁਧਿਆਣਾ ਯੂਨੀਵਰਸਿਟੀ ਵਾਲੇ ਵਿਗਿਆਨੀਆਂ ਦਾ ਸੰਘ ਬਹਿ ਗਿਆ, ਉਹ ਗੱਲ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਈ। ਦੇਖੋ, ਤੁਹਾਨੂੰ ਉਸ ਸਵਾਦ ਦਾ ਨਹੀਂ ਪਤਾ ਕਿ ਜਦੋਂ ਕਿਸਾਨ ਮੰਡੀ ਦੇ ਵਿੱਚ ਮੱਕੀ ਸੁੱਟ ਕੇ ਘਰੇ ਜਾਂਦਾ, ਪੈਸੇ ਪਤਾ ਨਹੀਂ ਆੜ੍ਹਤੀ ਨੇ ਕਦੋਂ ਦੇਣੀ ਜਿੰਨੇ ਵੀ ਹੋਏ, ਤੇ ਘਰ ਜਾ ਕੇ ਜਦੋਂ ਫਿਰ ਬਾਣ ਵਾਲੇ ਮੰਜੇ ਤੇ ਬਹਿ ਕੇ ਹੱਥ ਝਾੜ ਕੇ ਭਜਨ ਕੋਰੇ ਅੱਜ ਨਵੇੜਿਆ ਹੀ ਕੰਮ ਲਿਆ, ਹੁਣ ਰੋਟੀ ਜਿੰਨੇ ਦੀ ਵੀ ਵਿਕੀ ਚੱਲ ਵਿਕੀ, ਕੰਮ ਤਾਂ ਨਿਬੜਿਆ। ਉਹ ਸਾਡਾ ਜਿਹੜਾ ਕੰਮ ਨਿਬੇੜਨ ਵਾਲਾ ਕੰਮ ਆ ਨਾ, ਉਹਨੇ ਸਾਰੇ ਪੰਜਾਬ ਦੇ ਕੰਮ ਨਿਬੇੜ ਦਿੱਤਾ। ਨਹੀਂ, ਨਿਬੜਨ ਦੇ ਜਮਾਂ ਨੇੜੇ ਤੇੜੀ ਹੈ। ਬਾਕੀ ਚਲੋ ਹੌਲੀ ਹੌਲੀ ਇੱਕ ਗੱਲ ਤਾਂ ਹੈਗੀ ਵੀ ਹੁਣ ਸ਼ਾਇਦ ਪਿਛਲੇ 5 ਸਾਲਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਆਪਣੇ ਜਿਹੜੇ ਮੰਤਰੀ ਸੀਗੇ ਉਹਨਾਂ ਨੂੰ ਹਿਸਾਬ ਜਿਹਾ ਹੀ ਆਇਆ, ਇਸੇ ਕਰਕੇ ਮੋਦੀ ਸਾਹਿਬ ਨੇ ਹੁਣ ਗਾਂਹ ਫਿਰ ਮਹਿਕਮਾ ਦੇ ਦਿੱਤਾ ਉਹਨਾਂ ਨੂੰ। ਅਤੇ ਜੇ ਐਤਕੀਆਂ ਆਪਣੇ ਮਹਿਕਮੇ ਦੇ ਵਿੱਚੋਂ ਉਹ ਬਹੁਤਾ ਫਲਾਨਾ ਵਿਰੋਧੀ ਧਿਰ ਐਂ ਕਰੇ, ਢੀਂਗੜੀ ਐਂ ਨਾ ਕਰੇ, ਉਹ ਚੀਜ਼ਾਂ ਨੂੰ ਪਾਸੇ ਰੱਖ ਕੇ ਜੇ ਵਾਕਈ ਪੰਜਾਬ ਦੇ ਲਈ ਫੂਡ ਪ੍ਰੋਸੈਸਿੰਗ ਵਾਲਾ ਕੁਛ ਨਾ ਕੁਛ ਲੈ ਆਉਣ, ਅਤੇ ਮੇਰੇ ਖਿਆਲ ਨਾਲ ਖੇਤੀ ਬਚ ਸਕਦੀ। ਦੇਖੋ, ਬਹੁਤ ਜ਼ਰੂਰੀ ਹੈ, ਕਿਉਂਕਿ ਫੂਡ ਪ੍ਰੋਸੈਸਿੰਗ ਹੀ ਸਾਨੂੰ ਚਾਹੀਦੀ। ਕੋਈ ਕਵੇ ਹਲਕਾ ਮਹਿਕਮਾ, ਕੋਈ ਕਵੇ ਭਾਰਾ ਮਹਿਕਮਾ। ਹੁਣ ਜਿਸ ਸੂਬੇ ਦੇ ਕੋਲ ਹਰ ਚੀਜ਼ ਹੈ, ਮੱਕੀ ਆ, ਆਲੂ ਆ, ਝੋਨਾ ਆ, ਕਣਕ ਆ, ਸਾਰੇ ਤਕਰੀਬਨ ਫਲ ਨੇ ਸਾਡੇ ਕੋਲ, ਸਾਰੀਆਂ ਸਬਜ਼ੀਆਂ, ਤੇ ਉਹਦਾ ਜੋ ਮਰਜ਼ੀ ਬਣਾ ਕੇ ਵੇਚੀਏ। ਹੁਣ ਅਸੀਂ ਜੇ ਬਾਠ ਸਾਹਿਬ, ਮੈਂ ਤੁਹਾਡੀ ਗੱਲ ਟੋਕ ਰਿਹਾ, ਸੌਰੀ, ਬਜ਼ੁਰਗ ਕਹਿੰਦੇ ਹੁੰਦੇ ਵੀ ਜੇ ਪੰਜਾਬ 'ਚ ਬੰਦਾ ਵਾਹੀ ਕਰਦਾ ਨਾ ਜੀ, ਤੇ ਇੱਕ ਲੂਣ ਤੋਂ ਸਿਵਾਏ ਉਹਨੂੰ ਕੁਛ ਨਹੀਂ ਲੈਣ ਦੀ ਲੋੜ। ਤਾਂ ਲੂਣ ਹੀ ਲੈਣਾ ਹੀ ਨਹੀਂ, ਹੁਣ ਪਤਾ ਨਹੀਂ ਲੂਣ ਦੇ ਵਿੱਚ ਕੀ ਆਈ ਜਾਂਦਾ। ਅਸੀਂ ਬਿਨਾਂ ਲੂਣ ਤੇ ਨਹੀਂ, ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ ਵੀ ਬਾਕੀ ਹਰ ਚੀਜ਼ ਉਹਦੀ ਖੇਤ 'ਚ ਉੱਗ ਸਕਦੀ ਜੀ, ਭਾਵੇਂ ਉਹ ਫਲ ਨੇ, ਭਾਵੇਂ ਆਪਾਂ ਜੇ ਖੰਡ ਦੀ ਲੋੜ ਹੈ ਤਾਂ ਸ਼ੱਕਰ ਉਹਦੀ ਪੂਰਤੀ ਦੇ ਲਈ ਹੈਗੀ ਹੈ, ਹਲਦੀ ਇੱਥੇ ਹੁੰਦੀ ਹੈ, ਮਿਰਚ ਮਸਾਲੇ ਸਾਰੇ ਉੱਥੇ ਹੋਣੇ ਆ, ਸਬਜ਼ੀ ਜਿਹੜੀ ਤੁਸੀਂ ਬਣਾਉਣੀ ਉਹ ਤੁਸੀਂ ਉਗਾ ਸਕਦੇ ਹੋ ਨਾਲ। ਰੋਟੀ ਭਾਵੇਂ ਕਣਕ ਦੀ ਖਾਓ, ਭਾਵੇਂ ਜੌਂ ਦੀ ਖਾਓ, ਭਾਵੇਂ ਮੱਕੀ ਦੀ ਖਾਓ, ਭਾਵੇਂ ਹੋਰ ਕੋਈ ਬਾਜਰੇ ਦੀ ਖਾਓ, ਤੁਹਾਡੇ ਤੇ। ਦੇਖੋ, ਅਣਗਹਿਲੀ ਪਤਾ ਨਹੀਂ ਸਰਕਾਰਾਂ ਦੀ ਆ ਤੇ ਪਤਾ ਨਹੀਂ ਵੱਡੇ ਸਰਮਾਏਦਾਰਾਂ ਦੀ, ਕਿਉਂਕਿ ਆਮ ਲੋਕਾਂ ਦੀ ਤਾਂ ਵੱਸ 'ਚ ਨਹੀਂ ਨਾ। ਪਰ ਇੱਥੇ ਸਾਡੇ ਕੋਲ ਸੰਤਰਾ ਵੀ ਹੁੰਦਾ, ਆਪਣੇ ਕੋਲ ਇੱਥੇ ਬਹੁਤ ਸਾਰੀਆਂ ਹੋਰ ਪ੍ਰੋਡਕਟ, ਕੇਲੇ ਵੀ ਹੁੰਦੇ ਆ,
ਫਰੂਟ ਸਾਰੇ Fruit ਸਾਰਾ ਹੀ ਹੁੰਦਾ। ਤੁਸੀਂ ਦੇਖੋ ਕਿੰਨੇ ਫਰੂਟ, ਅੰਬ ਦੇਖੋ ਹੁਣ ਆਪਾਂ ਲੱਭਦੇ ਹਾਂ ਜੀ ਉਧਰੋਂ ਫਲਾਣੇ ਥਾਂ ਤੋਂ ਪੇਟੀ ਆਊਗੀ ਫਿਰ ਆਪਾਂ ਖਾਵਾਂਗੇ। ਤੇ ਜਿਹੜਾ ਪੰਜਾਬ ਦੇ ਵਿੱਚ ਅੰਬ ਹੁੰਦਾ ਸੀ ਆਪਾਂ ਨੂੰ ਛੱਡ ਗਿਆ। ਕਦੀ ਤੁਸੀਂ ਉਹ ਦੁਆਬੇ ਦੀ ਗੱਲ ਕਰਦੇ ਸੀ ਵੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ, ਤੇ ਹੁਣ ਤੇ ਦੁਆਬਾ ਛੱਡਣ ਨੂੰ ਹਰਕੂ ਕਾਲਾ। ਅਗਲਾ ਕਹਿੰਦਾ ਏਜੰਟ ਸਾਹਿਬ ਵੇਖੋ ਜਰਾ ਪੌਣੇ ਕੁ ਪੰਜਾਂ ਬੈਂਡਾਂ ਤੇ ਕੋਈ ਗੱਲ ਬਣਦੀ ਕਿ ਨਹੀਂ? ਪਾਸਪੋਰਟ ਵਾਲੀ ਕੁੰਡਲੀ ਦੇ ਵਿੱਚ ਵਿਦੇਸ਼ ਦੀ ਯਾਤਰਾ ਲਿਖੀ ਕਿ ਨਹੀਂ ਲਿਖੀ? ਹੁਣ ਸੰਧਾਲੀਆ ਸਾਹਿਬ ਸਾਨੂੰ ਸਮਝਣਾ ਪਊਗਾ, ਅਸੀਂ ਆਲੂ ਪੰਜਾਬ 'ਚ ਉਗਾਉਂਦੇ ਹਾਂ, ਆਲੂ ਦਾ ਬਣਿਆ ਹੋਇਆ ਚਿਪਸ 50 ਪੈਸੇ ਦਾ ਆਲੂ ਵੇਚ ਕੇ 25 ਦਾ ਚਿਪਸ ਦਾ ਪੈਕਟ ਉੱਤੇ ਕਿਸੇ ਹੋਰ ਸੂਬੇ ਦਾ ਨਾਂ ਲਿਖਿਆ ਹੁੰਦਾ ਕਿ ਭਾਈ ਉੱਥੇ ਬਣਿਆ। ਅਸੀਂ ਪੰਜਾਬ ਦੇ ਵਿੱਚ ਕਿੰਨੂ ਉਗਾਉਂਦੇ ਹਾਂ, ਕਿੰਨੂ ਦੇ ਜੂਸ ਵਾਲਾ ਜਦੋਂ ਅਸੀਂ ਡੱਬਾ ਖੋਲ੍ਹਦੇ ਹਾਂ ਤਾਂ ਉਹਦੇ ਉੱਤੇ ਕਿਸੇ ਹੋਰ ਥਾਂ ਦੀ ਮੈਨੂਫੈਕਚਰਿੰਗ ਲਿਖੀ ਹੁੰਦੀ ਹੈ। ਕਾਰਨ ਕੀ ਹੈ ਭਾਈ? ਫੂਡ ਪ੍ਰੋਸੈਸਿੰਗ ਮਹਿਕਮਾ ਸਾਡੇ ਕੋਲ, ਬੀਬੀ ਬਾਦਲ ਕੋਲ, ਪੰਜਾਬ ਸਰਕਾਰ ਉਹਨੂੰ ਸਪੋਰਟ ਕਰੇ, ਬੀਬੀ ਜੀ ਉਹਨਾਂ ਨੂੰ ਸਪੋਰਟ ਕਰਨ। ਅਸੀਂ ਪੰਜਾਬ ਦੀਆਂ ਚੀਜ਼ਾਂ ਨੂੰ ਪੰਜਾਬ ਦੇ ਵਿੱਚ ਹੀ ਡਿਵੈਲਪ ਕਰਕੇ ਉਹਦੀ ਅਗਲੀ ਜਿਹੜੀ ਆ ਉਹਨੂੰ ਪੀੜ੍ਹੀ ਦੇ ਬਣਾ ਕੇ ਅਗਲੀ ਪੈਕਿੰਗ ਕਰਕੇ ਅਸੀਂ ਸਾਰੇ ਭਾਰਤ ਨੂੰ ਕਿਉਂ ਨਹੀਂ ਭੇਜਦੇ? ਜੇ 4 ਪੈਸੇ ਕਮਾਉਣੇ ਤਾਂ ਇਕੱਠੇ ਹੋਣਾ ਪਊਗਾ। ਹਾਂ, ਜੇ ਫਸਲ ਸੁੱਟ ਕੇ ਆਉਣੀ ਆ ਤਾਂ ਵਧਾਈਆਂ ਆ। ਚੱਕਰ ਪਤਾ ਕੀ ਹੈ, ਇਹ ਮੈਨੂੰ ਲੱਗਦਾ ਜਿਹੜਾ ਲੀਡਰਾਂ ਦਾ ਆਪਸੀ ਟਸਲ ਹੈ ਨਾ, ਉਹਨਾਂ ਨੂੰ ਕੀ ਲੈਣਾ ਦੇਣਾ ਥੱਲੇ ਵਾਲੇ ਲੋਕਾਂ ਨਾਲ। ਜਿੱਦਾਂ ਪਿਛਲੇ ਦਿਨ ਹੀ ਉਹ ਆਪਣੇ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਚਟਨੀਆਂ ਤੇ ਅਚਾਰ ਮੰਤਰੀ ਕਿਹਾ ਸੀ ਨਾ ਉਹਨਾਂ ਜੀ, ਮਤਲਬ ਇਹ ਉਹਦੇ ਤੋਂ ਇੱਕ ਪਤਾ ਲੱਗਦਾ ਹੈ ਕਿ ਆਪਾਂ ਜੇ ਚਟਨੀਆਂ ਤੇ ਅਚਾਰ ਮੰਤਰੀ ਕਿਸੇ ਨੂੰ ਕਹਿੰਦੇ ਤੇ ਆਪਾਂ ਅਗਲੇ ਦੇ ਮਹਿਕਮੇ ਨੂੰ ਨਵਿਆਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਪਰ ਗੱਲ ਤਾਂ ਮਾੜੀ। ਹੁਣ ਕੀ ਗੱਲ, ਚਟਨੀ ਆਪਾਂ ਨਹੀਂ ਖਾਂਦੇ ਜਾਂ ਆਪਾਂ ਅਚਾਰ ਨਹੀਂ ਖਾਂਦੇ ਜਾਂ ਮੁਰੱਬਾ ਨਹੀਂ ਖਾਂਦੇ? ਪਹਿਲਾਂ ਕੀ ਹੁੰਦਾ ਸੀ ਕਿ ਸ਼ਹਿਰਾਂ ਦੇ ਵਿੱਚ ਚੀਜ਼ਾਂ ਵਿਕਦੀਆਂ ਸੀ, ਅੱਜ ਤਾਂ ਪਿੰਡਾਂ ਦੇ ਵਿੱਚ ਵੀ ਦਿਹਾੜੀ 'ਚ 3-3 ਬੰਦੇ ਆਉਂਦੇ ਆ, ਅਚਾਰ ਲੈ ਲਓ ਬਈ, ਵਧੀਆ ਅਚਾਰ ਹੈ ਜੀ, ਤੇਜ਼ਾਬ ਤੋਂ ਰਹਿਤ ਅਚਾਰ ਹੈ। ਤੇ ਜਦੋਂ ਪੰਜਾਬ ਦੇ ਪਿੰਡਾਂ 'ਚ ਵੀ ਉਹਦੀ ਮਾਰਕੀਟ ਆ, ਮੈਂ ਕਹਿੰਦਾ ਕਿ ਚਟਨੀ ਤੇ ਅਚਾਰ ਵਾਲਾ ਮੰਤਰੀ ਚਾਹੀਦਾ ਸਾਨੂੰ। ਪਰ ਚਾਹੀਦਾ ਇਸ ਕਰਕੇ ਹੈ ਕਿਉਂਕਿ ਪੰਜਾਬ ਦੀਆਂ ਚੀਜ਼ਾਂ ਪੰਜਾਬ ਦੇ ਵਿੱਚ ਡਿਵੈਲਪ ਹੋ ਕੇ ਪੰਜਾਬ ਤੋਂ ਬਾਹਰ ਜਾਣ। ਸਾਨੂੰ ਹੁਣ ਪੈਕਿੰਗ ਹੋਈਆਂ ਚੀਜ਼ਾਂ ਬਾਹਰੋਂ ਨਾ ਲਿਆਉਣੀਆਂ ਪੈਣ, ਕਿਉਂਕਿ ਰਾ ਮਟੀਰੀਅਲ ਸਾਡਾ, ਕੱਚਾ ਮਾਲ ਸਾਡਾ ਹੈ। ਚਲੋ ਅੱਜ ਕੱਲ੍ਹ ਤਾਂ ਮਤਲਬ ਪੰਜਾਬੀਆਂ ਨੂੰ ਵੀ ਆਦਤ ਪੈ ਗਈ, ਜਿਹੜਾ ਸਵੇਰੇ ਉਹ ਦੁੱਧ ਜੇ 'ਚ ਪਾ ਕੇ ਨਹੀਂ ਖਾਂਦੇ ਉਹ ਜੀ। ਮੈਂ ਨਹੀਂ ਬੋਲਣਾ, ਫਿਰ ਤੁਸੀਂ ਕਹਿਣਾ ਪਤਾ ਹੈ। ਨਹੀਂ ਮੇਰੇ ਪਤਾ ਨਹੀਂ ਕੋਈ ਫਲੈਕਸ ਕੀ ਹੁੰਦੇ ਮੂਰੇ ਨਹੀਂ ਪਤਾ। ਇਹੋ ਜਿਹਾ ਉਹ ਵੀ ਤੇ ਮੱਕੀ ਤੋਂ ਬਣਦੇ, ਮੱਕੀ ਤੋਂ ਬਣਦੇ ਆ। ਹੁਣ ਮੱਕੀ ਇੱਥੇ ਹੁੰਦੀ ਆ ਤੇ ਆਪਾਂ ਉਹ ਨਹੀਂ ਬਣਾ ਸਕਦੇ। ਉਦੋਂ ਬਾਅਦ ਡੱਬਾ ਜਿੱਦਾਂ ਤੁਸੀਂ ਅੱਗੇ ਗੱਲ ਕੀਤੀ ਵੀ ਘੁੰਮ ਘੁਮਾ ਕੇ ਫਲਾਨੀ ਸਟੇਟ 'ਚ ਬਣਿਆ, ਉਹ ਪੰਜਾਬੀਆਂ ਨੇ ਖਾਣਾ। ਅੱਛਾ, ਦੁੱਧ ਵੀ ਜਿਹੜਾ ਹੁਣ ਮੱਝਾਂ ਗਾਵਾਂ ਆਪਾਂ ਛੱਡ ਗਏ, ਉਹ ਵੀ ਫਿਰ ਪੈਕਟ ਜਿਹੜਾ ਉਹ ਆਉਣਾ ਚਾਹੀਦਾ। ਮੈਂ ਵੈਸੇ ਹੁਣ ਦਰਸ਼ਕਾਂ ਨੂੰ ਇੱਕ ਗੱਲ ਹੋਰ ਦੱਸ ਦੇਣੀ ਹੈ, ਇਹ ਜਿਹੜੇ ਗੁਰਪ੍ਰੀਤ ਸੰਧਾਲੀਆ ਸਾਹਿਬ ਕਹਿੰਦੇ ਨਾ ਕਿ ਉਹ ਕੀ ਹੁੰਦਾ, ਦੁਕਾਨ 'ਚ ਆ ਕੇ ਕਹਿੰਦੇ ਹੁੰਦੇ ਆ ਉਹ ਨਹੀਂ ਉਹ ਦਿਓ ਜਿਹਦੇ ਵਿੱਚ ਇੰਨਾ ਕੁ ਘਟਿਆ ਤੇ ਇੰਨਾ ਕੁ ਵਧਿਆ, 7-8 ਇਹਨਾਂ ਨੇ ਆਪਣੇ ਆਪ ਹੀ ਬ੍ਰਾਂਡ ਗਣਾ ਦੇਣੇ ਹੁੰਦੇ। ਨਹੀਂ ਮੈਨੂੰ ਆਦਤ ਨਹੀਂ ਹੈਗੀ, ਮੈਂ ਰੋਟੀਆਂ ਵਾਲਾ ਹੀ ਹਾਂ। ਅੱਛਾ, ਇੱਕ ਗੱਲ ਆਪਾਂ ਹੋਰ ਜਿਹੜੀ ਕਰਨੀ ਇਸ ਤੋਂ ਪਹਿਲਾਂ ਕਿ ਆਪਾਂ ਰਿਜ਼ਰਵ ਲਾਈਏ ਸਰਕਾਰ ਦਾ ਜੀ, ਉਹ ਇਹ ਹੈ ਕਿ ਵੀ ਰਿਜ਼ਰਵ ਇਸ ਵਕਤ ਨਾ ਪੰਜਾਬ ਦੇ ਕਾਲਜਾਂ ਦਾ ਲੱਗਾ, ਕਿਉਂਕਿ ਆਹ ਜਿਹੜਾ ਸਮਾਂ ਇਹ ਨਾ ਮੋਸਟਲੀ ਕਾਲਜਸ ਦੇ ਵਿੱਚ ਐਡਮਿਸ਼ਨਾਂ ਦਾ ਹੁੰਦਾ ਹੈ ਨਾ, ਵੀ ਕਿਸੇ ਨੇ ਐਡਮਿਸ਼ਨ ਲੈ ਲਈ ਹੈ, ਕੋਈ ਕਹਿੰਦਾ ਲੈ ਲਓ, ਕੋਈ ਕਹਿੰਦਾ ਇੱਦਾਂ ਜੀ ਘੱਟ ਨੰਬਰ ਵੱਧ ਨੰਬਰ। ਪਰ ਹੁਣ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਬਾਹਰ ਲੈਣ ਲੱਗੀ ਹੁੰਦੀ ਸੀ ਤੇ ਕਾਲਜਾਂ ਵਾਲਿਆਂ ਦਾ ਮੂੰਹ ਵਿੰਗਾ ਹੁੰਦਾ ਸੀ, ਪ੍ਰੋਸਪੈਕਟਸ ਜਿਹਨੂੰ ਕਹਿੰਦੇ ਜੀ, ਇਹ 1000 ਰੁਪਏ ਦਾ, ਇਹ 1500 ਰੁਪਏ ਦਾ। ਹੁਣ ਮੇਰੇ ਖਿਆਲ ਨਾਲ ਫ੍ਰੀ 'ਚ ਪ੍ਰੋਸਪੈਕਟਸ ਦਿੰਦੇ ਤੇ ਜਵਾਕ ਲੈ ਕੇ ਰਾਜ਼ੀ ਨਹੀਂ, ਕਿਉਂਕਿ ਕਾਲਜਾਂ 'ਚ ਐਡਮਿਸ਼ਨ ਨਹੀਂ ਹੁੰਦੀ। ਹਰੇਕ ਬੰਦਾ ਕਹਿੰਦਾ ਆਇਲਟਸ ਦੇ ਬੈਂਡ ਬੂੰਡ ਲਿਆਓ, ਜੇ ਮਾੜੇ ਵੱਜ ਕੇ ਬੈਂਡ ਤੇ ਉਸ ਹਿਸਾਬ ਨਾਲ ਦੇਖ ਲਾਂਗੇ, ਜੇ ਬੈਂਡ ਚੰਗਾ ਵੱਜ ਗਿਆ ਤੇ ਫਿਰ ਪੂਰੇ ਪਰਿਵਾਰ ਨੂੰ ਸਮੇਟ ਕੇ ਨਿਕਲ ਜਾਂਗੇ। ਦੇਖੋ ਸੰਧਾਲੀਆ ਸਾਹਿਬ, ਅੱਜ ਕੱਲ੍ਹ ਨਾ ਪੰਜਾਬ ਦੇ ਪਿੰਡ 'ਚ ਤੁਸੀਂ ਜਾਓ, ਭਾਵੇਂ ਤਿੱਖੜ ਦੁਪਹਿਰਾ ਹੋਵੇ, ਤੁਹਾਨੂੰ ਪਿੰਡ ਦੇ ਬਾਹਰਲੇ ਪਾਸੇ ਨਾ 1-2 ਗੱਡੀਆਂ ਖੜੀਆਂ ਨਜ਼ਰ ਆਉਣਗੀਆਂ, ਬੱਸਾਂ ਸਕੂਲ ਦੀਆਂ, ਕਾਲਜ ਦੀਆਂ, ਯੂਨੀਵਰਸਿਟੀ ਦੀਆਂ, ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਬਹੁਤ ਹੋ ਗਈਆਂ। ਫਿਰ ਤੁਸੀਂ ਜਿੱਥੇ ਕਿਤੇ ਬੱਸ ਖੜੀ ਆ, ਪਿੰਡ ਦੀਆਂ ਗਲੀਆਂ ਦੇ ਵਿੱਚ ਜਾਓ, ਤੁਹਾਨੂੰ ਕੁਝ ਵਧੀਆ ਤਰੀਕੇ ਦੇ ਨਾਲ ਤਿਆਰ ਹੋਏ ਨੌਜਵਾਨ ਮੁੰਡੇ ਕੁੜੀਆਂ ਨਜ਼ਰ ਆਉਣਗੇ। ਉਹ ਅਸਲ ਦੇ ਵਿੱਚ ਅਧਿਆਪਕ ਨੇ ਉਹਨਾਂ ਕਾਲਜਾਂ ਦੇ ਵਿੱਚ, ਉਹਨਾਂ ਯੂਨੀਵਰਸਿਟੀਆਂ ਦੇ ਵਿੱਚ, ਜਿਨ੍ਹਾਂ ਨੂੰ ਇਸ ਕਰਕੇ ਪਿੰਡਾਂ ਦੇ ਵਿੱਚ ਤੋਰਿਆ ਜਾਂਦਾ ਕਿ ਤੁਸੀਂ ਪਿੰਡਾਂ ਜਾ ਕੇ ਪੁੱਛੋ ਕਿ ਤੁਹਾਡਾ ਕੋਈ ਬੱਚਾ ਪੜ੍ਹਨ ਵਾਲਾ ਹੈਗਾ, ਕਿਸੇ ਨੇ 10ਵੀਂ ਅਧਕੀ ਕੀਤੀ, ਕਿਸੇ ਨੇ 12ਵੀਂ ਕੀਤੀ, ਤੁਸੀਂ ਸਾਡੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਓ। ਤੇ ਅਗਲੇ ਕੁੰਡਾ ਖੜਕਾਉਂਦੇ ਆ, ਟਕ ਠਕ ਠਕ, ਤੇ ਅੱਗੋਂ ਬੀਬੀ ਇੱਕ ਨਿਕਲਦੀ ਆ ਤੇ ਉਹ ਪੁੱਛਦੇ ਆ, ਜੀ ਅਸੀਂ ਫਲਾਣੇ ਕਾਲਜ ਜਾਂ ਯੂਨੀਵਰਸਿਟੀ ਤੋਂ ਆਏ ਆ, ਤੁਹਾਡਾ ਬੱਚਾ ਹੈਗਾ? ਉਹ ਕਹਿੰਦੇ ਸਾਡੇ ਮੁੰਡੇ ਨੇ ਤਾਂ ਬਾਹਰ ਜਾਣਾ, 12ਵੀਂ ਉਹਨੇ ਕਰ ਲਈ ਹੈ, ਐਲਟਸ ਕਰਦਾ ਆ, ਤੇ ਹੁਣ 2-3 ਮਹੀਨੇ ਲੱਗਣੇ, ਉਹਨੇ ਤਾਂ ਬਾਹਰ ਜਾਣਾ। ਜੇ ਤੁਹਾਡਾ ਕਾਲਜ ਬਾਹਰ ਭੇਜਦਾ ਤਾਂ ਅਸੀਂ ਬੱਚਾ ਤੁਹਾਡੇ ਕੋਲ ਭੇਜਾਂ। ਹਰ 5ਵੇਂ-7ਵੇਂ ਘਰ ਦੇ ਵਿੱਚੋਂ ਇਹੀ ਆਵਾਜ਼ ਆਉਂਦੀ ਹੈ। ਉਹ 5ਵਾਂ-7ਵਾਂ ਘਰ ਇੱਦਾਂ ਕਿਉਂਕਿ ਬੱਚਾ 5ਵੇਂ-7ਵੇਂ ਘਰ 'ਚ ਨਾ ਵੱਡਾ। ਇੱਕ ਗੱਲ ਹੋਰ, ਜਦੋਂ ਮਤਲਬ ਟਾਈ ਵਾਲੇ ਤੇ ਉਹ ਜਿਹੜੇ ਭੈਣ ਜੀ ਹੁਣੀ ਨਾਲ ਉਹਨਾਂ ਦੇ ਗਏ ਹੁੰਦੇ ਜੋ ਲੋਕਾਂ ਦੇ ਘਰਾਂ 'ਚ ਜਵਾਕ ਲੱਭਣ, ਸ਼ਾਮ ਤੱਕ ਮੁੜਦਿਆਂ ਤੱਕ ਬੱਸ 'ਚ ਬੈਠੀ ਉਹ ਆਪ ਸਲਾਹਾਂ ਕਰ ਦਿੰਦੇ, ਪਤਾ ਕਰੋ ਭਲਾ ਪੁਆਇੰਟ ਬੇਸ 'ਤੇ ਕੋਈ ਗੱਲ ਬਣਦੀ ਤੇ ਆਪਾਂ ਵੀ ਛੱਡ ਕੇ ਚੱਲੀਏ ਉੱਥੇ। ਨਹੀਂ, ਉਹਨਾਂ ਲਈ ਜ਼ਰੂਰੀ ਹੈ, ਕਿਉਂਕਿ ਜਦੋਂ ਸਵੇਰੇ ਮੈਨੇਜਮੈਂਟ ਭੇਜਦੀ ਆ ਨਾ, ਉਹ ਕਹਿੰਦੇ ਜੇ ਬੱਚੇ ਨਾ ਆਏ ਫਿਰ ਆਪਦਾ ਝੋਲਾ ਚੱਕ ਲਿਓ, ਕਿਉਂਕਿ ਕਾਲਜ ਦੇ ਕਮਰੇ ਦੇ ਵਿੱਚ ਬੱਚਾ ਬੈਠਾ ਹੋਏਗਾ ਤਾਂ ਤੁਸੀਂ ਪੜ੍ਹਾਓਗੇ ਤਾਂ ਤਨਖਾਹਾਂ ਮਿਲਣੀਆਂ। ਇਸ ਵੇਲੇ ਸਰਕਾਰੀ ਕਾਲਜਾਂ ਦਾ ਸਭ ਤੋਂ ਵੱਧ ਬੁਰਾ ਹਾਲ ਹੈ, ਖਾਸ ਤੌਰ ਤੇ ਡਿਗਰੀ ਕਾਲਜਾਂ ਦਾ। ਹਾਲਾਂਕਿ ਟੈਕਨੀਕਲ ਕਾਲਜਾਂ ਦੇ ਵਿੱਚ ਮਾੜਾ ਮੋਟਾ ਵਿਰਲਾ ਟਾਵਾਂ ਨਿੱਕਾ ਨਿਆਣਾ ਫਿਰ ਲੱਭਦਾ, ਡਿਗਰੀ ਕਾਲਜ ਜਿਹੜੇ ਸਰਕਾਰੀ ਨੂੰ ਉਹਨਾਂ ਦੇ ਵਿੱਚ ਵੜਦਾ ਕੋਈ ਨਹੀਂ। ਜਿਹੜੇ ਕਾਲਜ ਦੇ ਵਿੱਚ ਸੰਧਾਲੀਆ ਸਾਹਿਬ ਮੈਂ ਪੜ੍ਹਦਾ ਸੀ, ਸਰਕਾਰੀ ਸੀ, ਫੀਸਾਂ ਘੱਟ, ਮੇਰਾ ਰੋਲ ਨੰਬਰ 2400 ਹੁੰਦਾ ਸੀ। ਅੱਜ ਉਸ ਕਾਲਜ ਦੇ ਵਿੱਚ 1000 ਬੱਚਾ ਵੀ ਨਹੀਂ ਪੜ੍ਹਦਾ। ਤੇ ਇਹਨਾਂ 10 ਸਾਲਾਂ ਦੇ ਵਿੱਚ ਜੇ ਬੱਚਿਆਂ ਦੀ ਗਿਣਤੀ ਅੱਧਿਓਂ ਵੀ ਥੱਲੇ ਰਹਿ ਗਈ ਹੈ ਤੇ ਇਹਦਾ ਮਤਲਬ ਹੈ ਕਿ ਆਬਾਦੀ ਵੱਧ ਗਈ ਹੈ,
ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਵੀ ਵੱਧ ਗਈ ਹੈ, ਪਰ ਸਰਕਾਰੀ ਤੇ ਪ੍ਰਾਈਵੇਟ ਕਾਲਜ ਜਿਹੜੇ ਡਿਗਰੀ ਕਾਲਜ ਨੇ ਉੱਥੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਘਟੀ ਹੈ। ਇਹਦਾ ਮਤਲਬ ਹੈ ਕਿ ਜਾਂ ਤਾਂ ਉਹ ਫਿਰ ਤਕਨੀਕੀ ਕਾਲਜ ਜਿਹੜੇ ਉਧਰਲੇ ਪਾਸੇ ਜਾ ਰਹੇ, ਤੇ ਉਧਰਲੇ ਪਾਸੇ ਜਾਣ ਦਾ ਵੀ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਜਹਾਜ਼ ਦੇ ਉੱਤੇ ਪੈਰ ਰੱਖ ਜਾਏ। ਆਪਾਂ ਗਲਤ ਨਹੀਂ ਕਹਿੰਦੇ ਕਿ ਬਾਹਰ ਨਹੀਂ ਜਾਣਾ ਚਾਹੀਦਾ, ਪਰ ਇਹ ਸਮੇਂ ਦੇ ਹਾਕਮਾਂ ਦੀ ਅੱਖ ਖੋਲ੍ਹਣ ਵਾਲੀ ਗੱਲ ਹੈ ਕਿ ਭਾਈ ਕਾਲਜ ਬਣੇ ਹੋਏ ਨੇ, ਸਾਰਾ ਕੁਝ ਇੱਥੇ ਹੈ, ਰੋਟੀ ਲੱਭਦੀ ਹੈ, ਪਰ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਜਾਣ ਦੇ ਲਈ ਕਾਹਲੇ ਕਿਉਂ ਆ? 5-7 ਮਿੰਟ ਕੱਢ ਕੇ ਇੱਧਰਲੇ ਪਾਸੇ ਵੀ ਸੋਚਣ। ਨਹੀਂ, ਪਰ ਤੁਸੀਂ ਇੰਜੀਨੀਅਰਿੰਗ ਕਾਲਜਾਂ ਦੀ ਗੱਲ ਕਰਦੇ ਹੋ, ਉਹਨਾਂ ਨੂੰ ਵੀ ਜਿੰਦਰੇ ਵੱਜੀ ਜਾਂਦੇ। ਮਤਲਬ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰ ਨੇ ਦੇਖਿਆ ਵੀ ਅੱਛਾ ਯਾਰ ਆਹ ਕੰਮ ਵਧੀਆ, ਤੇ ਪਿੰਡ ਦੇ ਜਿਹੜਾ ਬਾਹਰ ਦੂਰ ਜੇ ਛੱਪੜ ਦੇ ਨਾਲ ਲੱਗਵੀਂ ਜ਼ਮੀਨ ਸੀ ਉਹ ਸਸਤੀ ਜੀ ਲੈ ਕੇ, ਤੇ ਪਤਾ ਲੱਗਾ ਵੀ ਰਾਤੋਂ ਰਾਤ ਕਾਲਜ ਬਣ ਗਿਆ। ਫਿਰ ਇੱਧਰੋਂ ਉੱਧਰੋਂ ਪਤਾ ਲੱਗਾ ਵੀ ਫਲਾਨੇ ਜਿਹੜੇ ਇੱਧਰੋਂ ਉੱਧਰ ਵਾਲੇ ਲੀਡਰ ਸਾਹਿਬ ਨੇ ਉਹਨਾਂ ਦਾ ਵੀ ਇੰਨਾ ਹਿੱਸਾ ਪੱਤੀ ਹੈਗਾ। ਐਂ ਖੁੰਬਾਂ ਵਾਂਗੂ ਜਿਹੜੇ ਕਾਲਜ ਨਿਕਲੇ ਸੀਗੇ ਉਹਨਾਂ ਤੇ ਵੀ ਹੁਣ ਭਾਂ ਕਰਦੇ। ਹੁਣ ਤਾਂ ਉੱਥੇ ਕਬੂਤਰ ਵੀ ਜਾਣੋਂ ਡਰਦਾ, ਉਹ ਕਹਿੰਦਾ ਦਫਾ ਕਰ ਯਾਰ, ਉੱਧਰ ਕੀ ਕਰਨਾ। ਕਈ ਵਾਰੀ 25-27 ਸਾਲੀ ਜੇ ਕੋਈ ਬੰਦਾ ਜਾਵੇ, ਜੇ ਕੋਈ ਨੂੰ ਪੁੱਛੇ ਜੀ ਨਿਆਣਾ ਪੜਾਉਣਾ ਹੈ, ਇੰਜੀਨੀਅਰ ਬਣਾਉਣਾ ਹੈ, ਉਹ ਕਹਿੰਦਾ ਲੈ ਮੈਂ ਲੈ ਚੱਲਦਾ। ਅਗਲਾ ਜਾ ਕੇ ਕਾਲਜ ਦਾ ਕੁੰਡਾ ਖੜਕਾਉਂਦਾ, ਉਹੀ ਕੰਧ ਹੈ ਉਹੀ ਕੁੰਡਾ, ਅੱਗੇ ਉਹ ਕਹਿੰਦੇ ਕਿੰਨੇ ਮੁਰਗੇ ਲੈਣੇ ਆ, ਕਿਉਂਕਿ ਮੁਰਗੀ ਫਾਰਮ ਖੁੱਲ ਗਿਆ ਉੱਥੇ, ਬੱਚਾ ਤਾਂ ਕੋਈ ਹੈ ਹੀ ਨਹੀਂ। ਕਹਿੰਦੇ ਕਮਰੇ ਤੇ ਛੱਤੇ ਚਲੋ ਮੁਰਗੀਆਂ ਰੱਖ ਲੈਣੇ। ਚੱਕਰ ਪਤਾ ਕੀ ਆ ਵਾਟ ਸਾਹਿਬ, ਇਹ ਗੱਲਾਂ ਇੱਥੇ ਨਹੀਂ ਸੀ ਪਹੁੰਚਣੀਆਂ ਜੀ ਜੇ ਐਜੂਕੇਸ਼ਨ ਦਾ ਵਪਾਰ ਨਾ ਕੀਤਾ ਹੁੰਦਾ ਆਪਣੇ ਲੋਕਾਂ। ਇਹਨਾਂ ਨੇ ਉਦੋਂ ਵਪਾਰ ਕੀਤਾ, ਕਿਤਾਬਾਂ 'ਚੋਂ ਵੱਟ ਲਓ, ਇਹਦੇ 'ਚੋਂ ਵੱਟ ਲਓ। ਕਿਤਾਬ ਦਾ ਜਾਂ ਉਸ ਪੜ੍ਹਾਈ ਦਾ ਮੁੱਲ ਕੀ ਆ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਆਪਾਂ ਪਿਛਲੇ ਸਮੇਂ 'ਚੋਂ ਗਏ ਸੀ ਨਾ ਆਸਟ੍ਰੇਲੀਆ, ਉਹ ਭੈਣ ਜੀ ਹੁਣਾਂ ਨਾਲ ਗੱਲ ਕੀਤੀ ਸੀ ਉੱਥੇ। ਦੇਖੋ ਜੰਮਦੇ ਜਵਾਕ ਤੋਂ ਲੈ ਕੇ ਉਹ 7ਵੀਂ 8ਵੀਂ ਤੱਕ ਦੇ ਜਵਾਕ ਨੂੰ ਇਹ ਪਤਾ ਲਾ ਲੈਂਦੇ ਵੀ ਇਹਦੀ ਰੁਚੀ ਕੀ ਆ, ਤੈਨੂੰ ਪ੍ਰੈਕਟੀਕਲ ਗਿਆਨ ਅਸੀਂ ਕਿਵੇਂ ਦੇਣਾ ਜੀ। ਤੇ 10ਵੀਂ ਤੋਂ ਬਾਅਦ ਉਹ ਕਹਿੰਦੇ ਵੀ ਜਦੋਂ ਸਾਡੇ ਸਕੂਲੋਂ ਨਿਕਲਦਾ ਜਵਾਕ ਤੂੰ ਕੰਮ ਤੇ ਪਿਆ ਹੁੰਦਾ। ਮੋਸਟਲੀ ਜੇ ਕਿਸੇ ਨੇ ਕਰਨਾ ਤੇ ਉਹ 2 ਸਾਲ ਜਾਂ 6 ਮਹੀਨਿਆਂ ਦਾ ਕੋਈ ਹੋਰ ਕੋਰਸ ਕਰਕੇ ਥੋੜ੍ਹੀ ਜਿਹੀ ਹੋਰ ਵਾਈਟ ਕਾਲਰ ਜੋਬ ਵਾਲੇ ਪਾਸੇ ਚਲੇ ਜਾਂਦਾ। ਤੇ ਇੱਧਰ ਜਵਾਕ ਜਿਉਂ ਪੜ੍ਹਨ ਲੱਗਦਾ, ਸੁੱਖ ਨਾਲ ਤੁਸੀਂ ਵੀ ਤਾਂ PhD ਵਾਲਾ ਪੰਗਾ ਲਿਆ ਜੀ, ਹੈ ਨਾ। ਉਹ ਪੰਗਾ ਕਰਨ ਤੋਂ ਬਾਅਦ ਬੰਦਾ ਕਹਿੰਦਾ ਬਸ ਹੁਣ ਟਾਈ ਰਹਿ ਗਈ ਆ ਪੱਲੇ, ਹੋਰ ਤੇ ਕੁਛ ਨਹੀਂ। ਨਹੀਂ ਦੇਖੋ ਨਾ, ਫਰਕ ਇੱਕੋ ਹੀ ਹੈ, ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ। ਕਾਨੀ ਫੜਨਾ ਦੂਜੇ ਪਾਸੇ ਦੀ ਫੜ ਲਓ। ਉੱਥੇ ਵੇਖਿਆ ਜਾਂਦਾ ਕਿ ਜਵਾਕ ਕੀ ਕਰਨਾ ਚਾਹੁੰਦਾ, ਤੇ ਇੱਥੇ ਵੇਖਿਆ ਜਾਂਦਾ ਨੌਕਰੀ ਕਾਹਦੇ 'ਚ ਮਿਲਦੀ ਹੈ। ਜਵਾਕ ਕਹੇ ਕਿ ਭਾਈ ਮੈਂ ਬੈਂਕ 'ਚ ਜਾਣਾ, ਹਾਂ ਤੂੰ ਬੈਂਕ 'ਚ ਜਾਣਾ ਮਾਸਟਰ ਬਣ, ਤੇ ਜਿਹੜਾ ਜਵਾਕ ਕਹੇ ਕਿ ਮੈਂ ਮਾਸਟਰ ਬਣ, ਹਾਂ ਮਾਸਟਰ ਬਣਨਾ, ਉਹ 'ਚ 4 ਰੁਪਏ ਡਾਕਟਰ ਬਣ। ਤੇ ਹੁਣ ਜਦੋਂ ਮਾਸਟਰ ਜਿਹੜਾ ਬਣਨਾ ਚਾਹੁੰਦਾ, ਜਦੋਂ ਡਾਕਟਰ ਬਣਨਾ, ਤਾਂ ਕੁਰਸੀ ਤੇ ਬੈਠ ਕੇ ਉਹਦੇ ਵੱਢ ਖਾਣ ਨੂੰ ਹੀ ਪੈਣਾ, ਕਿਉਂਕਿ ਉਹਦੀ ਰੁਚੀ ਨਹੀਂ ਨਾ ਹੈਗੀ। ਹੁਣ ਦੇਖੋ ਭਾਰਤ ਦੀ ਇੱਕ ਤਰਾਸਦੀ ਹੈ, ਜਿਹੜਾ ਬੰਦਾ ਕਲਰਕ ਬਣਨਾ ਚਾਹੁੰਦਾ ਉਹ ਬੱਸ ਦੇ ਵਿੱਚ ਟਿਕਟਾਂ ਕੱਟੀ ਜਾਂਦਾ, ਤੇ ਜਿਹੜਾ ਬੰਦਾ ਡਰਾਈਵਰ ਬਣਨਾ ਚਾਹੁੰਦਾ ਉਹਨੂੰ ਅਸੀਂ ਬੰਦੇ ਨੂੰ ਅੱਡਾ ਇੰਚਾਰਜ ਲਾਇਆ। ਹੁਣ ਜੇ ਕੰਮ ਉਹਦੀ ਰੁਚੀ ਦੇ ਮੁਤਾਬਕ ਨਹੀਂ ਦਿਆਂਗੇ ਤਾਂ ਫਿਰ ਭਾਈ ਅਸੀਂ ਇੱਕ ਦੂਜੇ ਦੇ ਨਾਲ ਸਹਿਜ ਵਤੀਰੇ ਨਾਲ ਜਿਹੜਾ ਵਿਚਰ ਹੀ ਨਹੀਂ ਸਕਦੇ। ਸੋ ਮਾੜਾ ਮੋਟਾ ਕਿਤੇ ਸੋਚਿਆ ਜਾਵੇ ਕਿ ਹਾਲਾਤ ਕਿੱਧਰਲੇ ਪਾਸੇ ਨੂੰ ਜਾ ਰਹੇ। ਨਹੀਂ ਪਰ ਚਲੋ ਜੋ ਵੀ ਮੈਂ ਨਾ ਜਿਵੇਂ ਮਰਜ਼ੀ ਹੈ, ਪੰਜਾਬੀਆਂ ਨੇ ਪਹਿਲਾਂ ਵੀ ਆਪਣੇ ਸਿਰ ਬਸਿਰ ਕੀਤਾ ਸੀ, ਕਿਸੇ ਨੇ ਨਹੀਂ ਕਰਕੇ ਦਿੱਤਾ। ਤੇ ਮੈਂ ਨਾ ਵੀ ਹੁਣ ਵੀ ਭਾਵੇਂ ਜਵਾਕ ਔਖੇ ਹੋ ਕੇ ਜਾਣ, ਸੌਖੇ ਹੋ ਕੇ ਜਾਣ, ਜਿਵੇਂ ਮਰਜ਼ੀ ਬਾਹਰ ਜਾਂਦੇ ਆ ਜਾਂ ਉੱਧਰ ਜਾ ਕੇ ਮਿਹਨਤਾਂ ਕਰਦੇ, ਭਾਵੇਂ ਵਿਚਾਰੇ 8-8 10-10 ਜਣੇ ਮਿਲ ਕੇ ਰਹਿਣ, ਭਾਵੇਂ ਆਟਾ ਗੁੰਨਦੇ, ਅੱਧਾ ਆਟਾ ਵਾਲਾਂ 'ਚ ਲੱਗਾ ਹੁੰਦਾ, ਤੇ ਭਾਵੇਂ ਭੁੱਖੇ ਤੇ ਤੜਕੇ ਭੱਜਦੇ ਆ, ਤੇ ਉਦੋਂ ਬਾਅਦ 2-2 3-3 ਸ਼ਿਫਟਾਂ ਕਰਕੇ ਕਮਾਈ ਕਰਕੇ ਕਿਤੇ ਸੈਟਲ ਹੋਣ ਦੀ ਗੱਲ ਕਰਦੇ। ਆਪਣੇ ਸਿਰ ਬਸਿਰ ਤਾਂ ਹੈ। ਜੇ ਕੋਈ ਨਹੀਂ ਬਾਂਹ ਫੜਦਾ ਤੇ ਮੈਂ ਨਾ, ਜੇ ਕੋਈ ਮਿਹਨਤ ਦਾ ਰਸਤਾ ਅਖਤਿਆਰ ਕਰਦਾ ਤੇ ਬਹੁਤ ਵਧੀਆ। ਘੱਟੋ ਘੱਟ ਜਿਹੜਾ ਕੋਈ ਇੱਥੇ ਵੱਜ ਜਾਂਦਾ ਉਹਦੇ ਵਾਂਗੂ ਨਾੜ 'ਚ ਟੀਕਾ ਤਾਂ ਨਹੀਂ ਲਾਉਂਦਾ। ਨਹੀਂ ਬਹੁਤ ਚੰਗਾ। ਦੇਖੋ ਕਿਹੜਾ ਮੁਲਕ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, USA, ਇੱਥੋਂ ਤੱਕ ਇਟਲੀ ਵਰਗੇ ਮੁਲਕ ਜਿੱਥੇ ਕੰਮ ਮੰਨਿਆ ਜਾਂਦਾ ਕਿ ਮੁਕਾਬਲਤਨ ਔਖੇ ਨੇ, ਅਰਬ ਦੇਸ਼ ਨੇ ਬਹੁਤ ਸਾਰੇ, ਜਾ ਕੇ ਅਸੀਂ ਹੋਏ ਤਾਂ ਸਫਲ ਹੀ ਆ ਨਾ। ਅਸਫਲਤਾ ਦੀਆਂ ਉਦਾਹਰਨਾਂ ਬਹੁਤ ਘੱਟ ਨੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਿਰੜ ਜਿਹੜਾ, ਦ੍ਰਿੜਤਾ ਜਿਹੜੀ ਹੈ, ਭਾਵੇਂ ਸਰੀਰ ਮੇਰੇ ਵਰਗਾ ਤੇ ਭਾਵੇਂ ਤੁਹਾਡੇ ਵਰਗਾ, ਪਰ ਸਿਰਾ ਜਿਹੜਾ ਲਾਉਣ ਦੀ ਕੋਸ਼ਿਸ਼ ਕਰਦੇ ਤਾਂ ਅਕਸਰ ਸਫਲ ਵੀ ਹੁੰਦੇ ਆ। ਬਿਲਕੁਲ ਸਹੀ। ਆਪਾਂ ਮੋੜਾ ਹੁਣ ਕੱਟ ਲਈਏ ਸਰਕਾਰਾਂ ਵਾਲਾ ਪਾਸੇ ਨੂੰ, ਵੀ ਇੱਧਰ ਵੀ ਮੇਰੇ ਖਿਆਲ ਨਾਲ ਅਲਟੀਮੇਟਲੀ ਜੇ ਜਾਣ ਵਾਲੇ ਪਾਸੇ ਨੂੰ ਗੱਲ ਤੁਰੀ ਹੈ ਤੇ ਕਿਉਂ ਤੁਰੀ ਹੈ, ਕੋਈ ਤਾਂ ਘੁੰਡੀ ਹੋਊਗੀ। ਜੇ ਘੁੰਡੀ ਹੁਣ ਜੇ ਆਪਾਂ ਲੱਭਦੇ ਹਾਂ ਤੇ ਇਸ ਵਕਤ ਪੰਜਾਬ ਦੀ ਝਾਤੀ ਮਾਰੀਏ, ਤੇ ਜਦੋਂ ਆਪਾਂ ਗੱਲ ਕਰਦੇ ਹਾਂ ਵਿਰੋਧੀ ਧਿਰਾਂ ਦੇ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ, ਚਲੋ ਕਦੀ ਕਦਾਈ ਇਹਨਾਂ ਨੂੰ ਚੇਤਾ ਆ ਜਾਂਦਾ ਫਲਾਨਾ ਅੰਦੋਲਨ ਕਰਾਂਗੇ, ਫਿਰ ਕਰਾਂਗੇ ਪਤਾ ਨਹੀਂ ਖਨੀ ਉਹ ਮੌਨਸੂਨ ਡੀਕਦੇ ਵੀ ਮੀਂਹ ਮੂੰਹ ਪੈਣ, ਠੰਡੀ ਦਵਾਂ ਜਾਵਾਂਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਵਾਲੇ ਉਹਨਾਂ ਕਹਿੰਦੇ ਵੀ ਨਹੀਂ ਯਾਰ ਸਾਡਾ ਸੈਂਟਰ ਦੇ ਹਿਸਾਬ ਨਾਲ ਹੱਥ ਪੈਂਦਾ, ਸਾਨੂੰ ਕੀ ਲੋੜ ਪਈ ਆ ਹੁਣ ਪੁਲ ਤੇ ਬਹਿਣ ਦੀ। ਨਾਲੇ ਪਹਿਲੇ ਪੁਲ ਤੇ ਬੈਠੇ ਸੀਗੇ ਉਹ ਵਾਲੇ ਕੇਸ ਮੇਰੇ ਖਿਆਲ ਅਜੇ ਵੀ ਰੜਕਦੇ ਆ। ਬਾਕੀ ਜਿਹੜੀ ਤੀਜਾ ਚੌਥਾ ਪੰਜਵਾਂ ਮੋਰਚਾ ਬਣਨ ਵਾਲੇ ਜਿੰਨੇ ਬੰਦੇ ਸੀ, ਭਾਵੇਂ ਡਾਕਟਰ ਗਾਂਧੀ ਹੋਣ, ਭਾਵੇਂ ਬੈਂਸ ਭਰਾ ਹੋਣ, ਭਾਵੇਂ ਖਹਿਰਾ ਸਾਹਿਬ ਹੋਣ, ਜਾਂ ਟਕਸਾਲੀ ਅਕਾਲੀ ਦਲ ਹੋਵੇ, ਉਹ ਤਾਂ ਐਂ ਲੱਗਦਾ ਵੀ ਸਕੂਟਰ ਦਾ ਤੇਲ ਮੁੱਕਾ ਹੁੰਦਾ ਤੇ ਜਮਾ ਉਹਨੂੰ ਆਪਾਂ ਤੂੜੀ ਵਾਲੇ ਅੰਦਰ ਨਹੀਂ ਲਾ ਲੈਂਦੇ ਵੀ ਹੁਣ ਇਹਨੂੰ ਆਪਾਂ ਕੱਢਣਾ ਹੀ ਨਹੀਂ। ਉਹ ਕੰਮ ਕਰਕੇ ਬਹਿ ਗਏ। ਇੱਦਾਂ ਕਿਉਂ? ਵੋਟਾਂ ਡੀਕਦੇ। ਦੇਖੋ ਪੰਜਾਬ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ, ਜ਼ਿੰਮੇਵਾਰੀਆਂ ਉਹਨਾਂ ਦੀਆਂ ਬਹੁਤ ਨੇ, ਕਿਉਂਕਿ ਜੇ ਤਾਂ ਸੂਬਾ ਡਿਵੈਲਪ ਹੋਵੇ, ਸੂਬੇ 'ਚ ਕ੍ਰਾਈਮ ਨਾ ਹੋਵੇ, ਸੂਬੇ 'ਚ ਨਸ਼ਾ ਨਾ ਹੋਵੇ, ਤਾਂ ਵਿਰੋਧੀ ਪਾਰਟੀਆਂ ਭਾਵੇਂ ਇਕੱਲੀ ਪ੍ਰੈਸ ਕਾਨਫਰੰਸ ਕਰ ਦਿਆ ਕਰਨ, ਚੱਲ ਜਾਂਦਾ। ਪਰ ਪੰਜਾਬ ਤਾਂ ਖੇਤਾਂ 'ਚ ਆ ਨਾ, ਪੰਜਾਬ ਦੇ ਵਿੱਚ ਤਾਂ ਖੇਤੀ ਹੁੰਦੀ ਹੈ, ਸਮੱਸਿਆ ਉਤਪੰਨ ਹੁੰਦੀ ਹੈ ਖੇਤਾਂ 'ਚ ਹੁੰਦੀ ਹੈ। ਨਸ਼ਾ ਆਉਂਦਾ ਤਾਂ ਉਹ ਵਿਰਲੇ ਬਾਨੇ ਬਾਣਾਂ ਦੇ ਵਿੱਚ ਹੁੰਦਾ, ਜਿੱਥੇ ਸਲਵਾੜ ਜਿਹਾ ਹੈਗਾ, ਜਿੱਥੇ ਚਿੜੀਆਂ ਨੇ ਉਹਦੇ ਵਿੱਚ ਟੀਕੇ ਲੱਗਦੇ ਆ। ਇਸ ਕਰਕੇ ਵਿਰੋਧੀ ਸਿਆਸੀ ਪਾਰਟੀਆਂ ਤਾਂ ਇਸ ਵੇਲੇ ਖੇਤਾਂ ਦੀਆਂ ਵੱਟਾਂ ਤੇ ਚਾਹੀਦੀਆਂ ਸੀ। ਵਿਰੋਧੀ ਸਿਆਸੀ ਪਾਰਟੀਆਂ ਤਾਂ ਇਸ ਵੇਲੇ ਚਾਹੀਦੀਆਂ ਸੀ ਪੰਜਾਬ ਦੇ ਲੋਕਾਂ ਦੇ ਦਰ ਖੜਕਾਉਂਦੀਆਂ ਜਾ ਕੇ, ਪਰ ਨਹੀਂ। ਇਸ ਵੇਲੇ ਕੋਈ ਵਿਰੋਧੀ ਧਿਰ ਦਾ ਲੀਡਰ ਵੇਖ ਲਓ, ਵੱਧ ਤੋਂ ਵੱਧ ਕੀ ਹੈ,
ਜਾਂ ਤਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਰਿਹਾ, ਜਾਂ ਪ੍ਰੈਸ ਕਾਨਫਰੰਸ ਕਰ ਰਿਹਾ, ਤੇ ਜਾਂ ਫਿਰ ਕਿਰਿਆ ਦੀ ਪ੍ਰਤੀਕਿਰਿਆ ਦੇ ਰਿਹਾ ਕਿ ਸਰਕਾਰ ਨੇ ਆ ਗਲਤ ਕੀਤਾ, ਪਰ ਆਪਣੇ ਪੱਧਰ ਦੇ ਉੱਤੇ ਕੋਈ ਦਿਲਚਸਪੀ ਉਹਨਾਂ ਦੀ ਲੱਗਦਾ ਹੈ ਹੀ ਨਹੀਂ। ਹੁਣ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਨੂੰ ਤੁਸੀਂ ਕਿਹਾ ਛੱਡ ਦਿਓ, ਛੱਡਤਾ। ਇੱਕ ਮੋਰਚਾ ਬਣਿਆ ਸੀ ਜਿਹਨੂੰ ਪੀਡੀਏ ਕਿਹਾ ਸੀ ਆਪਾਂ, ਉਹਦੇ ਵਿੱਚ ਬਹੁਜਨ ਸਮਾਜ ਪਾਰਟੀ, ਬੈਂਸ ਭਰਾ, ਡਾਕਟਰ ਗਾਂਧੀ, ਸੁਖਪਾਲ ਖਹਿਰਾ, 2 ਕਾਮਰੇਡਾਂ ਦੀਆਂ ਪਾਰਟੀਆਂ, 6-7 ਧਿਰਾਂ ਸੀਗੀਆਂ। ਟਕਸਾਲੀ ਆਉਂਦੇ ਆਉਂਦੇ ਰਹਿ ਗਿਆ ਸੀ ਵਿੱਚ। ਹੁਣ 6-7 ਧਿਰਾਂ ਦੇ ਵਿੱਚੋਂ ਦੇਖੋ ਹਾਲਾਤ ਕਿੱਥੇ ਆ। ਕੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਮੁੱਕ ਗਈਆਂ? ਕੀ ਪੰਜਾਬ ਦੇ ਲੋਕਾਂ ਦੇ ਪੁੱਤ ਭਤੀਜੇ ਜਿਹੜੀਆਂ ਮੁਟਿਆਰਾਂ ਨੇ ਉਹ ਨਸ਼ੇ ਦੇ ਕਰਕੇ ਮਰਨੋਂ ਹਟ ਗਈਆਂ, ਜਾਂ ਫਿਰ ਵਿਦੇਸ਼ ਜਾਂਦਿਆਂ ਬਾਰਡਰ ਟੱਪਣੋਂ ਅਸੀਂ ਹਟ ਗਏ ਆ? ਹੁਣ ਹਾਲਾਤ ਕੀ ਬਣ ਗਏ? ਉਸ ਧਿਰ ਨੇ ਪੰਜਾਬੀਆਂ ਦੇ ਲਈ ਸੰਘਰਸ਼ ਕਰਨਾ ਸੀ, ਪਰ ਸੰਘਰਸ਼ ਕਰਨ ਦੀ ਥਾਂ ਬਹੁਜਨ ਸਮਾਜ ਪਾਰਟੀ ਨੇ ਆਪਣਾ ਸੂਬਾ ਪ੍ਰਧਾਨ ਹੀ ਬਦਲ ਦਿੱਤਾ। ਨਵੇਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਅਜੇ ਪੀਡੀਏ ਦੇ ਬਾਕੀ ਲੀਡਰਾਂ ਦੇ ਨਾਲ ਮੁਲਾਕਾਤ ਹੀ ਨਹੀਂ ਕੀਤੀ। ਉੱਪਰੋਂ ਬੀਬੀ ਮਾਇਆਵਤੀ ਦਾ ਬਿਆਨ ਆ ਗਿਆ ਕਿ ਅਸੀਂ ਤਾਂ ਨਹੀਂ ਕਿਸੇ ਦੇ ਨਾਲ ਰਲ ਕੇ ਚੱਲਣਾ, ਅਸੀਂ ਤਾਂ ਆਪਣੇ ਦਮ ਤੇ ਚੱਲਣਾ। ਇਹਦਾ ਮਤਲਬ ਹੈ ਕਿ ਸੱਤਾਂ ਦੇ ਵਿੱਚੋਂ ਸ਼ੇਰ ਹੈਗਾ। ਕਾਮਰੇਡਾਂ ਦੀਆਂ ਧਿਰਾਂ ਦਾ ਉੱਪਰੋਂ ਜੋ ਹੁਕਮ ਆਉਣਾ ਉਹਦੇ ਮੁਤਾਬਕ ਚੱਲਣਾ। ਉਹਨਾਂ ਨੇ ਆਪਣੀਆਂ ਸਰਗਰਮੀਆਂ ਭੱਠਾ ਮਜ਼ਦੂਰਾਂ ਦੀਆਂ ਬਾਕੀ ਸ਼ੁਰੂ ਕਰ ਦਿੱਤੀਆਂ। ਹੁਣ ਜਿਹੜੀਆਂ ਬਾਕੀ ਰਹਿ ਗਈਆਂ ਧਿਰਾਂ 5, ਉਹਨਾਂ 5 ਧਿਰਾਂ ਦੇ ਵਿੱਚੋਂ ਗੱਲ ਕਿੱਧਰਲੇ ਪਾਸੇ ਨੂੰ ਜਾਊਗੀ? ਹੁਣ ਇਸ ਵੇਲੇ ਡਾਕਟਰ ਧਰਮਵੀਰ ਗਾਂਧੀ ਦਾ ਇੱਕ ਬਿਆਨ ਆ ਗਿਆ, ਕਿਉਂਕਿ ਉਹ ਪਟਿਆਲਿਓਂ ਹਾਰੇ ਨੇ, ਜ਼ਮਾਨਤ ਉਹਨਾਂ ਦੀ ਜ਼ਬਤ ਹੋਈ ਹੈ, ਪਰ ਉਹ ਕਹਿੰਦੇ ਕਿ ਮੈਂ ਸੰਘਰਸ਼ ਕਰਨਾ। ਪਰ ਉਹਨਾਂ ਦਾ ਸੰਘਰਸ਼ ਅਜੇ ਤੱਕ ਪਟਿਆਲੇ ਤੋਂ ਬਾਹਰ ਨਜ਼ਰ ਨਹੀਂ ਆਉਂਦਾ, ਜਦ ਕਿ ਪੰਜਾਬ ਦੇ ਲੋਕ ਪਟਿਆਲੇ ਤੋਂ ਬਾਹਰ ਵੀ ਵੱਸਦੇ ਆ। ਠੀਕ ਹੈ, ਉਹਨਾਂ ਦੇ ਆਪਣੇ ਸੀਮਤ ਸਾਧਨ ਨੇ, ਸੀਮਤ ਵਸੀਲੇ ਨੇ, ਸੀਮਤ ਮੈਨ ਪਾਵਰ ਹੈ, ਪਰ ਦੂਸਰੇ ਪਾਸੇ ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਸਮੇਂ 'ਚ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਕੋਸ਼ਿਸ਼ ਵੀ ਅਜੇ ਤੱਕ ਸ਼ਬਦੀ ਬਿਆਨਾਂ ਤੱਕ ਸੀਮਤ ਹੈ। ਜੇ ਕਹੀਏ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਵਿਜ਼ਨ ਦਿੱਤਾ, ਅਜੇ 2-2.5 ਸਾਲ ਰਹਿੰਦੇ ਵਿਧਾਨ ਸਭਾ ਦੀਆਂ ਚੋਣਾਂ 'ਚ, ਇਹ ਲੋਕ ਉਡੀਕਦੇ ਕਿਉਂ ਆ? ਠੀਕ ਹੈ, ਸੁਖਪਾਲ ਸਿੰਘ ਖਹਿਰਾ ਪਹਿਲਾਂ ਲੀਡ ਕਰਦੇ ਸੀ, ਹੁਣ ਕਹਿੰਦੇ ਪ੍ਰਧਾਨ ਜਿਹੜਾ ਮਰਜ਼ੀ ਬਣਾਤਾ ਹੈ। ਇੱਕ ਕਮੇਟੀ ਵੀ ਬਣਾਤੀ ਸੀ ਪਿਛਲੇ ਸਮੇਂ 'ਚ ਕਿ ਆਪਾਂ ਇੱਕ ਪਾਰਟੀ ਬਣਾਉਣੀ ਹੈ, ਪਰ ਡਾਕਟਰ ਗਾਂਧੀ ਕਹਿੰਦੇ ਆ ਕਿ ਭਾਈ ਹੁਣ ਬਹੁਤ ਕੁਝ ਬਦਲ ਚੁੱਕਿਆ, ਇੱਕ ਪਾਰਟੀ ਬਣਾਵਾਂਗੇ ਜ਼ਰੂਰ, ਪਰ ਉਹ ਪਾਰਟੀ ਜਿਹੜੀ ਹੈ ਕਿਵੇਂ ਬਣੂਗੀ, ਵਿਚਾਰਧਾਰਾ ਕੀ ਹੋਊਗੀ, ਉਹਦੇ ਬਾਰੇ ਵੇਖਾਂਗੇ। ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ, ਪੰਜਾਬ ਦੇ ਲੋਕਾਂ ਦੇ ਪਾਣੀ ਦੀ ਸਮੱਸਿਆ, ਮੌਨਸੂਨ ਘੱਟ ਹੋਈ ਹੈ, 20 ਤਰ੍ਹਾਂ ਦੀਆਂ ਸਮੱਸਿਆਵਾਂ ਹੋਰ ਨੇ, ਪਰ ਉਹਨਾਂ ਸਮੱਸਿਆਵਾਂ ਦੇ ਵੱਲ ਵਿਰੋਧੀ ਧਿਰਾਂ ਦਾ ਐਸਾ ਕੋਈ ਐਕਸ਼ਨ ਨਜ਼ਰ ਨਹੀਂ ਆਉਂਦਾ ਜਿਹਦੇ ਕਰਕੇ ਲੋਕਾਂ ਨੂੰ ਮਾੜੀ ਮੋਟੀ ਵੀ ਆਸ ਵੱਜੇ। ਬਾਠ ਸਾਹਿਬ, ਵੈਸੇ ਜੋ ਮੈਨੂੰ ਲੱਗਦੀ ਨਾ ਕਹਾਣੀ ਵੀ ਕਿਉਂ ਨਹੀਂ ਇਦਾਂ ਕਰਦੇ, ਇੱਕ ਤਾਂ ਆਪਾਂ ਲੱਗਦਾ ਵੋਟਾਂ ਕਰਕੇ, ਇੱਕ ਕਾਰਨ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਇਹ ਬਹੁਤੇ ਵਿਰੋਧੀ ਲੀਡਰ ਇਸ ਕਰਕੇ ਵੀ ਇਹ ਕੰਮ ਨਹੀਂ ਕਰਦੇ। ਉਹਨੂੰ ਪਤਾ ਵੀ ਜੇ ਆਪਾਂ ਹੁਣ ਚੇਤਾ ਕਰਾਤਾ, ਇਹ ਨਾ ਹੋਵੇ ਸਰਕਾਰ ਉਦੋਂ ਤੱਕ ਉਹਦਾ ਕੋਈ ਹੱਲ ਕਰ ਲਵੇ, ਤੇ ਫਿਰ ਵੋਟਾਂ ਦੇ ਨੇੜੇ ਜਾ ਕੇ ਅਸੀਂ ਮੁੱਦਾ ਕੀ ਬਣਾਵਾਂਗੇ, ਮੁੱਦਾ ਤਾਂ ਖਤਮ ਹੋ ਜੂ ਜੀ। ਅੱਛਾ, ਬੰਦਾ ਪੁੱਛੇ ਵੀ ਤੁਸੀਂ ਮੁੱਦਾ ਚੱਕੋ, ਮੁੱਦੇ ਦਾ ਰਿਕਾਰਡ ਰੱਖੋ। ਅੱਜ ਕੱਲ੍ਹ ਲੋਕਾਂ ਦੀ ਏਡੀ ਯਾਦਦਾਸ਼ਤ ਮਾੜੀ ਨਹੀਂ ਵੀ ਉਹ ਤੁਹਾਡੀ ਗੱਲ ਚੇਤੇ ਨਾ ਰੱਖਣ। ਤੁਸੀਂ ਇੱਕ ਮੁੱਦਾ ਚੱਕੋ, ਉਹਨੂੰ ਸਰਕਾਰ ਹੱਲ ਕਰੇ, ਤੁਸੀਂ ਦੂਜਾ ਚੱਕੋ, ਉਹਨੂੰ ਸਰਕਾਰ ਹੱਲ ਕਰੇ। ਇੱਕ ਤਾਂ ਲੋਕਾਂ ਦਾ ਫਾਇਦਾ, ਤੇ ਐਂਡ ਤੇ ਜਾ ਕੇ ਤੁਹਾਡੇ ਕੋਲ ਵੀ ਕਹਿਣ ਨੂੰ ਕੁਝ ਹੋਵੇ ਨਾ ਵੀ ਆਹ ਉਹ ਮਸਲੇ ਜੇ ਸਰਕਾਰ ਕਹਿੰਦੀ ਅਸੀਂ ਕੀਤੇ ਤਾਂ ਕਰਵਾਏ ਅਸੀਂ, ਤੇ ਜੇ ਅਸੀਂ ਕਰਵਾ ਸਕਦੇ ਸੀ, ਅਸੀਂ ਪਹਿਲਾਂ ਧਿਆਨ 'ਚ ਲਿਆ ਸਕਦੇ ਸੀ, ਤੇ ਹੁਣ ਮੌਕਾ ਸਾਨੂੰ ਦਿਓ। ਅੱਗੇ ਜਾ ਕੇ ਬੰਦਾ ਕਹਿ ਸਕਦਾ ਗੱਲ, ਪਰ ਜੇ ਉਸ ਪਾਸੇ ਤੁਰਨਾ ਹੀ ਨਹੀਂ, ਆਪਾਂ ਉਹ ਮੁੱਦਾ ਬਣਾ ਕੇ ਹੀ ਰੱਖਣਾ। ਜਿੱਦਾਂ ਪਹਿਲੀਆਂ ਜਿਹੜੀਆਂ ਪੁਸ਼ਤਾਂ ਹੁੰਦੀਆਂ ਸੀ, ਪੀੜ੍ਹੀਆਂ ਹੁੰਦੀਆਂ ਸੀ ਸਿਆਸੀ ਲੀਡਰਾਂ ਦੀਆਂ, ਉਹ ਚੰਡੀਗੜ੍ਹ ਪੰਜਾਬ ਨੂੰ ਆਉਂਦੀਆਂ ਨਹੀਂ ਆ, ਹੁਣ ਗਾਂਹ ਵਾਲੇ ਕੁਝ ਹੋਰ ਲੈ ਕੇ ਬੈਠੇ ਰਹਿਣਗੇ। ਦੇਖੋ ਸੰਧਾਲੀਆ ਸਾਹਿਬ, ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਮੁੱਦਾ ਚੱਕੀਏ, ਧਨ ਪੱਤਣ ਲਾਈਏ। ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਪਟਵਾਰੀਆਂ ਤੇ ਛਾਪੇ ਮਾਰੇ ਸੀ, ਮਿਲਕ ਪਲਾਂਟ ਤੇ ਛਾਪੇ ਮਾਰੇ ਸੀ, ਜਿਹੜੀਆਂ ਕੋਈ 2 ਵੀਲਰ ਜਾਂ 4 ਵੀਲਰ ਜਿਹੜੀਆਂ ਏਜੰਸੀਆਂ ਸੀ ਉਹਨਾਂ ਦੇ ਵਿੱਚ ਜਿਹੜੀ ਲੁੱਟ ਖਸੁੱਟ ਹੁੰਦੀ ਸੀ, ਛਾਪੇ ਮਾਰੇ। ਕੀ ਅੱਜ ਉਹ ਪੰਜਾਬ 'ਚ ਬੰਦ ਹੋ ਗਈ? ਇੱਕ ਵਾਰੀ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਰੇਤ ਮਾਫੀਆ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਚਲਾਇਆ ਸੀ। ਅੱਜ ਉਹ ਸੰਘਰਸ਼ ਕਿੱਥੇ? ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਗਲਤ ਕੀਤਾ ਸੀ, ਮਸਲਾ ਇਹ ਹੈ ਕਿ ਕਈ ਚੀਜ਼ਾਂ ਬੰਦੇ ਦੇ ਵਿੱਚੋਂ ਘਾਟਾਂ ਹੁੰਦੀਆਂ, ਕਮਜ਼ੋਰੀਆਂ ਹੁੰਦੀਆਂ, ਦੂਰ ਕਰਨੀਆਂ ਚਾਹੀਦੀਆਂ। ਤੁਸੀਂ ਮੁੱਦਾ ਚੁੱਕੋ, ਤਣ ਪੱਤਣ ਲਾਓ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਨਹੀਂ ਭਾਈ ਇਹ ਬੰਦਾ ਜਿਹਨੂੰ ਹੱਥ ਪਾ ਲੈਂਦਾ ਉਹ ਸਿਰੇ ਲਾਉਂਦਾ ਹੈ। ਹੁਣ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ, ਉਹ ਖਹਿਰਾ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਮੁਹਿੰਮ ਚਲਾਈ ਸੀ ਕਿ ਅਸੀਂ ਪ੍ਰਵਾਸੀ ਪੰਜਾਬੀਆਂ ਨਾਲ ਰਲ ਕੇ, ਜਾਂ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਆਤਮ ਹੱਤਿਆ ਕਰੀ ਜਾਂਦੇ ਆ, ਭਾਵੇਂ ਉਹ ਕਿਸਾਨ ਨੇ ਤੇ ਭਾਵੇਂ ਖੇਤ ਮਜ਼ਦੂਰ ਨੇ, ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਸਹਾਇਤਾ ਦੇਵਾਂਗੇ ਪ੍ਰਵਾਸੀਆਂ ਨਾਲ ਰਲ ਕੇ। ਅੱਜ ਉਹ ਸਕੀਮ ਕਿੱਥੇ ਹੈ? ਉਦੋਂ ਤਾਂ ਸੁਖਪਾਲ ਸਿੰਘ ਖਹਿਰਾ ਹੋਰੀ ਹਰ ਮਹੀਨੇ ਸ਼ਾਇਦ ਇੱਕ ਲਿਸਟ ਵੀ ਜਾਰੀ ਕਰਦੇ ਸੀ ਕਿ ਇੰਨੇ ਬੰਦਿਆਂ ਨੇ ਆਤਮ ਹੱਤਿਆ ਕਰ ਲਈ। ਦੇਖੋ, ਅਸੀਂ ਇਹ ਨਹੀਂ ਕਹਿੰਦੇ ਜਿੰਨਾ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਸਲਾਮ, ਜਿੰਨੀਆਂ ਲਿਸਟਾਂ ਬਣਾਤੀਆਂ ਠੀਕ ਹੈ, ਪਰ ਤੁਸੀਂ ਜੇ ਪ੍ਰਵਾਨਿਤ ਲੀਡਰ ਬਣਨਾ ਚਾਹੁੰਦੇ ਹੋ, ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਵਸਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲਗਾਤਾਰ ਕੰਮ ਕਰਨਾ ਪਊਗਾ। ਜਿਹੜੇ ਕੰਮ ਨੂੰ ਹੱਥ ਪਾ ਲਓ ਉਹਨੂੰ ਤਣ ਪੱਤਣ ਲਾਉਣਾ ਪਊਗਾ। ਹੁਣ ਦੇਖੋ ਹਾਲਾਤ ਇਸ ਵੇਲੇ ਕੀ ਨੇ। ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਦਿਨ 900 ਵੀ ਨਹੀਂ ਰਹਿ ਗਏ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ, 900 ਤੋਂ ਵੀ ਥੋੜ੍ਹੇ ਨੇ। ਪੰਜਾਬ ਦੇ ਪਿੰਡ 13,000 ਨੇ, ਪੰਜਾਬ ਦੇ ਵਿੱਚ 150-200 ਕਸਬਾ। ਉੱਥੋਂ ਦੇ ਲੋਕਾਂ ਨੂੰ ਜਾ ਕੇ ਕਿਵੇਂ ਮਿਲਣਾ? 2 ਕਰੋੜ ਲੋਕਾਂ ਤੱਕ ਪਹੁੰਚਣਾ, ਅਜੇ ਤੱਕ ਪਾਰਟੀ ਦਾ ਕੋਈ ਪਤਾ ਨਹੀਂ। ਪੰਜਾਬ ਦੇ ਵਿੱਚ ਸਰਕਾਰ ਦੀਆਂ ਨਾਕਾਮੀਆਂ ਕਿਵੇਂ ਲੈ ਕੇ ਆਉਣੀਆਂ? ਹੁਣ ਦੇਖੋ, ਬਿਜਲੀ ਵਿਭਾਗ ਦਾ ਕੋਈ ਮੰਤਰੀ ਨਹੀਂ, ਬਿਜਲੀ ਵਿਭਾਗ ਦੀਆਂ ਬਹੁਤ ਸਾਰੀਆਂ ਊਣਤਾਈਆਂ, ਲੋਕਾਂ ਦੇ ਘਰਾਂ ਦੇ ਵਿੱਚ
ਲਾਈਟ ਨਹੀਂ ਆਉਂਦੀ, ਹਨੇਰੀ ਬਾਅਦ ਚ ਆਉਂਦੀ ਆ, ਲਾਈਟ ਅਗਲੇ ਪਹਿਲਾਂ ਚੁੱਕ ਲੈਂਦੇ ਆ। ਕੀ ਇਸ ਮੁੱਦੇ ਦੇ ਉੱਤੇ ਤੱਤਾ ਸੰਘਰਸ਼ ਕੋਈ ਨਹੀਂ ਹੋ ਸਕਦਾ? ਕੀ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਨਹੀਂ ਇਸ ਵੇਲੇ ਹੈਗੇ, ਅਧਿਆਪਕ ਨਹੀਂ ਹੈਗੇ, ਲੈਕਚਰਰ ਨਹੀਂ ਹੈਗੇ, ਕਿ ਉਸ ਮੁੱਦੇ ਨੂੰ ਚੁੱਕਿਆ ਨਹੀਂ ਜਾ ਸਕਦਾ? ਪਿਛਲੇ ਸਮੇਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਵਧੀਆਂ ਹੋਈਆਂ ਫੀਸਾਂ ਦੇ ਮੁੱਦੇ ਤੇ ਬੜਾ ਰੌਲਾ ਪਾਇਆ ਸੀ। ਐਤਕੀ ਫੀਸਾਂ ਨਹੀਂ ਵਧੀਆਂ, ਐਤਕੀ ਦਰੀ ਨਹੀਂ ਵੇਚ ਸਕਦੀ, ਜਦ ਕਿ ਉਹਨਾਂ ਸਕੂਲਾਂ ਨੇ ਕਹਿਤਾ ਕਿ ਭਾਈ ਜਿੰਨੇ ਹੈਗੇ ਉਹਨੇ ਦੇ ਜਾਓ। ਸੋ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਆਪਣਾ ਹਿਸਾਬ ਕਿਤਾਬ ਸਮਝਣ, ਨਹੀਂ ਤਾਂ ਕਪਤਾਨ ਸਾਹਿਬ ਦਾ ਪੱਟਾਂ ਤੇ ਸਿਆਸੀ ਥਾਪੀਆਂ ਮਾਰਦੇ ਫਿਰਦੇ ਪਏ। ਨਹੀਂ, ਉਹ ਤਾਂ ਕੰਮ ਸੈੱਟ ਹੀ ਇਹਨਾਂ ਦਾ। ਨਾਲੇ ਦੂਜੇ ਪਾਸੇ ਇਹ ਵੀ ਗੱਲ ਆ ਨਾ, ਮੈਨੂੰ ਲੱਗਦਾ ਵੀ ਇਹ ਜੇ ਇਹਨਾਂ ਦਾ ਰਿਜ਼ਰਵ ਇਸੇ ਤਰ੍ਹਾਂ ਲੱਗਾ ਰਿਹਾ, ਸਕੂਟਰ ਜਿਹੜਾ ਅੰਦਰ ਡੱਕਿਆ ਤੂੜੀ ਵਾਲੇ ਆਪਾਂ ਉੱਥੋਂ ਨਹੀਂ ਕੱਢਣਾ, ਤੇ ਹੌਲੀ ਹੌਲੀ ਕੀ ਹੋਣਾ ਪਿਆ, ਗਰਮੀਆਂ ਤੁਹਾਨੂੰ ਪਤਾ ਭੂੰਡਾਂ ਦੀਆਂ ਖਾਖਰਾਂ ਲੱਗਦੀਆਂ ਹੁੰਦੀਆਂ, ਉਹ ਖਾਖਰਾਂ ਵੀ ਐਸੀਆਂ ਥਾਵਾਂ ਦੇ ਉੱਪਰ ਸੀਟਾਂ ਦੇ ਥੱਲੇ ਕਰਕੇ ਲੱਗਣੇ, ਜਿੱਦਾਂ ਇਹਨਾਂ ਨੇ ਸਕੂਟਰ ਟੇਢਾ ਕਰਕੇ ਚਲਾਉਣ ਦੀ ਕੋਸ਼ਿਸ਼ ਕੀਤੀ, ਅੰਦਰੋਂ ਨਹੀਂ ਕੱਢਿਆ ਜਾਣਾ, ਕਈ ਛੱਡ ਕੇ ਭੱਜਣਾ ਪੈਂਦਾ। ਹਾਂ, ਤੇ ਉਹ ਦੂਸਰੇ ਪਾਸੇ ਮੈਨੂੰ ਲੱਗਦਾ ਵੀ ਅਕਾਲੀ ਭਾਜਪਾ ਦੇ ਲਈ ਜਿਸ ਹਿਸਾਬ ਨਾਲ ਰਾਹ ਪੱਧਰਾ ਕਰੀ ਜਾਂਦੇ, ਜਿਸ ਹਿਸਾਬ ਨਾਲ ਉਹਨਾਂ ਨੇ ਹੁਣ ਆਪਣਾ ਸੈਂਟਰ ਦੇ ਹਿਸਾਬ ਨਾਲ ਸੈਟਿੰਗ ਕਰ ਲਈ ਹੈ ਵੀ ਪੂਰੇ ਇੰਡੀਆ ਦੇ ਵਿੱਚ ਆਪਾਂ ਰਾਜ ਕਰਨਾ, ਉਹਨਾਂ ਨੇ ਪੰਜਾਬ ਦੇ ਜਿਹੜੀ ਆਪਾਂ ਗੱਲ ਕਰਦੇ ਹਾਂ ਜੁਲਾਈ ਆ ਗਈ ਹੈ, 6 ਤੋਂ ਸ਼ੁਰੂ ਨਹੀਂ ਹੁੰਦੀ ਮੈਂਬਰਸ਼ਿਪ ਡਰਾਈਵ, 6 ਤੋਂ ਜਿੱਦਣ ਤੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਈ, ਉਸ ਤੋਂ ਬਾਅਦ ਹੌਲੀ ਇੱਕ ਹਵਾ ਜੀ ਬਣਨੀ ਸ਼ੁਰੂ ਹੋ ਜਾਣੀ। ਉਦਣ ਭਾਵੇਂ ਚੇਤਾ ਹੋਵੇ ਵੀ ਯਾਰ ਉਹ ਸਕੂਟਰ ਕਿੱਥੇ ਡੱਕਿਆ ਕੱਢੀਏ ਯਾਰ, ਆਪਾਂ ਨੂੰ ਗਿੜੀ ਦਈਏ, ਕੋਈ ਪਤਾ ਲੱਗੇ ਆਪਾਂ ਵੀ ਹੈਗੇ ਇੱਥੇ। ਤੇ ਮੁੜ ਕੇ ਪਤਾ ਲੱਗਦਾ ਹੁੰਦਾ ਕਿ ਭਾਈ ਟਾਇਰਾਂ ਦੇ ਵਿੱਚ ਵੀ ਹਵਾ ਹੈ ਨਹੀਂ, ਮੁੜ ਕੇ ਇਹ ਵੀ ਪਤਾ ਲੱਗਦਾ ਹੁੰਦਾ ਉਹ ਟਾਇਰ ਤਾਂ ਉਦੋਂ ਨਾ ਲੋਹੜੀ ਵਾਲੇ ਦਿਨ ਲਾ ਕੇ ਬਾਲ ਹੀ ਲਿਆ ਸੀ, ਹੁਣ ਨਵਾਂ ਲਿਆ ਕੇ ਪਾਉਣਾ ਪੈਣਾ। ਅੱਛਾ, ਆਪਾਂ ਇਹ ਵਿਰੋਧੀ ਧਿਰ ਦੀ ਗੱਲ ਕਰ ਲਈ, ਸਰਕਾਰ ਦੀ ਗੱਲ ਵੀ ਕਰ ਲਈ ਹੈ। ਸਰਕਾਰ ਦਾ ਟੋਟਲੀ ਰਿਜ਼ਰਵ ਲੱਗਾ ਪਿਆ ਇਸ ਵਕਤ, ਰਿਜ਼ਰਵ ਲੱਗਾ ਭਾਵੇਂ ਆਪਾਂ ਪੈਸੇ ਵਾਲੇ ਪਾਸੋਂ ਦੇਖ ਲਈਏ, ਰਿਜ਼ਰਵ ਲੱਗਾ ਇਸ ਵਕਤ ਭਾਵੇਂ ਆਪਾਂ ਜਿਹੜੇ ਉਹਨਾਂ ਦੇ ਮੈਨੀਫੈਸਟੋ ਵਾਲੇ ਵਾਅਦੇ ਸੀ ਉਹਨਾਂ ਦੀ ਗੱਲ ਕਰ ਲਈਏ, ਰਿਜ਼ਰਵ ਲੱਗਾ ਕਿ ਜਾਂ ਜੇ ਕੋਈ ਪਾਲਿਸੀ ਦੀ ਗੱਲ ਕਰਦੇ ਵੀ ਆਪਾਂ ਪੰਜਾਬ 'ਚ ਆਹ ਕੁਛ ਕਰਨਾ, ਤੇ ਫਿਰ ਉਹਨਾਂ ਨੂੰ ਚੇਤਾ ਆਉਂਦਾ ਉਹ ਯਾਰ ਇਹਦੇ ਮੰਤਰੀ ਸਾਹਿਬ ਤਾਂ ਦਿੱਲੀ ਬਹਿੰਦੇ ਆ, ਪਤਾ ਵੀ ਉੱਥੋਂ ਲੈ ਕੇ ਆਈਏ। ਮੰਤਰੀ ਸਾਹਿਬ ਕੋਲ ਜਾਂਦੇ ਉਹ ਕਹਿੰਦੇ ਠੀਕ ਹੈ ਗੁਲਦਸਤਾ ਦੇ ਜਾਓ, ਚਿੱਠੀ ਦੇ ਜਾਓ, ਬਾਕੀ ਆਪਾਂ ਸੋਚ ਕੇ ਦੱਸਾਂਗੇ। 5-4 ਮਹੀਨੇ ਜਦੋਂ ਪਤਾ ਕਰਦੇ ਨੇ, ਫਿਰ ਉਧਰ ਦੇ ਸੈਕਟਰੀ ਸਾਹਿਬ ਫੋਨ ਕਰਕੇ ਕਹਿੰਦੇ, ਉਹ ਕਹਿੰਦੇ ਰੁਪਈਆ ਅਸੀਂ ਦੇਣਾ 100, ਪਰ ਗੱਲ ਹੈ ਵੀ 100 ਤੁਹਾਨੂੰ ਵੀ ਪਾਉਣਾ ਪੈਣਾ। ਉਹ ਕਹਿੰਦੇ ਤੁਹਾਡੇ ਕੋਲ 100 ਹੈਗਾ, ਉਹ ਕਹਿੰਦੇ ਨਹੀਂ ਹੈਗਾ, ਫਿਰ ਕਹਿੰਦੇ ਰਹਿਣ ਦਿਓ, ਹਾਲ ਦੀ ਘੜੀ ਜੀ। ਬਸ ਇਸੇ ਚੱਕਰ 'ਚ ਪੈ ਰਹਿ ਗਿਆ ਕੰਮ। ਦੇਖੋ, ਪੰਜਾਬ ਦੀ ਸਰਕਾਰ ਦੇ ਹਾਲਾਤ ਬਹੁਤ ਬੁਰੇ ਨੇ। ਮੈਂ ਕਹਿੰਦਾ ਜੇ ਮਜ਼ਬੂਤ ਵਿਰੋਧੀ ਧਿਰ ਹੁੰਦੀ ਤਾਂ ਹੁਣ ਤੱਕ ਪੰਜਾਬ ਦੀ ਸਰਕਾਰ ਦਾ ਮੰਜਾ ਉਹਨਾਂ ਨੇ ਮੁੱਦਾ ਮਾਰ ਦੇਣਾ ਸੀ, ਜਿੱਦਾਂ ਦੇ ਹਾਲਾਤ ਨੇ। ਕਿਉਂਕਿ ਕਿੰਨੇ ਕੁ ਪਿੰਡ ਨੇ ਜਿਨ੍ਹਾਂ 'ਚ ਗਰਾਂਟਾਂ ਮਿਲੀਆਂ, ਛੱਪੜ ਕਹਿੰਦੇ ਆਪੇ ਸਾਫ਼ ਕਰ ਲਓ, ਨਾਲੀਆਂ ਕਹਿੰਦੇ ਆਪੇ ਬਣਾ ਲਓ, ਪ੍ਰਵਾਸੀਆਂ ਨੂੰ ਸੱਦਾ ਦੇ ਦਿੱਤਾ ਕਿ ਤੁਸੀਂ ਆਪੋ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰਨ ਦੇ ਲਈ, ਸਫਾਈ ਕਰਨ ਦੇ ਲਈ ਅੱਗੇ ਆਓ। ਪਰ ਸਰਕਾਰ ਦੇ ਕੋਲ ਕੀ ਹੈ? ਸਰਕਾਰ ਦੇ ਕੋਲ ਕਰਜ਼ੇ ਦੀਆਂ ਕਿਸ਼ਤਾਂ ਨੇ, ਸਰਕਾਰ ਦੇ ਕੋਲ 31,000 ਕਰੋੜ ਦਾ ਕਰਜ਼ਾ। ਇਸ ਕਰਕੇ ਸਰਕਾਰ ਬਹੁਤਾ ਕੁਝ ਕਰਨ ਦੇ ਸਮਰੱਥ ਹੀ ਨਹੀਂ। ਕੇਂਦਰ ਸਰਕਾਰ ਕੋਲ ਜਾਂਦੇ ਆ, ਪੈਕੇਜ ਮੰਗਦੇ ਆ। ਹੁਣ ਕੇਂਦਰ ਸਰਕਾਰ ਕੋਲ ਰਿੰਗ ਰੋਡ ਮੰਗਣ ਗਏ ਸੀ, ਉਹ ਤਕਰੀਬਨ ਗਡਕਰੀ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ। ਪਰ ਰਿੰਗ ਰੋਡ ਬਣਾਉਣ ਦੇ ਲਈ ਜਦੋਂ ਜ਼ਮੀਨ ਐਕਵਾਇਰ ਕਰਨੀ ਆ, ਉਹਨਾਂ ਨੇ ਇੱਕ ਸ਼ਰਤ ਜੀ ਇਦਾਂ ਦੀ ਵੀ ਰੱਖ ਦੇਣੀ ਕਿ ਭਾਈ ਜਿੰਨੀ ਜ਼ਮੀਨ ਐਕਵਾਇਰ ਕਰਨੀ ਪੈਸੇ ਤੁਸੀਂ ਦਿਓ। ਉਹ ਕਿੱਥੋਂ ਦੇਣੇ ਆ? ਉਹਦਾ ਵੀ ਰੌਲਾ ਪੈ ਜਾਣਾ। ਸੋ ਬਹੁਤੇ ਵਿਕਾਸ ਦੇ ਕੰਮ ਜਿਹੜੇ ਰੁਕੇ ਹੋਏ ਨੇ, ਕੋਈ ਬਹੁਤੇ ਜ਼ਿਆਦਾ ਨਵੇਂ ਪ੍ਰੋਜੈਕਟ ਨਹੀਂ ਲੱਗ ਰਿਹਾ, ਕੋਈ ਬਹੁਤੇ ਜ਼ਿਆਦਾ ਰੁਜ਼ਗਾਰ ਦੇ ਵਸੀਲੇ ਨਹੀਂ ਆ ਰਹੇ। ਪਰ ਕਿਉਂਕਿ ਵਿਰੋਧੀ ਧਿਰ ਕਮਜ਼ੋਰ ਹੈ, ਕੋਈ ਬੱਝਮਾ ਸੰਘਰਸ਼ ਨਹੀਂ ਇਸ ਲਈ ਕੀਤਾ ਜਾ ਰਿਹਾ, ਇਸ ਕਰਕੇ ਸਰਕਾਰ ਕੁਝ ਨਾ ਕਰਕੇ ਵੀ ਐ ਮਹਿਸੂਸ ਕਰਦੀ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ। ਦੋ ਗੱਲਾਂ ਐਵੇਂ ਹਾਈਪੋਥੈਟੀਕਲ ਜੀਆਂ, ਜਿਹੜੀਆਂ ਵਿਰੋਧੀ ਧਿਰ ਆਪਾਂ ਸੋਚ ਰਹੇ ਵੀ ਸ਼ਾਇਦ ਉਹਨਾਂ ਦਾ ਪੀਡੀਏ ਬਣ ਜੇ, ਜਾਂ ਪੀੜੀ ਨਹੀਂ ਡੈਂਦੀ ਤਾਂ ਮੰਜਾ ਡਹਿ ਜੇ, ਮੰਜਾ ਨਹੀਂ ਡੈਂਦਾ ਤਾਂ ਫਿਰ ਕਿਤੇ ਨਾ ਕਿਤੇ 4 ਇੱਟਾਂ ਰੱਖ ਕੇ ਬਹਿ ਜਾਈਏ। ਕਿਤੇ ਇਹ ਤਾਂ ਨਹੀਂ ਉਡੀਕਦੇ ਜਿਹੜੀ ਪਿਛਲੇ ਦਿਨਾਂ 'ਚ ਆਪਾਂ ਚਰਚਾ ਕਰਦੇ ਸੀ ਕਿ ਭਾਜਪਾ ਵੀ ਹੁਣ ਮੋੜਾ ਕੱਟ ਰਹੀ ਹੈ ਵੀ ਜੇ ਆਪਾਂ ਨੂੰ ਕੋਈ ਨਵੇਂ ਭਾਈਵਾਲ, ਨਵੇਂ ਚਿਹਰੇ ਲੱਭਦੇ ਆ ਮੈਂਬਰਸ਼ਿਪ ਡਰਾਈਵ 'ਚ, ਤੇ ਆਪਾਂ ਇੱਕ ਨਵਾਂ ਟੈਂਪੂ ਪਾ ਲਈਏ। ਤੇ ਇਹ ਨਾ ਹੋਵੇ ਕਿ ਜਿਹੜੇ ਬੰਦੇ ਉਦੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ, ਜਦੋਂ ਉਹਨਾਂ ਨੇ ਮਤਲਬ ਰਿਕਸ਼ਾ ਲਿਆਂਦਾ ਸੀ ਨਵਾਂ, ਤੇ ਇੱਧਰੋਂ ਹੁਣ ਜੇ ਨਵਾਂ ਟੈਂਪੂ ਆਉਂਦਾ ਤੇ ਉਹ ਇੱਧਰ ਨੂੰ ਉਡਾਰੀ ਮਾਰਨੀ ਸ਼ੁਰੂ ਕਰ ਦੇਣ। ਇਸ ਕਰਕੇ ਤੇ ਨਾ ਉਡੀਕਦੇ ਕਿਤੇ ਵੀ ਯਾਰ ਨਵਾਂ ਠਾਪਾ ਤੇ ਲਵਾ ਲਈਏ, ਕੀ ਪਤਾ ਜੇਬ ਤੇ ਕਮਲ ਦੇ ਫੁੱਲ ਤੋਂ ਬਾਅਦ ਆਪਾਂ ਭਾਸ਼ਣ ਸੁਣਨੇ ਹੋਣ। ਦੇਖੋ, ਇਸ ਗੱਲ ਦੀ ਚਰਚਾ ਤਾਂ ਚੱਲਦੀ ਹੈ ਕਿ 4-5 ਲੀਡਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਵਿਸ਼ੇਸ਼ ਕਿਸਮ ਦਾ ਸਿੰਬਲ ਵਾਲਾ ਪਰਨਾ ਉਹ ਗਲ ਦੇ ਵਿੱਚ ਪਾਉਣ ਨੂੰ ਫਿਰਦੇ ਆ। ਬੀਜੇਪੀ ਅਜੇ ਦੇਖ ਰਹੀ ਹੈ ਕਿ ਹਾਲਾਤ ਕਿੱਧਰ ਨੂੰ ਪਾਸੇ, ਕਿਉਂਕਿ ਉਹਨਾਂ ਨੂੰ ਰਾਜ ਸਭਾ ਦੀਆਂ ਕੁਝ ਸੀਟਾਂ ਦੀ ਲੋੜ ਹੈ ਅਜੇ ਸਾਲ ਕੁ ਦੇ ਵਿੱਚ ਉਹਨਾਂ ਰਾਜ ਸਭਾ ਦੇ ਵਿੱਚ ਵੀ ਆਪਣੇ ਪੈਰਾਂ ਸਿਰ ਹੋ ਜਾਣਾ, ਫਿਰ ਬਹੁਤੀ ਕਿਸੇ ਦੀ ਲੋੜ ਨਹੀਂ। ਹੁਣ ਅਕਾਲੀ ਦਲ ਟਕਸਾਲੀ ਹੈ। ਦੇਖੋ, 4-5 ਵੱਡੇ ਲੀਡਰ ਨੇ, ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਚੁੱਪ ਨੇ, ਕੋਈ ਪ੍ਰੋਗਰਾਮ ਨਹੀਂ ਦਿੱਤਾ, ਕੋਈ ਏਜੰਡਾ ਨਹੀਂ ਦਿੱਤਾ, ਕੋਈ ਕਿਰਿਆ ਨਹੀਂ, ਕੋਈ ਪ੍ਰਤੀਕਿਰਿਆ ਨਹੀਂ, ਕੋਈ ਲੋਕਾਂ 'ਚ ਨਹੀਂ ਜਾ ਰਹੇ। ਜਿਹੜੇ ਬੰਦੇ ਲੋਕਾਂ 'ਚ ਨਹੀਂ ਜਾ ਰਹੇ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਜਾਣਾ ਹੀ ਹੈ। ਇਸੇ ਤਰੀਕੇ ਆਮ ਆਦਮੀ ਪਾਰਟੀ ਦੇ ਵੀ ਕਈ ਲੀਡਰ ਹੈ। ਹੁਣ ਕਾਂਗਰਸ ਦੇ ਵਿੱਚ ਉਹਨਾਂ ਦੇ ਕਈ ਬੰਦੇ ਚਲੇ ਗਏ, ਪਰ ਕਈਆਂ ਨੂੰ ਹੁਣ ਭਾਜਪਾ ਚੰਗੀ ਲੱਗਣੀ ਹੈ ਕਿ ਭਾਈ ਕਾਂਗਰਸ ਦੇ ਵਿੱਚ ਜਾ ਕੇ ਤਾਂ ਉਹਨਾਂ ਦੀ ਸੂਬੇ 'ਚ ਹੀ ਸਰਕਾਰ ਹੈ, ਅਗਲੀ ਵਾਰੀ ਪਤਾ ਨਹੀਂ ਕੀ ਹੋਣਾ। ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਦੇਰ ਸਵੇਰ ਕਿਤੇ ਨਾ ਕਿਤੇ ਤਾਂ ਸੱਤਾ ਦੇ ਵਿੱਚ ਰਿਹਾ ਹੀ ਕਰਨਾ। ਹੁਣ ਕਈਆਂ ਨੂੰ ਇਹ ਵੀ ਲੱਗਦਾ ਹੈ ਕਿ ਜੇ ਹੰਸਰਾਜ ਹੰਸ ਅਕਾਲੀਆਂ 'ਚੋਂ ਕਾਂਗਰਸ 'ਚੋਂ ਬੀਜੇਪੀ, ਤੇ ਬੀਜੇਪੀ ਜਾ ਕੇ 5 ਲੱਖ ਵੋਟਾਂ ਦੀ ਲੀਡ ਦੇ ਨਾਲ MP ਬਣ ਸਕਦਾ, ਤੇ ਸਾਨੂੰ ਕਿਹੜਾ ਇਸ ਵੇਲੇ ਹੋਰ ਕੁਝ ਹੋਇਆ ਪਿਆ। ਅਸੀਂ ਵੀ ਅਗਲੇ ਜਿਹੜੇ ਹੰਸਰਾਜ ਹੰਸ ਬਣਨ ਨੂੰ ਤਿਆਰ ਹਾਂ।
ਨਾਲੇ ਗੱਲ ਪਤਾ ਕਿ ਹੰਸਰਾਜ ਹੰਸੂਰਾਂ ਦੇ ਕੇਸ ਤਾਂ ਉਹਨਾਂ ਨੇ ਇਹ ਵੀ ਦੇਖ ਲੈਣਾ ਵੀ ਮੋਸਟਲੀ ਕੀ ਹੁੰਦਾ ਵੀ ਇੱਕ ਲੀਡਰ ਚੰਗਾ ਬੁਲਾਰਾ ਚਾਹੀਦਾ। ਮੀਡੀਆ ਨੇ ਜਦੋਂ ਗੱਲ ਕਰੇ ਤੇ ਗੱਲ ਐ ਠੋਕ ਕੇ ਕਰੇ ਵੀ ਅਗਲਾ ਬੰਦਾ ਕਹੇ ਯਾਰ ਕਿਆ ਗੱਲ ਕੀਤੀ ਹੈ। ਤੇ ਪਿਛਲੇ ਸਮੇਂ 'ਚ ਹੰਸਰਾਜ ਹੰਸੂਰਾਂ ਦੀਆਂ ਜਿੱਦਾਂ ਦੀਆਂ ਵੀਡੀਓਜ਼ ਆਈਆਂ ਉਹਦੇ ਬਾਵਜੂਦ ਵੀ ਜੇ 5 ਲੱਖ ਤੋਂ ਵੱਧ ਦੀ ਲੀਡ ਨਾਲ ਉਹ ਜਿੱਤਦੇ ਨੇ ਤੇ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਜਮਾਂ ਹੰਸਰਾਜ ਹੰਸੂਰਾਂ ਨੂੰ ਖੱਬੇ ਮੋਢੇ ਦੇ ਨਾਲ ਬਿਠਾਉਂਦੇ ਨੇ ਉੱਥੋਂ ਦੇ ਪ੍ਰਧਾਨ ਸਾਹਿਬ। ਤੇ ਉਸ ਤੋਂ ਬਾਅਦ ਤਾਂ ਕਈਆਂ ਦੇ ਮੇਰੇ ਖਿਆਲ ਨਾਲ ਸੋਚਣਾ ਵੀ ਯਾਰ ਭਰਾਵਾ ਜੇ ਹੰਸਰਾਜ ਹੰਸੂਰ ਯਾਦ ਹੈ ਫਿਰ ਮੈਂ ਤੇ ਉਹਦੇ ਨਾਲ ਸੈਟੀਆਂ ਕੰਮ ਆ ਜੀ। ਭਾਈ ਇੱਕ ਗੱਲ ਦਾ ਚੇਤਾ ਰੱਖ ਲੈਣ ਸਾਡੇ ਲੀਡਰ ਸਾਹਿਬਾਨ ਜਿਹੜੀਆਂ ਛੋਟੀਆਂ ਪਾਰਟੀਆਂ ਜਿਹੜੇ ਜਾਣ ਨੂੰ ਫਿਰਦੇ ਆ, ਇਦਾਂ ਨਾ ਕਰਿਓ ਕਿ ਹੰਸਰਾਜ ਹੰਸਾਂ ਨੂੰ ਸਟੇਜ ਤੋਂ ਛਾਲਾ ਮਾਰਨਾ ਪਈ। ਛਾਲਾ ਮਾਰਨ ਕਰਕੇ ਨਹੀਂ ਬੀਜੇਪੀ ਨੇ ਉਹਨਾਂ ਨੂੰ ਲਿਆ, ਕਿਉਂਕਿ ਉਹ ਕਲਾਕਾਰ ਵੀ ਸੀ, ਲੋਕ ਉਹਨਾਂ ਨੂੰ ਜਾਣਦੇ ਵੀ ਸੀ। ਇਹ ਨਾ ਹੋਵੇ ਪਤਾ ਲੱਗੇ ਸਵੇਰ ਨੂੰ 5-7 ਬੰਦੇ, ਅੱਛਾ 4 ਫੁੱਟ ਦੀ ਸਟੇਜ ਹੁੰਦੀ ਹੈ, ਛਾਲ ਕਿਵੇਂ ਮਾਰਨੀ ਹੈ, ਛਾਲ ਮਾਰ ਕੇ ਵੀ ਡਿੱਗਣੋਂ ਬਚਣਾ ਕਿਵੇਂ ਹੈ। ਗੱਲ ਇਹ ਆ ਵੀ ਹੰਸਰਾਜ ਹੰਸੂਰਾਂ ਦੇ ਨਾਂ ਨਾਲ ਵੀ ਪਦਮ ਸ਼੍ਰੀ ਲੱਗਦਾ ਜੀ। ਜੇ ਤੁਹਾਨੂੰ ਯਾਦ ਹੋਏ ਤੇ ਪਦਮ ਸ਼੍ਰੀ ਪਿਛਲੇ ਸਮੇਂ ਦੇ ਵਿੱਚ ਕੁਝ ਪੰਜਾਬ 'ਚ ਹੋਰਨਾਂ ਲੋਕਾਂ ਨੂੰ ਵੀ ਮਿਲਿਆ। ਦੇਖੋ ਮੈਂ ਨਹੀਂ ਕਹਿੰਦਾ ਵੀ ਇਹਦੇ 'ਚ ਕੋਈ ਆਪਾਂ ਨੂੰ ਉੱਦਾਂ ਸੋਚਣਾ ਚਾਹੀਦਾ, ਮੈਂ ਵੈਸੇ ਗੱਲ ਕੀਤੀ। ਕੋਈ ਵੀ ਨਹੀਂ ਕਹਿੰਦਾ, ਨਾ ਕਿਸੇ ਨੂੰ ਮੰਨਣਾ ਚਾਹੀਦਾ। ਹਾਂ ਜੇ ਕਿਤੇ ਉਹ ਗੱਲਾਂ ਬਾਤਾਂ ਹੋ ਜਾਣਗੀਆਂ ਫਿਰ ਆਪਾਂ ਚੇਤੇ ਕਰ ਲਾਂਗੇ, ਉਦੋਂ ਭਾਈ ਕਹਿੰਦੇ ਤਾਂ ਸੀਗੇ ਆਪਾਂ। ਬਾਕੀ ਇਦਾਂ ਆ ਭਾਈ ਸਿਆਸਤ ਦੇ ਵਿੱਚ ਤਾਂ ਉਹ ਇੱਕ ਬੀਬੀ ਹੁੰਦੀ ਸੀ ਪੁਰਾਣੇ ਸਮੇਂ 'ਚ, ਉਹਨੇ ਟੋਕਰੇ ਦੇ ਵਿੱਚ ਸਮਾਨ ਬਹੁਤ ਸਾਰਾ ਰੱਖਿਆ ਹੁੰਦਾ। ਉਦੋਂ ਦੁਕਾਨਾਂ ਸ਼ਾਪਿੰਗ ਮਾਲਸ ਵਗੈਰਾ ਨਹੀਂ ਸੀ ਹੁੰਦੇ, ਤੇ ਉਸ ਬੀਬੀ ਨੇ ਜਦੋਂ ਟੋਕਰਾ ਲਾ ਕੇ ਥੱਲੇ ਰੱਖਣਾ ਤਾਂ ਨਿੱਕੇ ਨਿਆਣੇ ਕੋਲ ਪੈਸੇ ਹੁੰਦੇ ਸੀ, ਨਾਲੇ ਉਹਨਾਂ ਨੇ ਬੀਬੀ ਦੇ ਮੂੰਹਾਂ ਨੂੰ ਦੇਖੀ ਜਾਣਾ, ਨਾਲੇ ਕਦੇ ਉਹਨਾਂ ਨੂੰ ਟਰੱਕ ਚੰਗਾ ਲੱਗਣਾ, ਨਾਲੇ ਕਦੇ ਸਾਈਕਲ ਚੰਗਾ ਲੱਗਣਾ। ਹੁਣ ਜਿਹਨਾਂ ਨੂੰ ਵੱਡੇ ਵੱਡੇ ਅਵਾਰਡ ਮਿਲੇ ਨੇ ਜਾਂ ਕਈ ਕੁਛ ਮਿਲਿਆ, ਉਹ ਹੁਣ ਸਿਆਸਤਦਾਨਾਂ ਦੇ ਟੋਕਰੇ 'ਚ ਵੇਖ ਰਹੇ ਨੇ ਕਿ ਭਾਈ ਇਸ ਟੋਕਰੇ ਦੀ ਆਹ ਚੀਜ਼ ਚੱਕਾਂ ਜਾਂ ਉਹ ਚੀਜ਼ ਚੱਕਾਂ, ਖੇਡਾਂ ਨੂੰ ਕੁਝ ਨਾ ਕੋਈ ਮਿਲ ਹੀ ਜਾਣਾ ਉਹਨਾਂ ਨੂੰ। ਅਸੀਂ ਦੱਸ ਦਈਏ ਜੀ ਵੀ ਆਹ ਜਿਹੜੀ ਵਿਚਾਰ ਚਰਚਾ ਅਸੀਂ ਕਰ ਰਹੇ ਸੀ ਕਿ ਜੇ ਪੰਜਾਬ ਸਰਕਾਰ ਵੇਨੇ ਆ ਉਹਦੇ ਕੋਲ ਵੀ ਕੋਈ ਪ੍ਰੋਗਰਾਮ ਹੈ ਨਹੀਂ ਪੰਜਾਬ ਦੇ ਲਈ, ਤੇ ਪੰਜਾਬ ਦੇ ਨਿਆਣੇ ਵੇਨੇ ਆ ਤੇ ਉਹ ਕਾਲਜਾਂ ਜਾਣ ਦੀ ਬਜਾਏ IELTS ਕੇਂਦਰਾਂ ਤੋਂ ਕੋਚਿੰਗ ਲੈ ਕੇ ਤੇ ਏਜੰਟਾਂ ਨੂੰ ਪਾਸਪੋਰਟ ਦੇਈ ਬੈਠੇ ਆ। ਜੇ ਵਿਰੋਧੀ ਤਰ੍ਹਾਂ ਦੀ ਗੱਲ ਕਰਦੇ ਆ ਤੇ ਅੰਦਰੋਂ ਨਿਕਲ ਕੇ ਰਾਜ਼ੀ ਨਹੀਂ ਹੈਗੇ। ਸੋ ਇਹਨਾਂ ਹਾਲਾਤਾਂ 'ਚ ਬਣੂਗਾ ਕਿ ਪੰਜਾਬ ਦਾ ਇਹ ਤਾਂ ਹੁਣ ਰੱਬ ਹੀ ਵਾਲੀ ਹੈ ਜੀ। ਤੇ ਵਾਰ ਸਾਹਿਬ ਆਪਾਂ ਥੋੜ੍ਹੀ ਜਿਹੀ ਝਾਤੀ ਹੋਰ ਮਾਰ ਲਈਏ, 2-4 ਖਬਰਾਂ ਚੰਗੀਆਂ ਕਰਨ ਵਾਲੀਆਂ ਨੇ। ਇੱਕ ਤਾਂ ਭਗਵੰਤ ਮਾਨ ਹੋਰੀ ਫਿਰ ਤੋਂ ਲੋਕ ਸਭਾ ਦੇ ਵਿੱਚ ਬੰਦਾ ਗੱਜਿਆ। ਮੈਂ ਸਟਾਰਟਿੰਗ 'ਚ ਗੱਲ ਕੀਤੀ ਨਾ ਵੀ ਆਮ ਆਦਮੀ ਪਾਰਟੀ ਨੂੰ ਲੱਗਦਾ ਵੀ ਹੁਣ ਸਮਝ ਆਈ ਆ ਵੀ ਨਹੀਂ ਯਾਰ ਲੋਕਾਂ ਦੀ ਗੱਲ ਕਰਨੀ ਪੈਣੀ। ਉਹਨਾਂ ਮਜ਼ਦੂਰੀ ਦੀ ਗੱਲ ਕੀਤੀ ਵੀ ਉਹ ਬਹੁਤ ਘੱਟ ਹੈ ਜੀ, ਵਧਾਉਣ ਦੀ ਲੋੜ ਹੈ। ਤੇ ਦੂਸਰੇ ਪਾਸੇ ਕੱਲ੍ਹ ਦੇ ਦਿਨ ਦੇ ਵਿੱਚ ਹੀ ਮੇਰੇ ਖਿਆਲ ਨਾਲ ਸੰਜੇ ਸਿੰਘ ਹੋਰਾਂ ਨੂੰ ਰਾਜ ਸਭਾ 'ਚ ਮੌਕਾ ਮਿਲ ਗਿਆ ਤੇ ਉਹਨਾਂ ਨੇ ਜਿਉਂ ਪੋਤੜੇ ਫਲੋਲਣੇ ਸ਼ੁਰੂ ਕੀਤੇ ਕਿ ਤੁਸੀਂ ਰਾਸ਼ਟਰਪਤੀ ਸਾਹਿਬ ਦੇ ਭਾਸ਼ਣ ਦਾ, ਕਿਉਂਕਿ ਧੰਨਵਾਦ ਮਤੇ ਦੇ ਉੱਪਰ ਬੋਲਦੇ ਪਏ ਸੀ, ਤਾਂ ਉਹਦੇ 'ਚ ਉਹਨਾਂ ਨੇ ਜਿਹੜਾ 12ਵਾਂ ਪੁਆਇੰਟ ਸੀ ਉਹਨੂੰ ਚੱਕ ਕੇ ਬਖੀਏ ਉਧੇੜ ਦਿੱਤੇ ਵੀ ਤੁਸੀਂ ਕਹਿੰਦੇ 2014 ਤੋਂ ਭਾਰਤ ਨਿਰਮਾਣ ਹੋਣ ਲੱਗਾ। ਕੀ ਗੱਲ ਉਦੋਂ ਪਹਿਲਾਂ ਪੰਜਾਬ ਭਾਰਤ 'ਚ ਹੁੰਦਾ ਹੀ ਕੋਈ ਨਹੀਂ ਸੀ। ਦੇਖੋ ਦੋਨੇ ਲੀਡਰ ਆਮ ਆਦਮੀ ਪਾਰਟੀ ਦੇ ਨੇ, ਦੋਵਾਂ ਨੇ ਕੱਲ ਵਧੀਆ ਕੰਮ ਕੀਤਾ। ਕੱਲ ਪਹਿਲੀ ਵਾਰੀ ਐਂ ਲੱਗਾ ਕਿ ਐਵੇਂ ਨਹੀਂ ਕੇਜਰੀਵਾਲ ਸੰਜੇ ਸਿੰਘ ਨੂੰ ਨਾਲ ਨਾਲ ਰੱਖਦੇ, ਐਵੇਂ ਨਹੀਂ ਕਹਿੰਦੇ ਕਿ ਸਾਈਕਲ ਦੀ ਪਿਛਲੀ ਸੀਟ ਦੇ ਉੱਤੇ ਭਾਈ ਤੂੰ ਬਹਿਣਾ ਤੇ ਮੂਹਰਲੇ ਪਾਸਿਓਂ ਆਪਾਂ ਡੰਡਾ ਲਵਾਇਆ ਹੀ ਨਹੀਂਗਾ, ਦੋਵਾਂ ਨੇ ਜਾਣਾ ਕਲੀਅਰ ਤੇ ਟੱਲੀਆਂ ਵਜਾਉਂਦਾ ਜਾਊਂ। ਹੁਣ ਕੱਲ ਜਿਹੜੀਆਂ ਟੱਲੀਆਂ ਰਾਜ ਸਭਾ ਦੇ ਵਿੱਚ ਸੰਜੇ ਸਿੰਘ ਨੇ ਵਜਾਈਆਂ ਉਹ ਵਧੀਆ ਸੀ। ਦੇਖੋ ਉਹ ਬੰਦਾ ਦਿਲ ਦਾ ਕਿੱਦਾਂ ਦਾ, ਉਹ ਬੰਦਾ ਵਿਹਾਰ ਦਾ ਕਿੱਦਾਂ ਦਾ ਸਾਨੂੰ ਨਹੀਂ ਪਤਾ, ਪਰ ਕੱਲ ਜਿਸ ਤਰੀਕੇ ਭਾਰਤ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੇ ਵਿੱਚ ਆਪਸੀ ਮੇਲ ਮਿਲਾਪ ਦੀ ਗੱਲ ਕੀਤੀ, ਜਿਸ ਤਰੀਕੇ ਉਹਨਾਂ ਨੇ ਮੌਜੂਦਾ ਸਰਕਾਰ ਦੀਆਂ ਕੁਝ ਇੱਕ ਗੱਲਾਂ ਦੇ ਉੱਤੇ ਤਿੱਖੀਆਂ ਟਿੱਪਣੀਆਂ ਕੀਤੀਆਂ, ਤੇ ਜਿਸ ਤਰੀਕੇ ਉਹਨਾਂ ਨੇ ਸ਼ਾਇਰੀ ਦਾ ਪ੍ਰਯੋਗ ਕੀਤਾ, ਉਹਨੂੰ ਦੇਖਦਿਆਂ ਲੱਗਦਾ ਸੀ ਕਿ ਜਿਵੇਂ ਇੱਕ ਬਹੁਤ ਠੋਕ ਵਜਾ ਕੇ ਭਾਸ਼ਣ ਦੇਣ ਵਾਲਾ ਬੰਦਾ ਹੁੰਦਾ। ਤੇ ਜੇ ਇਦਾਂ ਹੀ ਉਹ ਕੰਮ ਕਰਦੇ ਰਹੇ ਤਾਂ ਮੈਨੂੰ ਲੱਗਦਾ ਕਿ ਚੇਤੇ ਰੱਖਿਆ ਜਾਊਗਾ ਕਿ ਭਾਈ ਸੰਜੇ ਸਿੰਘ ਦਾ ਵੀ ਰਾਜ ਸਭਾ ਦੇ ਮੈਂਬਰ ਦੇ ਰੂਪ 'ਚ ਕਾਰਜਕਾਲ ਸੀ, ਜਿਵੇਂ ਉਹਨਾਂ ਨੂੰ ਪੰਜਾਬ ਦੇ ਵਿੱਚ ਇੰਚਾਰਜ ਦੇ ਤੌਰ 'ਤੇ ਚੇਤੇ ਰੱਖਿਆ ਜਾਂਦਾ। ਚੇਤੇ ਤਾਂ ਰੱਖਿਆ ਜਾ ਰਿਹਾ ਨੇ, ਭਾਵੇਂ ਕਿਸੇ ਤਰੀਕੇ ਚੇਤੇ ਰੱਖਿਆ ਜਾ ਰਿਹਾ। ਹੁਣ ਭਗਵੰਤ ਮਾਨ ਦੀ ਗੱਲ ਹੈ, ਲੋਕ ਸਭਾ 'ਚ ਸੀ ਉਹ, ਉਹਨਾਂ ਨੂੰ ਮੇਰੇ ਹਿਸਾਬ ਨਾਲ ਦੂਸਰੀ ਤੀਸਰੀ ਵਾਰੀ ਮੌਕਾ ਮਿਲ ਗਿਆ ਬੋਲਣ ਦਾ। ਕੱਲ੍ਹ ਉਹਨਾਂ ਨੇ ਮਨਰੇਗਾ ਵਾਲੇ ਮਜ਼ਦੂਰਾਂ ਦੀ ਗੱਲ ਕੀਤੀ। ਉਹ ਕਹਿੰਦੇ ਜੀ ਦੇਖੋ ਮੈਂ ਧੰਨਵਾਦ ਕਰਦਾ ਸਰਕਾਰ ਦਾ, ਕਮਾਲ ਕਰਤੀ ਸਰਕਾਰ ਨੇ। ਸਾਰੇ ਮੈਂਬਰ ਹੈਰਾਨ ਹੋ ਗਏ ਕਿ ਸਰਕਾਰ ਦੀ ਸਿਫਤ। ਕਹਿੰਦੇ 240 ਰੁਪਈਏ ਮਜ਼ਦੂਰੀ ਸੀ, ਧੰਨਵਾਦ ਸਰਕਾਰ ਦਾ, ਇਹਨਾਂ ਨੇ 241 ਰੁਪਏ ਕਰਤੀ, ਰੁਪਈਆ ਵਧਾਤਾ ਕਹਿੰਦੇ ਇਕੱਠਾ ਹੀ। ਮੈਂ ਕਹਿੰਦੇ ਕਈ ਮਜ਼ਦੂਰਾਂ ਨੂੰ ਮਿਲਿਆ ਤੇ ਮਜ਼ਦੂਰ ਤਿਆਰ ਨੇ ਕਿ ਜੇ ਕਪਤਾਨ ਸਾਹਿਬ ਕੋਲ ਪੈਸੇ ਹੈ ਨਹੀਂ, ਅਸੀਂ ਦਿਹਾੜੀ ਦੇ ਵਿੱਚੋਂ 5 ਰੁਪਏ ਇਹਨਾਂ ਨੂੰ ਦੇ ਦਿਆ ਕਰਾਂਗੇ, ਸਾਨੂੰ 1 ਰੁਪਈਆ ਬੇਸ਼ੱਕ ਉਹ ਨਾ ਦੇਣ। ਹੁਣ ਉਹਨਾਂ ਨੇ ਕਿਹਾ ਕਿ 1 ਰੁਪਈਆ ਪ੍ਰਤੀ ਦਿਨ ਮਜ਼ਦੂਰੀ ਦੀ ਦਰ ਦੇ ਵਿੱਚ ਵਾਧਾ ਕਰਨਾ ਇਹ ਬਹੁਤ ਵੱਡਾ ਕੋਝਾ ਮਜ਼ਾਕ ਹੈ। ਹਾਲਾਂਕਿ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਜਿੱਤੇ ਨੇ ਐਤਕੀ ਕਾਂਗਰਸ ਤੇ, ਉਹਨਾਂ ਨੇ ਉਸੇ ਵੇਲੇ ਇਤਰਾਜ਼ ਕੀਤਾ। ਉਹ ਕਹਿੰਦੇ ਇਹਦਾ ਹੈ ਹੀ ਕੇਂਦਰ ਸਰਕਾਰ ਦੀ ਸਕੀਮ ਹੈ, ਤੁਸੀਂ ਸਾਡੇ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇਲਜ਼ਾਮ ਕਿਉਂ ਲਾਈ ਜਾਂਦੇ ਕਿ ਭਾਈ ਉਹਨਾਂ ਨੇ ਵਧਾਇਆ? ਇਹ ਤਾਂ ਸਾਰੀ ਭਾਰਤ ਦੇ ਵਿੱਚ ਕੇਂਦਰ ਸਰਕਾਰ ਇਹਦੀ ਮਜ਼ਦੂਰੀ ਤੈਅ ਕਰਦੀ ਹੈ, ਤੁਸੀਂ ਇਦਾਂ ਨਹੀਂ ਕਹਿ ਸਕਦੇ। ਪਰ ਭਗਵੰਤ ਮਾਨ ਨੇ ਇੱਕ ਗੱਲ ਹੋਰ ਕਹਿਤੀ, ਉਹ ਕਹਿੰਦੇ ਕਿ ਅਸੀਂ ਉਸ ਸਥਿਤੀ ਨੂੰ ਚੰਗੀ ਮੰਨਦੇ ਹਾਂ ਕਿ ਜਿੱਥੇ ਮਜ਼ਦੂਰ ਨੂੰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰੀ ਮਿਲ ਜਾਏ। ਤੇ ਕਹਿੰਦੇ ਮੈਂ ਅੱਜ ਸਦਨ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਕਿ ਰੋਜ਼ ਦੇ ਰੋਜ਼ ਮਨਰੇਗਾ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਉਹਨਾਂ ਦੀ ਦਿਹਾੜੀ ਦਿੱਤੀ ਜਾਵੇ, ਜਿੰਨਾ ਉਹ ਕੰਮ ਕਰਦੇ ਨੇ ਸ਼ਾਮ ਨੂੰ ਪੈਸੇ ਦਿੱਤੇ ਜਾਣ। ਅਗਲੇ ਨੇ ਤਾਂ ਖੰਡ ਤੇ ਲੂਣ ਸੋਡਾ ਜਿਹੜਾ ਉਹ ਸਾਰਾ ਕੁਝ ਸ਼ਾਮ ਨੂੰ ਲਾਲੇ ਦੀ ਹੱਟੀ ਤੋਂ ਲੈ ਕੇ ਘਰ ਵੜਨਾ ਹੁੰਦਾ। ਉਹਨਾਂ ਦੇ ਘਰੇ ਕਿਹੜਾ 5-5 ਲੀਟਰ ਦੀਆਂ ਸਰੋਂ ਦੇ ਤੇਲ ਦੀਆਂ ਪੀਪੀਆਂ ਆਉਂਦੀਆਂ ਜਾ ਕੇ ਪਕੌੜੇ ਕੱਢ ਕੇ ਖਾਣੇ ਆ। ਉਹਨਾਂ ਨੇ ਤਾਂ ਉਹੀ 5 ਰੁਪਈਆਂ ਦਾ ਤੇਲ ਲਿਜਾ ਕੇ ਮਾੜਾ ਮੋਟਾ ਤੜਕਾ ਲਾਉਣਾ ਹੈ, ਉਹਦੇ ਵਿੱਚੋਂ ਬਚਿਆ ਮਾੜਾ ਮੋਟਾ ਜਿਹੜਾ ਹੱਥਾਂ ਪੈਰਾਂ ਲਾ ਲੈਣਾ। ਤੇ ਇਸ ਕਰਕੇ ਉਹ ਕਹਿੰਦੇ ਕਿ ਅਜੇ ਤੱਕ ਵੀ
ਉਹਨਾਂ ਦੇ ਨਾਲ ਧੱਕਾ ਬਹੁਤ ਹੁੰਦਾ। ਇੱਕ ਤਾਂ ਮਜ਼ਦੂਰੀ ਥੋੜੀ ਹੈ ਤੇ ਦੂਸਰਾ ਪੈਸਿਆਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਮਿਲਣੇ ਆ। ਹੁਣ ਪਹਿਲੇ ਦਿਨ ਵੀ ਉਹਨਾਂ ਨੇ ਚੰਗੇ ਤਰੀਕੇ ਗੱਲ ਕੀਤੀ ਸੀ, ਪਰ ਕੱਲ ਇੱਕ ਕਮਾਲ ਦੀ ਗੱਲ ਕੀ ਹੋਈ, ਸਮਾਂ ਥੋੜਾ ਹੋਣਾ, ਭਗਵੰਤ ਮਾਨ ਦੀ ਗੱਲ ਹੈ ਜੇ ਵਿਚਾਲੇ ਸੀ, ਸਪੀਕਰ ਸਾਹਿਬ ਨੇ ਘੰਟੀ ਵਜਾਤੀ ਕਿ ਭਾਈ ਬਸ। ਉਹ ਕਹਿੰਦਾ ਸਪੀਕਰ ਸਾਹਿਬ ਅਜੇ ਤਾਂ ਸ਼ੁਰੂ ਹੋਇਆ। ਇੱਕ ਕਹਿੰਦੇ ਸਕੂਲ ਦੀ ਘੰਟੀ ਸੀ, ਜਦੋਂ ਉਹ ਵੱਜਦੀ ਹੁੰਦੀ ਖੁਸ਼ ਹੁੰਦੇ ਸੀ ਛੁੱਟੀ ਹੋ ਗਈ, ਇੱਕ ਤੁਹਾਡੀ ਘੰਟੀ ਵੱਜਦੀ ਹੈ ਨਾਲ ਹੀ ਲੱਤਾਂ ਕੰਬਣ ਲੱਗ ਪੈਂਦੀਆਂ, ਗੱਲ ਵੀ ਨਹੀਂ ਪੂਰੀ ਹੋਣੀ। ਪਰ ਚਲੋ ਜੋ ਵੀ ਹੈ, ਮੈਂ ਨਾ ਜਿੰਨਾ ਕੋਈ ਸਮਾਂ ਮਿਲਦਾ ਬੰਦਾ ਗੱਲ ਤਾਂ ਕਰ ਰਿਹਾ ਨਹੀਂ ਗੱਲ ਕਰ, ਕਿਉਂਕਿ ਹੁਣ ਗੱਲ ਇਹ ਹੈ ਕਿ ਇੱਕ ਪਾਰਟੀ ਤੋਂ ਜਿੱਤ ਕੇ ਗਏ ਪਰਿਵਾਰਕ ਮੈਂਬਰ ਨੇ, ਨਾ ਉਹਨਾਂ ਦੀ ਕੋਈ ਖਬਰ ਆਉਂਦੀ ਹੈ। ਮੇਰੇ ਖਿਆਲ ਨਾਲ 7-8 ਬਾਕੀ ਦੇ ਨੇ, ਨਾ ਉਹਨਾਂ ਦੀ ਕੋਈ ਗੱਲ ਆਉਂਦੀ ਹੈ। 2 ਜਿਹੜੇ ਆਪਣੇ ਸੁੱਖ ਨਾਲ ਬੀਜੇਪੀ ਦੇ ਵੀ ਨੇ, ਉਹਦੇ ਚੋਂ ਇੱਕ ਤਾਂ ਕੱਲ੍ਹ ਵਾਲੇ ਗੁਰਦਾਸਪੁਰ ਸਾਹਿਬ ਵਾਲੇ ਦੀ ਗੱਲ ਕਰ ਹੀ ਲਈਏ ਜੀ। ਉਹਨਾਂ ਮੁਖਤਾਰਨਾਮਾ ਲਿਖ ਕੇ ਦੇਤਾ ਜੀ। ਉਹ ਕਹਿੰਦੇ ਮੈਂ ਵੀ ਫਿਲਮ ਵਾਲਾ ਤੇ ਗਾਂ ਬੰਦਾ ਵੀ ਉਹਨਾਂ ਨੇ ਫਿਲਮ ਵਾਲਾ ਲੱਭਿਆ। ਵੈਸੇ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਗਿਆਨੀ ਜੀ ਕਰਕੇ ਵੱਜਦੇ ਨੇ, ਨਾ ਉਹਨਾਂ ਦਾ ਵੀ ਗੁਰਪ੍ਰੀਤ ਸਿੰਘ ਪਲਹੇਰੀ ਆ। ਉਹਨਾਂ ਨੂੰ ਮੁਖਤਾਰਨਾਮਾ ਦੇਤਾ ਵੀ ਇਹ ਸਾਰਾ ਕੰਮ ਧੰਦਾ ਭਾਈ ਸਾਹਿਬ ਗੁਰਦਾਸਪੁਰ ਹਲਕੇ ਦਾ ਮੇਰੀ ਥਾਂ ਦੇ ਉੱਪਰ ਇਹ ਦੇਖਣਗੇ। ਹੁਣ ਜੇ ਆਹੀ ਕੰਮ ਕਰਨਾ ਸੀ ਤੇ ਪਲਹੇਰੀ ਸਾਹਿਬ ਨੂੰ ਉਦੋਂ ਟਿਕਟ ਹੀ ਦੇਣ ਦੀ ਭਾਜਪਾ ਜ਼ਰੂਰ ਸਨੀ ਦਿਓਲ ਨੇ ਲਿਆਉਣਾ ਹੈ। ਮੈਂ ਕਹਿੰਦਾ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਵਧਾਈਆਂ ਆਪਾਂ ਪਹਿਲਾਂ ਵੀ ਦਿੱਤੀਆਂ ਸੀ ਕਿ ਭਾਈ ਜਿਹੜੇ ਕਲਾਕਾਰ ਬਾਹਰੋਂ ਆਉਂਦੇ ਆ ਨਾ, ਉਹਨਾਂ ਕੋਲ ਬਹੁਤਾ ਸਮਾਂ ਨਹੀਂ ਹੁੰਦਾ। ਅਗਲੇ ਤਾਂ ਵੋਟਾਂ ਪਵਾ ਕੇ ਵੀ ਚਲੇ ਜਾਂਦੇ ਆ ਕਿ ਭਾਈ ਆਪਾਂ ਹਿਮਾਚਲ ਚੱਲਦੇ ਹਾਂ, ਜਿਮ ਦਾ ਸਮਾਨ ਵੀ ਟਰੱਕ 'ਚ ਨਾਲ ਹੀ ਲਿਖਾ ਲੈਂਦੇ ਆ। ਇਸ ਕਰਕੇ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਇਹ ਕੋਈ ਜੱਗੋਂ ਤੇਰਵੀਂ ਨਹੀਂ ਹੋਣ ਲੱਗੀ। ਉਹਨਾਂ ਨੂੰ ਪਤਾ ਹੀ ਸੀ ਸੈਲਫੀ ਲੈ ਕੇ ਵੋਟਾਂ ਪਾਉਣੀਆਂ ਤਾਂ ਫਿਰ ਭਾਈ ਇੱਦਾਂ ਹੀ ਹੋਊ। ਮੈਂ ਕਹਿੰਦਾ ਕਿ ਸਨੀ ਦਿਓਲ ਨੇ ਵੀ ਚੰਗਾ ਕੀਤਾ ਕਿ ਜਿਹੜਾ ਸਾਰਿਆਂ ਨੂੰ ਦੱਸਦਾ ਕਿ ਭਾਈ ਮੇਥੋਂ ਘੱਟ ਹੀ ਆ, ਹੁਣ ਐਵੇਂ ਬਹੁਤੀ ਆਸ ਨਾ ਰੱਖਿਓ। ਤੇ ਗੁਰਪ੍ਰੀਤ ਸਿੰਘ ਫਿਲਮਾਂ ਵੀ ਲਿਖਦਾ ਰਿਹਾ, ਕੈਮਰਾ ਵੀ ਜਿਹੜਾ ਉਹ ਕਰਦਾ ਰਿਹਾ, ਤੇ ਇੱਥੋਂ ਤੱਕ ਵੀ ਪਤਾ ਲੱਗਾ ਕਿ ਬੇਤਾਬ ਫਿਲਮ ਜਦੋਂ ਬਣਾਈ ਗਈ ਸੀ ਨਾ, ਉਦੋਂ ਤੋਂ ਲੈ ਕੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਤੇ ਉਦੋਂ ਤੋਂ ਲੈ ਕੇ ਜਦੋਂ ਜੁੜੇ ਹੋਏ ਆ ਤੇ ਇਹ ਫਿਲਮ ਇੰਡਸਟਰੀ ਦਾ ਵੀ ਦਿਓਲ ਪਰਿਵਾਰ ਦਾ ਸਾਰਾ ਕੰਮ ਕਰ ਆਪ ਹੀ ਵੇਖਦੇ ਆ। ਐਤਕੀ ਜਦੋਂ ਗੁਰਦਾਸਪੁਰ ਦੇ ਵਿੱਚ ਇਲੈਕਸ਼ਨ ਦੀ ਮੂਵਮੈਂਟ ਚੱਲੀ, ਮੁਹਿੰਮ ਚੱਲੀ ਸੀ ਸਾਰੀ, ਤਾਂ ਸਨੀ ਦਿਓਲ ਦਾ ਸਾਰਾ ਜਿਹੜਾ ਇਲੈਕਸ਼ਨ ਦਾ ਕੰਮ ਕਰ ਇਸੇ ਬੰਦੇ ਗੁਰਪ੍ਰੀਤ ਸਿੰਘ ਪਲਹੇੜੀ ਨੇ ਸਾਂਭਿਆ ਹੋਇਆ ਸੀ। ਤੇ ਹੁਣ ਬਕਾਇਦਾ ਲਿਖ ਕੇ ਦਿੱਤਾ ਸਨੀ ਦਿਓਲ ਨੇ ਆਪਣੇ ਸਰਕਾਰੀ ਲੈਟਰ ਹੈਡ ਦੇ ਉੱਤੇ ਕਿ ਜਦੋਂ ਮੈਂ ਹਲਕੇ ਦੇ ਵਿੱਚ ਨਾ ਹੋਵਾਂ, ਪ੍ਰਸ਼ਾਸਨਿਕ ਮੀਟਿੰਗਾਂ ਦੇ ਵਿੱਚ ਵੀ ਮੇਰੇ ਵੱਲੋਂ ਇਹ ਬੰਦਾ ਹਿੱਸਾ ਲਊਗਾ, ਸਮਾਜਿਕ ਤੌਰ ਦੇ ਉੱਤੇ ਜਿਹੜੇ ਇਕੱਠ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਮੇਰੇ ਵੱਲੋਂ ਇਹ ਬੰਦਾ ਜਾਊਗਾ, ਤੇ ਜੇ ਲੋਕਾਂ ਨੂੰ ਵੀ ਕੰਮ ਆ ਤੁਸੀਂ ਇਹਦੇ ਨਾਲ ਸੰਪਰਕ ਕਰ ਲਓ। ਮੈਂ ਕਹਿੰਦਾ ਕਿ ਅੰਦਰ ਖਾਤੇ ਕਰਨ ਦੀ ਜਗ੍ਹਾ ਚੰਗਾ ਕੀਤਾ ਕਿ ਸਨੀ ਦਿਓਲ ਸਾਹਿਬ ਨੇ ਕਲੀਅਰ ਹੀ ਕਰਤਾ ਕਿ ਐਵੇਂ ਪੌਣੇ 5 ਸਾਲ ਤੁਸੀਂ ਮੇਰੇ ਵੱਲ ਤੱਕਦੇ ਨਾ ਰਹੋ। ਬੰਦਾ ਤੁਹਾਨੂੰ ਇਹ ਦੇਤਾ 5 ਕਰੋੜ ਰੁਪਈਆ ਸਾਲ ਦਾ ਅੱਜ ਦੀ ਤਰੀਕ 'ਚ ਮਿਲਣਾ, ਵੱਧ ਮਿਲ ਜੂ ਵੱਧ ਵੰਡ ਦਿਆਂਗੇ, ਥੋੜਾ ਮਿਲ ਜੂ ਥੋੜਾ ਵੰਡ ਦਿਆਂਗੇ। ਸਵਾਲ ਇੱਕ ਮੇਰੇ ਦਿਮਾਗ ਆਉਣ ਦਿਓ। ਜਦੋਂ ਅਸੀਂ ਲੀਡਰ ਚੁਣਦੇ ਹਾਂ ਜੀ, ਅਸੀਂ ਇਹ ਦੇਖਦੇ ਹਾਂ ਵੀ ਇਹ ਲੀਡਰ ਹੈ ਜੀ, ਇਸ ਲੀਡਰ ਨੇ ਸਾਡੇ ਲਈ ਆਹ ਕੰਮ ਕਰਨਾ। ਮੰਨ ਲਓ ਮੈਂ ਤੁਹਾਨੂੰ ਵੋਟ ਪਾਉਣੀ ਤਾਂ ਮੈਂ ਤੁਹਾਡੇ 'ਚ ਕੁਝ ਇੱਕ ਖੂਬੀਆਂ ਗਿਣਦਾ ਤੇ ਮੈਨੂੰ ਲੱਗਦਾ ਵੀ ਯਾਰ ਮੇਰਾ ਜੇ ਕੋਈ ਮਸਲਾ ਹੱਲ ਹੋਊਗਾ ਤੇ ਇਹ ਬੰਦਾ ਕਰਾ ਸਕਦਾ। ਹੁਣ ਤੁਸੀਂ ਇਹ ਕੋਈ ਜ਼ਮੀਨ ਤਾਂ ਹੈ ਨਹੀਂ, ਮਤਲਬ ਮੈਂ 2 ਕਿੱਲਿਆਂ ਦਾ ਮੁਖਤਾਰਨਾਮਾ ਕਿਸੇ ਹੋਰ ਦੇ ਨਾਂ ਦੇਤਾ ਵੀ ਜ਼ਮੀਨ ਤਾਂ ਉੱਥੇ ਹੀ ਪਈ ਰਹਿਣੀ, ਚੱਲ ਇਹ ਨਹੀਂ ਤਾਂ ਇਹ ਕਰ ਦੂ ਸੈਨ ਉਹਦੀ ਥਾਂ 'ਤੇ। ਇਹ ਤਾਂ ਇੱਕ ਬੰਦੇ ਦਾ ਵਿਜ਼ਨ ਹੈ, ਉਹਦੇ ਦਿਮਾਗ ਦਾ ਮੁੱਲ ਹੈ। ਜਾਂ ਉਹਨੂੰ ਜੇ ਆਪਾਂ ਲੀਡਰ ਚੁਣਦੇ ਹਾਂ ਤਾਂ ਅਗਲਾ ਕਹੇ ਵੀ ਹਾਂ ਲੀਡਰ ਤਾਂ ਮੈਂ ਹੀ ਹਾਂ, ਉਦੋਂ ਤੁਸੀਂ ਗੱਲ ਇਹਦੇ ਨਾਲ ਕਰ ਲਿਆ ਕਰੋ। ਇਹ ਗੱਲ ਵੈਸੇ ਲੌਜੀਕਲੀ ਠੀਕ ਲੱਗਦੀ, ਮੈਂ ਇਹ ਪੁੱਛ ਰਿਹਾ। ਹੁਣ ਤੁਸੀਂ ਚਾਹ ਦਾ ਕੱਪ ਪੀਓ, ਮੈਂ ਦੱਸਦਾ। ਸਨੀ ਦਿਓਲ ਨੂੰ ਜਿੰਨੀ ਵਾਰ ਵੀ ਡਿਊਰਿੰਗ ਇਲੈਕਸ਼ਨ ਚੋਣਾਂ ਦੇ ਪ੍ਰਚਾਰ ਦੇ ਚੱਲਦਿਆਂ ਪੁੱਛਿਆ ਗਿਆ ਸੀ ਕਿ ਕਿਵੇਂ ਆ ਗੁਰਦਾਸਪੁਰ 'ਚ ਕੀ ਕਰੋਗੇ ਜਿੱਤ ਕੇ, ਉਹ ਕਹਿੰਦੇ ਮੈਂ ਸਮਝ ਰਿਹਾ, ਮੈਂ ਲੋਕਾਂ 'ਚ ਵਿਚਰ ਰਿਹਾ, ਮੈਂ ਦੇਖ ਰਿਹਾ ਗੁਰਦਾਸਪੁਰ ਦੇ ਲੋਕਾਂ ਦੀਆਂ ਕਿਹੜੀਆਂ ਸਮੱਸਿਆਵਾਂ, ਸਾਰੀਆਂ ਹੱਲ ਕਰਾਵਾਂਗੇ। ਜਿਹੜਾ ਬੰਦਾ ਵੋਟਾਂ ਮੰਗਦਿਆਂ ਵੀ ਕਹਿ ਰਿਹਾ ਕਿ ਮੈਂ ਵੇਖ ਰਿਹਾ, ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਕਿਸੇ ਦੇ ਬਾਰੇ ਕੁਝ ਨਹੀਂ ਕਹਿਣਾ, ਮੈਨੂੰ MP ਬਣ ਲੈਣ ਦਿਓ, ਮੈਂ ਸਾਰਾ ਕੁਝ ਕਰੂੰਗਾ। ਤੇ ਜਿਹੜਾ ਬੰਦਾ ਸਿਰਫ 15 ਦਿਨ ਦੇ ਪ੍ਰਚਾਰ ਦੇ ਵਿੱਚ ਸਮਝ ਕੇ ਮੁੜ ਕੇ ਸ਼ਿਮਲੇ ਚਲੇ ਜਾਂਦਾ, ਮੁੜ ਕੇ ਮਨਾਲੀ ਚਲੇ ਜਾਂਦਾ, ਮੁੜ ਕੇ ਦਿੱਲੀ ਚਲੇ ਜਾਂਦਾ, ਮੁੜ ਕੇ ਮੁੰਬਈ ਚਲੇ ਜਾਂਦਾ, ਇਹਦਾ ਮਤਲਬ ਹੈ ਕਿ ਉਸ ਬੰਦੇ ਦਾ ਕਾਹਦਾ ਕਸੂਰ ਹੈ? ਉਹ ਬੰਦੇ ਨੇ ਕੋਈ ਝੂਠ ਨਹੀਂ ਬੋਲਿਆ। ਸਨੀ ਦਿਓਲ ਨੇ ਬਿਲਕੁਲ ਝੂਠ ਨਹੀਂ ਬੋਲਿਆ। ਉਹ ਕਹਿੰਦਾ ਮੈਂ ਤਾਂ ਸਮਝ ਰਿਹਾ। ਸਨੀ ਦਿਓਲ ਤਾਂ ਬਕਾਇਦਾ ਸਟੇਜਾਂ ਤੋਂ 2.5 ਕਿਲੋ ਦੇ ਹੱਥ ਦੀ ਗੱਲ ਕਰਦਾ ਰਿਹਾ, ਤੇ 2.5 ਕਿਲੋ ਦਾ ਹੱਥ ਤਾਂ ਬਾਈ ਫਿਲਮਾਂ 'ਚ ਹੁੰਦਾ, ਰਿਐਲਿਟੀ ਦੇ ਵਿੱਚ ਤਾਂ ਹੁੰਦਾ ਹੀ ਨਹੀਂ। ਇਹਦਾ ਮਤਲਬ ਇਹ ਵੀ ਗੁਰਦਾਸਪੁਰ ਵਾਲਿਆਂ ਨੂੰ ਉਦੋਂ ਸਮਝ ਨਹੀਂ ਆਈ। ਕਿਉਂ ਨਹੀਂ ਆਈ? ਬਾਕੀ ਕੋਈ ਬੰਦਾ ਜਿੱਤੇ ਨਾ ਜਿੱਤੇ ਸੈਲਫੀਆਂ ਲਈਆਂ ਕਿ ਨਹੀਂ ਲਈਆਂ, ਉਹ ਸੈਲਫੀ ਤੁਸੀਂ ਜਿੰਨੀ ਮਰਜ਼ੀ ਵੇਖੋ, ਸਾਰੀ ਦਿਹਾੜੀ ਵੇਖੋ, ਭਾਵੇਂ ਤੁਸੀਂ ਰੋਜ਼ ਦੂਜਿਆਂ ਨੂੰ ਸੈਂਡ ਕਰੋ, ਭਾਵੇਂ ਸੈਲਫੀ ਤੁਸੀਂ ਜਿਹੜੀ ਲਈ ਆ ਵੱਡੀ ਕਰਾ ਕੇ ਕੰਧ ਦੇ ਉੱਤੇ ਲਾਓ। ਇਹ ਗੱਲ ਹੈ। ਉਦੋਂ ਦੇ ਸੁਨੀਲ ਜਾਖੜ ਸਾਹਿਬ ਤਾਂ ਬੋਲੇ ਨਹੀਂ, ਚਲੋ ਅਸਤੀਫਾ ਵੀ ਦੇ ਗਏ ਨੇ ਉਹ, ਪਰ ਇੱਕ ਵਾਰ ਦਿਲ 'ਚ ਕਹਿੰਦੇ ਜ਼ਰੂਰ ਹੋਣੇ ਵੀ ਹੋਰ ਪਾ ਲਓ ਫਿਰ ਵੋਟਾਂ। ਬਾਜਵਾ ਸਾਹਿਬ ਖੁਸ਼ ਹੋਣੇ ਆ, ਕਹਿੰਦੇ ਹੋਣੇ ਜਾਖੜ ਸਾਹਿਬ ਹਲਕਾ ਛੱਡ ਕੇ ਚਲੇ ਗਏ, ਦਿਓਲ ਸਾਹਿਬ ਨੇ ਆਉਣਾ ਨਹੀਂ, ਅਗਲੀ ਵਾਰੀ ਦਾ ਆਪਣਾ ਲੱਗ ਜਾਣਾ। ਪਰ ਚਲੋ ਭਾਜਪਾ ਵਾਲੇ ਪਾਸੋਂ ਨੇ ਕਿਹਾ ਵੀ ਹਾਂਜੀ ਜੇ ਉਹਨਾਂ ਨੇ ਨੁਮਾਇੰਦਾ ਦਿੱਤਾ ਤੇ ਅਸੀਂ ਉੱਤੇ ਖੁਸ਼ ਹਾਂ। ਕਮਾਲ ਹੋ ਗਈ ਵੀ ਮਤਲਬ ਪਾਰਟੀ ਵੀ ਇਸ ਚੀਜ਼ ਦੇ ਉੱਪਰ ਖੁਸ਼ ਹੈ। ਇਹ ਤਾਂ ਇਦਾਂ ਲੱਗਦਾ ਵੀ ਉਦੋਂ ਪਹਿਲਾਂ ਹੀ ਕਹਿੰਦਾ ਵੀ ਯਾਰ ਤੂੰ ਉੱਥੇ ਮਹੀਨਾ ਕੁ ਰੁਕਣਾ, ਬਾਕੀ ਕੋਈ ਗੱਲ ਨਹੀਂ, ਬੰਦਾ ਇੱਕ ਅੱਧਾ ਉੱਥੇ ਸੈੱਟ ਕਰਦੀ, ਸਾਨੂੰ ਸਿਰਫ ਸੀਟ ਚਾਹੀਦੀ ਹੈ। ਹੁਣ ਨਵਾਂ ਕਾਰੋਬਾਰ ਨਿਕਲਣਾ, ਹਰ ਬੰਦੇ ਨੂੰ, ਵੱਡੇ ਬੰਦੇ ਨੂੰ ਜਦੋਂ ਟਿਕਟ ਮਿਲਣੀ ਹੈ, ਮੇਰੇ ਵਰਗੇ ਨਾਲ ਉਹਦੀ ਫਿਰ ਉਹ ਫਿਰ ਤੁਸੀਂ ਨਾ ਬਾਅਦ 'ਚ ਉਹ ਲੈਟਰ ਹੈਡ 'ਤੇ ਮੇਰਾ ਨਾਂ ਲਿਖ ਦਿਓ ਹੈ। ਹਾਂ, ਫਿਰ ਕੰਮ ਸਾਰੇ ਮੈਂ ਕਰਾਈ ਜਾਊਂਗਾ, ਫਿਰ ਮੈਂ ਥਾਣੇ ਕਚਹਿਰੀ 'ਚ ਮੈਂ ਜਾਈ ਜਾਊਂਗਾ। ਫਿਰ ਉਹ ਮੇਰੇ ਵਰਗੇ ਨੂੰ ਚਾਅ ਬੜਾ ਹੁੰਦਾ ਨਾ, ਸਟੇਜ ਦੇ ਉੱਤੇ ਟੂਰਨਾਮੈਂਟ 'ਚ ਕੁਰਸੀ 'ਤੇ ਐਂ ਬੈਠਣਾ ਤੇ ਭਾਸ਼ਣ ਦੇਣਾ,
ਸਵੇਰੇ ਹੀ ਫੋਨ ਆਇਆ ਸੀ ਦਿਓਲ ਸਾਹਿਬ ਦਾ, ਉਹ ਕਹਿੰਦੇ ਸੀ ਫਲਾਣੇ ਪਿੰਡ 'ਚ ਜ਼ਰੂਰ ਜਾ ਕੇ ਆਈ, ਸਰਪੰਚ ਸਾਹਿਬ ਨੂੰ ਸਤਿ ਸ੍ਰੀ ਅਕਾਲ ਕਹਿ ਦੀ, ਜਿੰਨੀਆਂ ਬੀਬੀਆਂ ਭੈਣਾਂ ਬੈਠੀਆਂ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਕਹਿ ਦੀ, ਆਉਣਗੇ ਜ਼ਰੂਰ, ਮਿਲ ਕੇ ਜਾਣਗੇ ਤੁਹਾਨੂੰ। ਚਲੋ ਕਮਾਲ ਹੈ ਜੀ, ਇਹ ਨਵੀਂ ਪਿਰਤ ਪੈ ਗਈ ਹੈ, ਸੁੱਖ ਨਾਲ ਪੰਜਾਬੀਆਂ ਨੂੰ ਵਧਾਈ। ਤੇ ਆਪਾਂ ਗੱਲ ਕੇਜਰੀਵਾਲ ਸਾਹਿਬ ਤੇ ਸਿਸੋਦੀਆ ਸਾਹਿਬ ਦੀ ਕਰ ਲਈ, ਕਿਉਂਕਿ ਹੰਸਰਾਜ ਹੰਸੂਰੀ ਕੱਲ ਬੈਠੇ ਸੀ ਉੱਥੇ, ਪ੍ਰਧਾਨ ਜਿਹੜੇ ਉਹਨਾਂ ਦੇ ਨੇ ਮੇਰੇ ਖਿਆਲ ਨਾਲ ਬੀਜੇਪੀ ਦਿੱਲੀ ਦੇ, ਮਨੋਜ ਤਿਵਾੜੀ ਉਹਨਾਂ ਦਾ ਨਾਮ, ਉਹ ਵੀ ਫਿਲਮਾਂ ਵਾਲੇ ਬੰਦੇ, ਭਾਜਪਾ ਨੇ ਵਧੀਆ ਕੰਮ ਕਲਾਕਾਰਾਂ ਵਾਲਾ ਫਿੱਟ ਕੀਤਾ, ਚਲੋ ਇੱਦਾਂ ਹੀ ਸਹੀ ਕਲਾਕਾਰੀ ਚੱਲੀ ਜਾਵੇ। ਉਹਨਾਂ ਨੇ ਕੱਲ ਸਕੂਲਾਂ ਦੀਆਂ ਜਿਹੜੀਆਂ ਇਮਾਰਤਾਂ ਬਣਾਈਆਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 2000 ਕਰੋੜ ਰੁਪਏ ਦਾ ਘਪਲਾ ਕਰ ਗਏ ਕੇਜਰੀਵਾਲ ਸਾਹਿਬ, ਤੇ ਜਿਹੜਾ ਇਹ ਕਹਿੰਦੇ ਸੀ ਵੀ ਅਸੀਂ ਸਕੂਲ ਬਹੁਤ ਵਧੀਆ ਬਣਾਤੇ, ਅਸਲ ਦੇ ਵਿੱਚ ਇਹਨਾਂ ਨੇ ਇਹਦੇ ਚੋਂ ਖਾਧਾ ਪੈਸਾ, ਤੇ ਕੁਝ ਜਿਹੜੇ ਠੇਕੇਦਾਰ ਨੇ ਉਹਨਾਂ ਦੀ ਵੀ ਘੁੰਮ ਘੁਮਾ ਕੇ ਰਿਸ਼ਤੇਦਾਰੀ ਕੱਢਤੀ ਉਹਨਾਂ ਨੇ। ਜਦੋਂ ਕੱਲ ਪ੍ਰੈਸ ਕਾਨਫਰੰਸ ਹੋਈ ਨਾ, ਘਪਲਾ ਕੁਝ ਮੈਨੂੰ ਲੱਗਦਾ ਕਿ ਬਹੁਤਾ ਵੱਡਾ ਦੱਸਿਆ ਗਿਆ, ਹੋ ਸਕਦਾ ਇਦੋਂ ਵੀ ਵੱਡਾ ਹੋਵੇ। ਤਿਵਾੜੀ ਸਾਹਿਬ ਕਹਿੰਦੇ ਕਿ 250 ਕਰੋੜ ਦਾ ਠੇਕਾ ਤੇ ਵਿੱਚੋਂ 2000 ਕਰੋੜ ਦਾ ਘਪਲਾ, ਕੰਮ ਸਾਰਾ 800 ਦਾ ਹੀ ਹੈ, ਸਿਰਫ 800 ਕਰੋੜ ਦਾ। ਹਾਂ, ਆਪਾਂ 250 ਦੇ ਵਿੱਚੋਂ 800 ਕਰੋੜ ਦਾ ਘਪਲਾ ਉਹ ਕਿਤੇ ਲੋਕਾਂ ਨੂੰ ਡਾਈਜੈਸਟ ਹੋ ਜਾਂਦਾ, ਪਰ ਜੇ ਸੱਚੀ ਮੁੱਚੀ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਨੇ 250 ਕਰੋੜ ਦੇ ਵਿੱਚੋਂ 2000 ਕਰੋੜ ਦਾ ਘਪਲਾ ਕਰ ਲਿਆ, ਫਿਰ ਮੈਨੂੰ ਲੱਗਦਾ ਇਹਨਾਂ ਤੋਂ ਵੱਡਾ ਘਪਲੇਬਾਜ਼ੀ ਕੋਈ ਨਹੀਂ। ਹੁਣ ਦੇਖੋ, ਇਹ ਉਹੀ ਕੰਮ ਚੱਲ ਪਿਆ ਜਿਹੜਾ ਕਿ 2014-15 ਦੀ ਦਿੱਲੀ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਕਰਦੇ ਸੀ, ਉਹੀ ਅੱਜ ਮਨੋਜ ਤਿਵਾੜੀ ਕਰਨ ਲੱਗ ਪਏ। ਕਿਉਂਕਿ ਕੇਜਰੀਵਾਲ ਸਾਹਿਬ ਨੇ ਵੀ ਪੱਕਾ ਹੀ ਰੱਖਿਆ ਹੁੰਦਾ ਇਹ ਕੰਮ ਕਿ ਅੱਜ ਸਵੇਰੇ ਕਿਤੇ ਇਲਜ਼ਾਮ ਲਾਈਏ ਬਈ, ਅੱਜ ਫਿਰ ਕਿੱਡਾ ਕੁ ਵੱਡਾ ਦੋਸ਼ ਲਾਈਏ ਵੀ, ਉਹ ਵੀ ਮੈਨੂੰ ਲੱਗਦਾ ਘਰੋਂ ਸੋਚ ਕੇ ਅੱਜ 100 ਕਰੋੜ ਦਾ ਦੋਸ਼ ਲਾ ਦਿੰਦੇ ਆ, ਕਿਉਂਕਿ ਮੁੜ ਕੇ ਮੰਗਣੀਆਂ ਤਾਂ ਮਾਫੀਆਂ ਹੀ ਆ, ਮੁੜ ਕੇ ਤਾਂ ਲੈਟਰ ਹੈਡ ਤੇ ਲਿਖ ਕੇ ਦੇਣਾ ਕਿ ਮੈਂ ਕਹਿ ਗਿਆ ਉਦੋਂ, ਹੁਣ ਸਬੂਤ ਨਹੀਂ ਲੱਭੇ, ਇਸ ਕਰਕੇ ਤੁਸੀਂ ਮੈਨੂੰ ਨਾ ਖਿਮਾ ਜਾਚਣ ਵਾਲਾ ਸ਼ਬਦ ਆਪ ਪਾ ਲਓ, ਮੈਂ ਲਿਖ ਕੇ ਭੇਜਦਾ। ਹੁਣ ਤਿਵਾੜੀ ਸਾਹਿਬ ਨੇ ਉਹੀ ਕੰਮ ਚੱਕ ਲਿਆ, ਕਿਉਂਕਿ ਤਿਵਾੜੀ ਸਾਹਿਬ ਨੂੰ ਵੀ ਲੱਗਦਾ ਹੋਣਾ ਕਿ ਜਿਹੜੀਆਂ ਗੱਲਾਂ ਕਹਿ ਕੇ ਜੇ ਕੇਜਰੀਵਾਲ ਮੁੱਖ ਮੰਤਰੀ ਬਣ ਸਕਦੇ ਆ, ਮੈਂ ਕਿਉਂ ਨਹੀਂ ਬਣ ਸਕਦਾ। ਹੰਸਰਾਜ ਹੰਸੂਰੀ ਨਾਲ ਬਿਠਾਏ, ਕਿਉਂਕਿ ਪੰਜਾਬੀ ਭਾਈਚਾਰੇ ਦੀਆਂ ਵੋਟਾਂ ਵੀ ਭਲਕ ਨੂੰ ਲੈਣੀਆਂ। ਹੁਣ ਦੇਖੋ ਦੋਸ਼ ਕੀ ਲਾਇਆ, ਉਹ ਕਹਿੰਦੇ ਕਿ ਦਿੱਲੀ ਦੇ ਵਿੱਚ ਸਕੂਲੀ ਕਮਰੇ ਬਣਾਉਣ ਦੇ ਲਈ 34 ਠੇਕੇਦਾਰਾਂ ਨੂੰ 250 ਕਰੋੜ ਦਾ ਠੇਕਾ ਦਿੱਤਾ, ਤੇ ਐਵਰੇਜ ਉਹਨਾਂ ਨੇ ਇੱਕ ਦੱਸਿਆ ਕਿ 8800 ਵਰਗ ਫੁੱਟ ਦੇ ਉੱਤੇ ਖਰਚਾ ਕੀਤਾ, 8800 ਰੁਪਈਆ। ਉਹ ਕਹਿੰਦੇ ਸਕੁਅਰ ਫੁੱਟ। ਉਹ ਕਹਿੰਦੇ ਕਿ ਇੱਕ 5 ਸਟਾਰ ਹੋਟਲ ਦੇ ਵਿੱਚ ਪੂਰੀਆਂ ਸਹੂਲਤਾਂ ਦੇ ਨਾਲ ਲੈਸ ਕਮਰਾ ਵੀ ਬਣਾਉਣਾ ਹੋਵੇ ਨਾ, ਤਾਂ ਵੀ ਇੰਨੇ ਪੈਸੇ ਨਹੀਂ ਲੱਗਦੇ ਜਿੰਨਾ ਕਿ ਸਧਾਰਨ ਸਕੂਲ ਦਾ ਕਮਰਾ ਬਣਾਉਣ ਦੇ ਲਈ ਇਹਨਾਂ ਨੇ ਪੈਸੇ ਲਾਤੇ। ਚਲੋ 2000 ਕਰੋੜ ਅਗਲਿਆਂ ਨੂੰ ਲੋੜ ਹੋਏਗੀ ਭਾਈ ਚੋਣਾਂ ਦੇ ਵਿੱਚ, ਪਰ ਮੋਰੇ ਸਿਸੋਦੀਆ ਸਾਹਿਬ ਪਤਾ ਕਹਿੰਦੇ, ਉਹ ਕਹਿੰਦੇ ਘਪਲਾ ਕੀਤਾ ਨਾ, ਰਿਸ਼ਤੇਦਾਰ ਅਸੀਂ ਠੇਕੇਦਾਰ ਲਾਏ ਨਾ, ਤੁਹਾਨੂੰ ਪਤਾ ਲੱਗ ਗਿਆ ਨਾ, ਕੇਂਦਰ ਦੀ ਸਰਕਾਰ ਤੁਹਾਡੇ ਕੋਲ, ਨਿਗਮਾਂ ਤੁਹਾਡੇ ਕੋਲ, ਆਸ-ਪਾਸ ਸਾਰੀਆਂ ਸਰਕਾਰਾਂ ਦਿੱਲੀ ਦੇ ਆਸ-ਪਾਸ ਤੁਹਾਡੇ ਕੋਲੇ, ਪੁਲਿਸ ਦਿੱਲੀ ਦੀ ਤੁਹਾਡੇ ਕੋਲੇ, ਇੱਥੇ ਮੈਂ ਬੈਠਾ ਫਲਾਨੀ ਜਗ੍ਹਾ ਜਿੰਨੇ ਵਜੇ ਤੱਕ ਕੇਜਰੀਵਾਲ ਸਾਹਿਬ ਬੈਠੇ ਆ, ਸਾਡੇ ਤੇ ਪਰਚਾ ਦਰਜ ਕਰਕੇ ਸਾਨੂੰ ਫੜ ਕੇ ਲੈ ਕੇ ਜਾਓ। ਨਹੀਂ, ਵੈਸੇ ਹੋ ਸਕਦਾ ਇੱਕ ਅੱਧੇ ਦਿਨ ਤੱਕ ਆਮ ਆਦਮੀ ਪਾਰਟੀ ਤੇ ਜਵਾਬ ਦੇਵੇ, ਪਰ ਜਿੱਦਾਂ ਇਹ ਗੱਲ ਹੈ ਕਿ ਹੁਣ 34 ਕਮਰਿਆਂ ਦਾ ਜਿੱਦਾਂ ਦਾ ਉਹਨਾਂ ਨੇ ਹਿਸਾਬ ਲਾਇਆ, 8800 ਰੁਪਈਆ ਸਕੁਅਰ ਫੁੱਟ ਤੱਕ ਕਿਸੇ ਹਿਸਾਬ 'ਚ ਨਹੀਂ ਗੱਲ ਬਣਦੀ ਨਾ। ਆਪਾਂ ਮੰਨ ਲਓ ਇੱਕ ਚੰਗਾ ਭਲਾ ਦੀ ਜਿਹੜੀ, ਮੈਂ ਜਦੋਂ ਇਹ ਖਬਰ ਆਈ ਨਾ ਉਸ ਤੋਂ ਬਾਅਦ ਇੱਕ ਦੋ ਜਿਹੜੇ ਬੰਦੇ ਰੀਅਲ ਏਸਟੇਟ ਦਾ ਕੰਮ ਕਰਦੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਯਾਰ ਕੀ ਜਾਪਦਾ ਤੁਹਾਨੂੰ, ਉਹ ਕਹਿੰਦੇ ਵੀ ਆਮ ਜਿਹੜਾ ਬੰਦਾ ਮਕਾਨ ਬਣਾਉਂਦਾ ਨਾ 1700-1800 ਰੁਪਈਆ ਸਕੁਅਰ ਫੁੱਟ ਠੇਕੇਦਾਰ ਲੈ ਲੈਂਦਾ, ਤੇ ਕੋਠੀ ਟੌਪ ਦੀ ਪਾ ਦਿੰਦਾ, ਪੂਰਾ ਸਭ ਕੁਝ ਰੰਗ ਕਰਕੇ। ਉਹ ਕਹਿੰਦੇ 2000 ਸਕੁਅਰ ਫੁੱਟ ਵੀ ਲਾ ਲਓ ਤੇ ਫਿਰ ਆਪਾਂ ਇਹ ਕਹਿੰਦੇ ਵੀ ਮਹਿਲ ਬਣਾ ਲਿਆ ਸੀ ਜੀ। ਮੈਂ ਨਾ 2500 ਲਾ ਲਓ, 3000 ਲਾ ਲਓ। ਹੁਣ ਜਿੱਦਣ ਉਹ ਟੈਂਡਰ ਭਰਿਆ ਹੋਊਗਾ ਤੇ ਉਦੋਂ ਵੀ ਤਾਂ ਕੈਲਕੂਲੇਸ਼ਨ ਹੋਈ ਹੋਊਗੀ ਕਿ 8800 ਰੁਪਈਆ ਸਕੁਅਰ ਫੁੱਟ ਦੇ ਹਿਸਾਬ ਨਾਲ ਆਪਾਂ ਸਕੂਲ ਦਾ ਕਮਰਾ ਬਣਾਉਣਾ, ਉਹ ਤੇ ਗਰਾਰੀ ਉਦੋਂ ਹੀ ਫਸ ਜਾਣੀ ਜੇ ਗੱਲ ਹੁੰਦੀ ਤਾਂ। ਇਹ ਮੈਨੂੰ ਲੱਗਦਾ ਵੀ ਨਿਕਲਦੀ ਗੱਲ ਕਿਤੇ ਹੋਰ ਜਾਣੀ ਹੈ, ਜਿਸ ਮੇਰੇ ਖਿਆਲ ਨਾਲ ਕੌਨਫੀਡੈਂਸ ਦੇ ਨਾਲ ਸਿਸੋਦੀਆ ਸਾਹਿਬ ਨੇ ਵਿਰੋਧ ਕੀਤਾ ਇਹਦਾ। ਦੇਖੋ ਸੰਧਾਲੀਆ ਸਾਹਿਬ, ਗੱਲ ਬੜੀ ਸਿੱਧੀ ਪੱਧਰੀ ਹੈ। ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਕਿ ਪੰਜਾਬ ਦੇ ਵਿੱਚ ਵੀ ਇੱਕ ਬੰਦਾ ਸੀਗਾ ਸੂਬਾ ਸਰਕਾਰ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਦੂਜੀ ਬੀਬੀ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ। ਪ੍ਰੈਸ ਕਾਨਫਰੰਸਾਂ ਕਿਉਂ? ਤੁਹਾਡੇ ਕੋਲ ਉੱਪਰਲੀ ਤਾਕਤ ਹੈ, ਉਹਨਾਂ ਦੇ ਕੋਲ ਹੇਠਲੀ ਤਾਕਤ ਹੈ, ਤੁਸੀਂ ਪਰਚੇ ਕਰੋ। ਤੁਸੀਂ ਪਰਚੇ ਕਰਨ ਦੇ ਨਾਲ ਅਦਾਲਤਾਂ ਦੇ ਵਿੱਚ ਕੇਸ ਕਰੋ। ਤੁਸੀਂ ਦਾਅਵਾ ਕਰਦੇ ਹੋ ਕਿ ਸਾਡੇ ਕੋਲ ਸਬੂਤ ਹੈ, ਸਬੂਤ ਲੋਕਾਂ 'ਚ ਨਹੀਂ ਰੱਖਣੇ ਹੁੰਦੇ। ਲੋਕਤੰਤਰ ਦੇ ਵਿੱਚ ਇੱਕ ਕਾਨੂੰਨ ਹੁੰਦਾ, ਸੰਵਿਧਾਨ ਹੁੰਦਾ, ਤੇ ਸੰਵਿਧਾਨ ਤੁਹਾਨੂੰ ਅਦਾਲਤ ਦਿੰਦਾ। ਅਸੀਂ ਜੱਜਾਂ ਨੂੰ ਪੈਸੇ ਮੁਫਤ ਬੈਠਣ ਥੋੜੀ ਦਿੰਦੇ ਆ, ਤਨਖਾਹਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਟੈਕਸ ਦੇ ਪੈਸੇ ਜਾਂਦੇ ਆ। ਤੇ ਤੁਸੀਂ ਲੋਕਾਂ ਦਾ ਸਮਾਂ ਖਰਾਬ ਕਰਨ ਦੀ ਥਾਂ, ਲੋਕਾਂ ਦੇ ਵਿੱਚ ਚੁਣ ਚਰਚਾ ਚਲਾਉਣ ਦੀ ਥਾਂ, ਕਰਨਾ ਚਾਹੀਦਾ ਸੀ ਤਿਵਾੜੀ ਸਾਹਿਬ ਨੂੰ ਕਿ ਸਿੱਧੇ ਅਦਾਲਤ ਜਾਂਦੇ, ਅਦਾਲਤ ਦੇ ਵਿੱਚ ਸਬੂਤ ਰੱਖਦੇ। ਹੁਣ ਨੂੰ ਕੇਜਰੀਵਾਲ ਸਾਹਿਬ ਸਿਸੋਦੀਆ ਸਾਹਿਬ ਤੇ ਉਹਨਾਂ ਦੇ ਠੇਕੇਦਾਰ ਰਿਸ਼ਤੇਦਾਰ ਅੰਦਰ ਹੁੰਦੇ। ਪਰ ਜੇ ਆਪਾਂ ਕੱਲੀਆਂ ਪ੍ਰੈਸ ਦੇ ਵਿੱਚ ਜਾ ਕੇ ਗੱਲਾਂ ਕਰਦੇ ਕਿਉਂਕਿ 4 ਮਹੀਨਿਆਂ ਨੂੰ ਚੋਣ ਆਉਣ ਵਾਲੀ ਹੈ, ਫਿਰ ਗੱਲ ਕਿਸੇ ਦੂਸਰੇ ਪਾਸੇ ਵੀ ਲੱਗਦੀ। ਆਹ ਜਿਹੜੀ ਗੱਲ ਤੁਸੀਂ ਕੀਤੀ ਨਾ 4 ਮਹੀਨਿਆਂ ਨੂੰ ਚੋਣ ਆਉਣ ਵਾਲੀ ਹੈ, ਬੇਸਿਕਲੀ ਇਹ ਲੱਗਦਾ ਵੀ ਉੱਪਰੋਂ ਥਾਪੜਾ ਆਓ, ਕੁਝ ਕਰ ਲਓ, ਕੁਝ ਕੱਢ ਕੇ ਕਾਗਜ਼ ਕੋਈ ਪ੍ਰੈਸ ਵਾਲਿਆਂ ਨੂੰ ਦੱਸੋ ਕੀ ਕਰਦੇ ਜੀ, ਘਰੇ ਬੈਠੇ। ਹਾਂ, ਉਹ ਜਿਹੜਾ ਪਹਿਲੇ ਕਾਗਜ਼ ਸਾਹਮਣੇ ਆਏ ਉਸ ਹਿਸਾਬ ਨਾਲ ਕਹਿੰਦੇ ਨੇ ਵੀ ਇੱਕ ਤਰ੍ਹਾਂ ਤੇ ਬੋਲੀਏ ਯਾਰ, ਜੇ ਕੱਲ ਨੂੰ ਖਲਾਰਾ ਪਊ ਪਤਾ ਤੇ ਲੱਗੇ ਮਾਲਕਾਂ ਨੂੰ ਵੀ ਯਾਰ ਅਸੀਂ ਵੀ ਕੁਝ ਕਰਨ ਰਹੇ ਹਾਂ। ਅੱਛਾ, ਤੁਸੀਂ ਆ ਹੁਣੇ ਹਰਸਿਮਰਤ ਬਾਦਲ ਹੋਰਾਂ ਦਾ ਨਾਂ ਲਿਆ ਤੇ ਮੈਨੂੰ ਉਹਨਾਂ ਦਾ ਉਹ ਟਵੀਟ ਯਾਦ ਆ ਗਿਆ, ਜਿਹੜਾ ਲਹੂਡੂਵਾਲ ਵਾਲਾ ਜਿਹੜਾ ਫੂਡ ਪਾਰਕ ਹੈ,
ਉਹਦੇ ਬਾਰੇ ਗੱਲ ਕੀਤੀ ਸੀ ਵੀ ਮਹਾਰਾਜ ਜਾਂ ਤੈਨੂੰ ਬਣਾ ਲਓ ਤੇ ਨਹੀਂ ਤੇ ਮੈਂ ਪ੍ਰੋਜੈਕਟ ਕੈਂਸਲ ਕਰ ਦੇਣਾ। ਆਪਾਂ ਜੇ ਅੱਜ ਸਟਾਰਟਿੰਗ ਦੀ ਗੱਲ ਕਰਦੇ ਸੀ ਵੀ ਪੰਜਾਬ ਨੂੰ ਤਾਂ ਇਹਨਾਂ ਪ੍ਰੋਜੈਕਟਾਂ ਦੀ ਲੋੜ ਹੈ, ਤੇ ਹੁਣ ਪੰਜਾਬ ਸਰਕਾਰ ਨੇ ਜੇ ਨਹੀਂ ਪੈਸਾ ਲਾਇਆ ਜੋ ਵੀ ਸੀਗਾ ਉਹਨਾਂ ਦਾ ਵਿੱਚੋਂ ਚੱਕਰ, ਉਹਦਾ ਕਰਕੇ ਹੁਣ ਇੱਕ ਬਣਿਆ ਬਣਾਇਆ ਪ੍ਰੋਜੈਕਟ ਜਾਂ ਮਨਜ਼ੂਰ ਹੋਇਆ ਪ੍ਰੋਜੈਕਟ ਰੱਦ ਹੋ ਜੇ, ਬੜੀ ਮਾੜੀ ਗੱਲ ਆ। ਦੇਖੋ ਸੰਧਾਲੀਆ ਸਾਹਿਬ, ਜੇ ਲਾਡੂਵਾਲ ਵਾਲਾ ਪ੍ਰੋਜੈਕਟ ਬੰਦ ਹੁੰਦਾ, ਜੀ ਰੱਦ ਹੁੰਦਾ, ਇਹਦੇ ਤੋਂ ਵੱਡਾ ਪੰਜਾਬ ਦੇ ਲੋਕਾਂ ਨਾਲ ਧੋਖਾ ਕੋਈ ਨਹੀਂ। ਉਹ ਧੋਖਾ ਕਪਤਾਨ ਸਾਹਿਬ ਨੇ ਕਰਨਾ ਜਾਂ ਬੀਬੀ ਬਾਦਲ ਦੀ ਸਰਕਾਰ ਕੇਂਦਰ ਦੀ ਨੇ ਕਰਨਾ, ਉਹ ਬਾਅਦ ਦੀਆਂ ਗੱਲਾਂ, ਉਹ ਪੰਜਾਬ ਦੇ ਲੋਕਾਂ ਨੇ ਵੇਖਣਾ। ਹੁਣ ਹਾਲਾਤ ਦੇਖੋ ਕੀ ਬਣੇ। ਹਾਲਾਤ ਇਹ ਬਣੇ ਕਿ 2015 ਚ ਜਦੋਂ ਪਿਛਲੀ ਵਾਰ ਵੀ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਸਨ ਬੀਬੀ ਜੀ, ਫੂਡ ਪ੍ਰੋਸੈਸਿੰਗ ਮਹਿਕਮਾ ਸੀ, ਉਦੋਂ ਉਹਨਾਂ ਨੇ ਪੰਜਾਬ ਦੇ ਵਿੱਚ ਮੈਗਾ ਫੂਡ ਪਾਰਕ ਜਿਹੜੇ ਨੇ ਉਹ ਮਨਜ਼ੂਰ ਕੀਤੇ। ਉਹਦੇ ਵਿੱਚ ਇੱਕ ਲਾਡੂਵਾਲ ਵਾਲਾ ਵੀ ਹੈ। ਹੁਣ ਉਹ ਪਿਛਲੇ ਸਾਲ ਮਈ ਮਹੀਨੇ ਚ 2018 ਦੇ ਵਿੱਚ ਮੁਕੰਮਲ ਹੋਣਾ ਸੀ। ਮੈਂ ਇਹ ਗੱਲ ਚੇਤੇ ਕਰਾ ਦਿਆਂ ਕਿ ਜਦੋਂ ਫੂਡ ਪਾਰਕ ਮਨਜ਼ੂਰ ਹੋਇਆ ਉਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸਨ ਪੰਜਾਬ ਦੇ। 17 ਤੱਕ ਉਹ ਰਹੇ ਨੇ, 1.5 ਸਾਲ ਉਹਦੇ ਮਨਜ਼ੂਰੀ ਤੋਂ ਬਾਅਦ। ਮੈਨੂੰ ਲੱਗਦਾ ਕਿ ਜਿੰਨੀਆਂ NOC ਵਗੈਰਾ ਮਿਲਣੀਆਂ ਸੀ, ਜੋ ਪੈਸਾ ਧੇਲਾ ਉਦੋਂ ਪ੍ਰਵਾਨ ਕਰਾ ਲੈਣਾ ਚਾਹੀਦਾ ਸੀ ਤਾਂ ਜੋ ਫੂਡ ਪਾਰਕ ਮੁਕੰਮਲ ਹੋ ਜਾਂਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਕੈਪਟਨ ਸਾਹਿਬ ਦੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਹੁਣ ਬੀਬੀ ਜੀ ਨੇ ਕਿਹਾ ਕਿ ਸਾਲ ਅਸੀਂ ਲੇਟ ਹਾਂ। ਮੈਂ ਕਈ ਵਾਰ ਆਖ ਚੁੱਕੀ ਹਾਂ ਕਪਤਾਨ ਸਾਹਿਬ ਨੂੰ, ਪਰ ਉਹਨਾਂ ਨੇ ਅਜੇ ਤੱਕ ਇਹ ਫੂਡ ਪਾਰਕ ਚਾਲੂ ਨਹੀਂ ਕਰਾਇਆ, ਤੇ ਅਸੀਂ ਮਜਬੂਰੀ ਦੇ ਵਿੱਚ ਜੇ ਅਗਲੇ ਮਹੀਨੇ ਤੱਕ ਵੀ ਇਹ ਚਾਲੂ ਨਾ ਹੋਇਆ ਤੇ ਇਹਨੂੰ ਬੰਦ ਕਰਨਾ ਪਊਗਾ ਸਾਨੂੰ। ਸਾਡੇ ਮਹਿਕਮੇ ਦੀਆਂ ਕੁਝ ਹਦਾਇਤਾਂ ਨੇ, ਕੁਝ ਨਿਯਮ ਨੇ ਤੇ ਕੁਝ ਕਾਨੂੰਨ ਨੇ। ਅਜੇ ਤੱਕ ਪੰਜਾਬ ਦੀ ਸਰਕਾਰ ਨੇ ਕੋਈ ਇਹਦਾ ਜਵਾਬ ਨਹੀਂ ਦਿੱਤਾ। ਕੇਂਦਰ ਸਰਕਾਰ ਵਾਲੇ ਕਹਿੰਦੇ ਕਿ ਅਸੀਂ ਤਾਂ 50 ਕਰੋੜ ਵੀ ਦੇ ਚੁੱਕੇ ਹਾਂ, 50 ਕਰੋੜ ਲਾ ਵੀ ਚੁੱਕੇ ਹਾਂ। ਪੰਜਾਬ ਸਰਕਾਰ ਦੱਸੇ। ਦੇਖੋ, ਜੇ ਤਾਂ ਕਪਤਾਨ ਸਾਹਿਬ ਚਾਹੁੰਦੇ ਆ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ, ਪੰਜਾਬ ਦੇ ਵਪਾਰੀਆਂ ਨੂੰ ਬਚਾਉਣਾ ਹੈ, ਇੱਦਾਂ ਦੇ ਵੱਡੇ ਫੂਡ ਪਾਰਕ ਬਣਾ ਕੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਮਿਹਨਤ ਕਰਨ ਦੇ, ਕੰਮ ਕਰਨ ਦੇ ਮੌਕੇ ਸਿਰਜਣੇ ਆ, ਫਿਰ ਤਾਂ ਭਾਵੇਂ ਮਾੜਾ ਮੋਟਾ ਸੱਜੇ ਖੱਬੇ ਤੰਗ ਹੋ ਕੇ ਕਿਸੇ ਦੇ ਥੱਲੇ ਲੱਗ ਕੇ ਜੋ ਵੀ ਹੈ ਇਹ ਫੂਡ ਪਾਰਕ ਚਾਲੂ ਹੋਣਾ ਚਾਹੀਦਾ। ਪਰ ਜੇ ਪੰਜਾਬ ਦੀ ਸਭ ਤੋਂ ਵੱਡੀ ਲੋੜ ਫੂਡ ਪ੍ਰੋਸੈਸਿੰਗ ਮਹਿਕਮੇ ਦੇ ਕੰਮਾਂ ਦੀ, ਉਹਨੂੰ ਵੀ ਅਸੀਂ ਸਿਆਸੀ ਤੌਰ ਦੇ ਉੱਤੇ ਵਿਹੜੇ ਦੇ ਵਿੱਚ ਵੱਟ ਕੇ ਉਹ ਪਾਣੀ ਸੁੱਟ ਰੱਖਣਾ ਕਿ ਭਾਈ ਮਜ਼ਬੂਤ ਹੋ ਜਾਊਗਾ, ਫਿਰ ਕੰਮ ਔਖਾ। ਵੈਸੇ ਮੈਨੂੰ ਲੱਗਦਾ ਬਾਠ ਸਾਹਿਬ ਕਿ ਨਾ ਲੀਡਰਾਂ ਦੀ ਆਦਤ ਇਹ ਬਣ ਚੁੱਕੀ ਹੈ ਵੀ ਪਹਿਲੀ ਗੱਲ ਤੇ ਵੀ ਇਹ ਫਲਾਨਾ ਕੰਮ ਇਹ ਵੀ ਮੇਰੀ ਪਾਰਟੀ ਕਰੇ, ਆਹ ਕੰਮ ਮੇਰੀ ਪਾਰਟੀ ਕਰੇ, ਕੱਲ੍ਹ ਨੂੰ ਵੋਟਾਂ 'ਚ ਆਪਾਂ ਗਣਾਵਾਂਗੇ ਵੀ ਇਹ ਸਾਡੀ ਪਾਰਟੀ ਨੇ ਕੀਤਾ। ਜਦੋਂ ਇੱਕ ਪਾਰਟੀ ਦੀ ਵੀ ਗੱਲ ਆ ਜਾਂਦੀ ਨਾ, ਫਿਰ ਉਹ ਦੂਸਰੇ ਪਾਸੇ ਘੁੰਮ ਜਾਂਦੇ। ਇਹ ਫਿਰ ਹੁਣ ਮੇਰੇ ਹਲਕੇ ਦੇ ਹਿਸਾਬ ਨਾਲ ਹੀ ਹੋਵੇ, ਇਹ ਕੰਮ ਵੀ ਮੇਰੇ ਹਲਕੇ ਦੇ ਹਿਸਾਬ ਨਾਲ ਹੋਵੇ। ਆਹ ਕੰਮ ਦੇ ਵਿੱਚ ਫਿਰ ਆਪਾਂ ਵੋਟਾਂ 'ਚ ਆਖਾਂਗੇ ਆਹ ਦੇਖੋ ਮੈਂ ਹਲਕੇ ਲਈ ਕੀਤਾ। ਫਿਰ ਜਦੋਂ ਹਲਕੇ ਦੀ ਵੀ ਗੱਲ ਆ ਜਾਂਦੀ, ਫਿਰ ਉਹਦੇ ਵਿੱਚ ਵੀ ਕਿਉਂਕਿ 2-4 ਲੀਡਰ ਪਾਰਟੀ ਦੇ ਹੁੰਦੇ ਆ, ਫਿਰ ਪਰਿਵਾਰ 'ਤੇ ਆ ਜਾਂਦੇ ਨੇ। ਇਹ ਗੱਲ ਵੀ ਫਿਰ ਮੇਰਾ ਨਾਂ ਲੱਗੇ ਜਾਂ ਫਿਰ ਪਰਿਵਾਰ ਦੇ ਮੈਂਬਰ ਦਾ ਨਾਂ ਹੀ ਲੱਗੇ, ਕੋਈ ਹੋਰ ਬੰਦਾ ਕ੍ਰੈਡਿਟ ਨਾ ਲੈ ਜੇ। ਆਹ ਜਿਹੜੀ ਹਰ ਗੱਲ ਦੇ ਵਿੱਚ ਕ੍ਰੈਡਿਟ ਦੌੜ ਤੇ ਅਲਟੀਮੇਟਲੀ ਘੁੰਮ ਘੁਮਾ ਕੇ ਵੋਟਾਂ 'ਤੇ ਜਾ ਕੇ ਕੈਲਕੂਲੇਸ਼ਨ ਕਰਨ ਲੱਗ ਪੈਂਦੇ ਨੇ, ਇਹਦਾ ਕਰਕੇ ਮੈਂ ਜ਼ਿਆਦਾ ਬੇੜਾ ਕਰਕੇ ਇਹ ਪੰਜਾਬ ਦੀ ਗੱਲ ਨਹੀਂ, ਆਲ ਓਵਰ ਇੰਡੀਆ ਹੀ ਇਹ ਹਾਲ ਆ। ਇੱਕ ਗੱਲ ਤੁਸੀਂ ਭੁੱਲ ਗਏ, ਕਈ ਵਾਰੀ ਪਰਿਵਾਰ 'ਚ ਵੀ ਹੁੰਦਾ, ਪਰਿਵਾਰ ਦੇ ਵਿੱਚ ਵੀ ਮੇਰੇ ਇਹਦਾ ਨਾਂ ਲੱਗੇ ਤੇ ਫਲਾਣੇ ਦਾ ਨਾਂ ਨਾ ਲੱਗਿਆ। ਪਿਛਲੀ ਵਾਰੀ ਇੱਕ ਪਾਰਟੀ ਬਣ ਗਈ ਸੀ ਪੰਜਾਬ ਦੇ ਵਿੱਚ, ਉਹ ਕਰੁਣਾਨਿਧੀ ਹੋਰਾਂ ਦੀ, ਕਦੀ ਮੋਜੀ ਅੱਡ ਤੁਰੀ ਫਿਰਦੀ ਆ, ਸਟਾਲਿਨ ਅੱਡ ਤੁਰਿਆ ਫਿਰਦਾ। ਕਿੰਨੇ ਪਰਿਵਾਰ ਨੇ ਜਿਹੜੇ ਉੱਪਰੋਂ ਕੰਮ ਸ਼ੁਰੂ ਕਰਦੇ ਹੌਲੀ ਹੌਲੀ ਆਉਂਦੇ ਆਪਸ ਦੇ ਵਿੱਚ ਹੀ ਪਾਟ ਜਾਂਦੇ ਆ। ਸੋ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਇੱਕ ਨੁਕਤਾ। ਇਸ ਵੇਲੇ ਸਿਆਸਤਦਾਨ ਬਿਲਕੁਲ ਨਹੀਂ ਵੇਖਦੇ ਕਿ ਪੰਜਾਬ ਨੂੰ ਜਿਹੜੀ ਚੀਜ਼ ਚਾਹੀਦੀ ਹੈ ਕਿੱਥੇ ਚਾਹੀਦੀ ਹੈ, ਉਹ ਵੇਖਦੇ ਆ ਕਿ ਸਾਨੂੰ ਕਿੱਥੇ ਲੋੜ ਹੈ, ਸਾਨੂੰ ਵੋਟਾਂ ਚਾਰ ਕਿੱਥੋਂ ਪੈਣੀਆਂ। ਏਅਰਪੋਰਟ ਬਣਾਤੇ, ਏਮਜ਼ ਬਣਾਤਾ, ਬੜਾ ਕੁਝ ਬਣਾਤਾ। ਹੁਣ ਕਪਤਾਨ ਸਾਹਿਬ ਨੇ ਵੀ ਪਹਿਲੇ ਜਿਹੜੇ 10 ਬੰਦੇ ਵੱਖ-ਵੱਖ ਕਾਰਪੋਰੇਸ਼ਨਾਂ ਦੇ ਵਿੱਚ ਜਾਂ ਕਮਿਸ਼ਨਾਂ ਦੇ ਵਿੱਚ ਲਾਏ ਸੀ, ਬਹੁਤੇ ਉਹਦੇ ਵਿੱਚੋਂ ਪਟਿਆਲੇ ਦੇ ਸੀ। ਕਿ ਬਾਕੀ ਪੰਜਾਬ ਦੇ ਵਿੱਚ ਕੋਈ ਯੋਗ ਬੰਦਾ ਹੈ ਹੀ ਨਹੀਂ ਜਿਹੜਾ ਬਿਜਲੀ ਬੋਰਡ ਨੂੰ ਸਾਂਭ ਲੈ, ਪੈਪਸੂ ਨੂੰ ਸਾਂਭ ਲੈ। ਜੇ ਆਪਾਂ ਸਾਰਾ ਪਟਿਆਲਾ ਭਰਤੀ ਕਰਨਾ, ਫਿਰ ਆਪਾਂ ਭਲਕ ਨੂੰ ਇਹ ਕਹਿਣ ਜੋਗੇ ਤਾਂ ਨਹੀਂ ਕਿ ਬਾਦਲ ਪਰਿਵਾਰ ਸਾਰਾ ਕੁਝ ਬਠਿੰਡੇ ਲੈ ਗਿਆ ਸੀ। ਅੱਛਾ, ਇੱਕ ਗੱਲ ਹੋਰ, ਕੱਲ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਜਿਹੜੀ ਹੋਈ ਰਾਹੁਲ ਗਾਂਧੀ ਨਾਲ, ਐਂ ਲੱਗਦਾ ਸੀ ਉਹ 'ਚੋਂ ਕੁਝ ਨਿਕਲਣਾ, ਉਹ ਨਿਕਲੇ ਕੁਝ ਨਹੀਂ ਮੁੜ ਕੇ। ਕਈ ਵਾਰੀ ਨਾ ਬੀਬੀਆਂ ਘਰੋਂ ਸੋਚ ਕੇ ਜਾਂਦੀਆਂ ਵਿਆਹ ਦੇ ਉੱਤੇ ਜਾਣਾ, ਕਿਸੇ ਪਾਰਟੀ ਦੇ ਉੱਤੇ ਜਾਣਾ ਕਿ ਮੈਂ ਨਾ 1100 ਰੁਪਇਆ ਸ਼ਗਨ ਦੇਣਾ, ਤੇ ਉਹ ਪਰ 1100 ਰੁਪਇਆ ਪਾਉਣਾ ਨਹੀਂ ਲਿਫਾਫੇ ਦੇ ਵਿੱਚ, ਉਹ ਮੌਕੇ ਤੇ ਪਾਉਣਾ ਹੁੰਦਾ। ਜਦੋਂ ਉੱਥੇ ਜਾ ਕੇ ਵੇਖਣਾ, ਹਾਂ ਮੇਰੀ ਤਾਂ ਪੁੱਛ ਪ੍ਰਤੀਤ ਹੀ ਨਹੀਂ ਕੀਤੀ, ਮੈਨੂੰ ਤਾਂ ਇੱਕ ਵਾਰੀ ਨਮਸਤੇ ਕਹਿ ਕੇ ਮੁੜ ਕੇ ਤਾਂ ਸਾਡੇ ਲਾਗੇ ਵੀ ਨਹੀਂ ਆਏ, ਸਾਨੂੰ ਤਾਂ ਕਿਸੇ ਨੇ ਉੱਥੇ ਪਾਣੀ ਵੀ ਨਹੀਂ ਪੁੱਛਿਆ। ਜਦੋਂ ਸਾਡੇ ਆਏ ਸੀ ਅਸੀਂ 2-2 ਸਮੋਸੇ ਖਵਾਏ ਸੀ। ਤਾਂ ਫਿਰ ਉਹ ਬੀਬੀ ਪਤਾ ਕਰਦੀ ਹੈ, 1100 ਦੀ ਜਗ੍ਹਾ ਦੇ ਉੱਤੇ 500 ਦਾ ਇੱਕ ਉਹ ਵੀ ਪੁਰਾਣਾ ਨੋਟ ਜਿਹੜਾ ਇੱਕ ਪਾਸੇ ਥੋੜ੍ਹਾ ਜਿਹਾ ਕੋਨਾ ਫਟਿਆ ਹੋਇਆ, ਉਹ ਪਾ ਕੇ, ਆ ਲਓ ਭੈਣ ਜੀ ਹੁਣ ਮੈਂ ਚਲਦੀ ਹਾਂ, ਸਤਿ ਸ਼੍ਰੀ ਅਕਾਲ। ਇੱਦਾਂ ਹੀ ਗੱਲ ਹੋਈ ਉੱਥੇ। ਇਹ ਤਾਂ ਮੈਂ ਫਿਰ ਵੀ ਤੁਸੀਂ ਕਿ ਚੰਗੀ ਬੀਬੀ ਦੀ ਗੱਲ ਕੀਤੀ, ਇਹਦੇ 500 ਸ਼ਗਨ ਪਾਤਾ, ਨਹੀਂ ਤਾਂ ਅਸੀਂ ਤਾਂ ਫਿਰ 250 ਹੀ ਡਾਲਦੇ ਹੈਗੇ, ਜ਼ਿਆਦਾ ਨਹੀਂ ਹੈਗਾ। ਮੈਂ ਦੇਖ ਕੇ ਕਾਪੀ ਚੈੱਕ ਕੀਤੀ, ਤੁਸੀਂ ਵੀ ਇੰਨਾ ਹੀ ਦਿੱਤਾ। ਹੁਣ ਦੇਖੋ, ਪਰ ਫਿਰ ਵੀ ਮੈਂ ਨਾ ਹੁਣ ਤਾਂ ਇਹ ਕੰਮ ਬਹੁਤ ਮਹਿੰਗਾ ਹੋ ਗਿਆ। ਮੈਨੂੰ ਅਜੇ ਵੀ ਸਮਾਂ ਯਾਦ ਆਉਂਦਾ ਜਦੋਂ 10 ਰੁਪਏ ਸ਼ਗਨ ਮੋਸਟਲੀ ਪੈਂਦਾ ਹੁੰਦਾ ਸੀ। 50 ਰੁਪਏ ਜਿੰਨੇ ਪਾ ਦੇਣੇ ਉਹਦਾ ਕਿਆ ਹੀ ਬਾਤ ਸੀ। ਉਹ ਫਿਰ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ ਠੀਕ ਦੱਸਿਆ ਹੋਣਾ, ਸਾਡੇ ਵਾਰੀ ਤਾਂ ਠੀਕ ਚੱਲਦਾ ਸੀ। ਨਹੀਂ ਮੈਂ ਗੱਲ ਕਰਦਾ ਜਦੋਂ ਆਮ ਨਿੱਕੇ ਹੁੰਦਾ, ਮੈਂ ਉਦੋਂ ਦੀ ਗੱਲ ਕਰਦਾ ਜਦੋਂ ਖੁਦ ਜਦੋਂ ਉਧਰੋਂ ਕਿਤੇ ਕਾਰ ਦੇ ਉੱਤੋਂ ਦੀ ਉਹ ਸੁੱਟ ਜੀ ਨਹੀਂ ਕਰਦੇ ਹੁੰਦੇ ਜੀ, ਉਦੋਂ ਖੁਦ ਵੀ ਇੱਧਰ ਉੱਧਰ 2-4 ਪੈਰ ਥੱਲੇ ਰੱਖ ਲੈਣਾ ਵੀ ਜੇ ਉਹ ਆਖੇ ਨਾ ਕੋਈ ਓਏ ਤੁਸੀਂ ਚੁੱਕਦੇ ਨੋਟ,
ਉਦੋਂ ਵੀ ਚੁੱਕ ਲੈਣੇ ਪਏ ਹੈ ਨਾ। ਦੇਖੋ, ਉਸ ਸਮੇਂ ਦੀ ਗੱਲ ਕਰਦਾ ਮੈਂ ਤਾਂ ਕਹਿੰਦਾ ਕਈ ਵਾਰੀ ਭਾਨ ਦੇ ਜਦੋਂ 2 ਰੁਪਏ ਹੱਥ ਆ ਜਾਣੇ ਉਦੋਂ ਐ ਕਰਕੇ ਐ ਕੰਧ ਦੇ ਨਾਲ ਲੱਗ ਕੇ ਜਾਣਾ ਕਿ ਹੁਣ ਕੋਈ ਖੋਹ ਨਾ ਲਵੇ। ਖੋਹ ਨਾ ਲਵੇ। ਨਾਲੇ ਗੱਲ ਇਹ ਹੁੰਦੀ ਵੀ ਹੁਣ ਕੁਲਫੀ ਵਾਲਾ ਕਿੱਥੇ ਦੀਦਾ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਜਿਹਦੇ ਹੱਥ ਦੇ ਵਿੱਚ ਉਹ ਗੁਥਲੀ ਹੁੰਦੀ ਸੀ, ਜਿਹਨੇ ਉੱਪਰ ਦੀ ਪੈਸੇ ਸੁਣੇ ਹੁੰਦੇ ਸੀ, ਉਹਦੇ ਵੱਲ ਤਾਂ ਉਦੋਂ ਆਪਾਂ ਜਦੋਂ ਛੋਟੇ ਹੁੰਦੇ ਸੀ ਐਂ ਵੇਖੀਦਾ ਜਿਵੇਂ ਅੱਜ ਕੱਲ੍ਹ ਲੀਡਰ ਟਿਕਟਾਂ ਨੂੰ ਨਾਲ ਦੇਖਦੇ ਆ ਨਾ। ਅੱਛਾ, ਆਪਾਂ ਮੁੱਖ ਮੰਤਰੀ ਸਾਹਿਬ ਤੇ ਰਾਹੁਲ ਗਾਂਧੀ ਹੋਰਾਂ ਦੀ ਮੀਟਿੰਗ ਤੇ ਆ ਜਾਈਏ, ਕਿਉਂਕਿ ਉਸ ਮੀਟਿੰਗ 'ਚੋਂ ਨਿਕਲਦਾ ਤਾਂ ਜਾਪਦਾ ਇਹ ਸੀ ਵੀ ਸ਼ਾਇਦ ਰਾਹੁਲ ਗਾਂਧੀ ਹੋਰੀ ਮੰਨ ਜਾਣਗੇ। ਉਹ ਕਹਿੰਦੇ ਵੀ ਨਹੀਂ, ਰਾਹੁਲ ਗਾਂਧੀ ਹੋਰੀ ਨਹੀਂ ਮੰਨੇ, ਤੇ ਨਾ ਉਹ ਦੂਸਰੀ ਕੰਮ ਦਾ ਹੀ ਕੁਛ ਬਣਿਆ ਵੀ ਸਿੱਧੂ ਸਾਹਿਬ ਵਾਲਾ ਮਸਲਾ ਜਾਂ ਪੰਜਾਬ ਦੇ ਜਿਹੜੇ ਆਪਸ 'ਚ ਟਸਲਾ ਉਹਦਾ ਕੁਛ ਹੱਲ ਕਰ ਲਈਏ। ਦੇਖੋ, 5 ਮੁੱਖ ਮੰਤਰੀ ਨੇ ਇਸ ਵੇਲੇ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕਾਂਗਰਸ ਪਾਰਟੀ ਦੇ। ਇੱਕ ਆਪਣੇ ਕੈਪਟਨ ਸਾਹਿਬ ਨੇ, ਦੂਸਰੇ ਪਾਸੇ ਕਮਲਨਾਥ ਨੇ, ਤੀਸਰੇ ਪਾਸੇ ਅਸ਼ੋਕ ਗਹਿਲੋਤ ਨੇ, ਇੱਕ ਭੁਪੇਸ਼ਵਰੀ ਆ ਛੱਤੀਸਗੜ੍ਹ ਵਾਲੇ, ਤੇ 5ਵੇਂ ਪੁਡੂਚੇਰੀ ਵਾਲੇ ਨੇ। ਪੰਜੇ ਗਏ ਇਕੱਠੇ ਹੋ ਕੇ। ਕਮਲਨਾਥ ਹੋਰਾਂ ਦੀ ਤਾਂ ਬਾਂਹ ਟੁੱਟੀ, ਉਹ ਮੈਨੂੰ ਲੱਗਦਾ ਉਹਨਾਂ ਨੇ ਕੁਝ ਪਾਇਆ ਸੀ ਹੱਥ ਦੇ ਵਿੱਚ ਜਦੋਂ ਮੈਂ ਤਸਵੀਰਾਂ ਵੇਖੀਆਂ। ਉਹਨਾਂ ਦੀ ਪਰ ਅਗਵਾਈ ਸੀ, ਉਹਨਾਂ ਦੀ ਅਗਵਾਈ 'ਚ ਗਏ ਤੇ ਰਾਹੁਲ ਗਾਂਧੀ ਦਾ ਜਾ ਕੇ ਮਿੰਨਤ ਤਰਲਾ ਕੀਤਾ ਕਿ ਤੁਸੀਂ ਬਸ ਕਰੋ ਗੁੱਸਾ, ਤੁਸੀਂ ਹੁਣ ਪ੍ਰਧਾਨਗੀ ਸਾਂਭ ਲਓ। ਸਾਰੇ ਦੇਸ਼ ਦੇ ਕਾਂਗਰਸੀ ਕਹਿੰਦੇ ਆ ਕਿ ਤੁਸੀਂ ਪ੍ਰਧਾਨ ਬਣੋ ਜ਼ਰੂਰ। ਉੱਥੇ ਨਵਜੋਤ ਸਿੰਘ ਸਿੱਧੂ ਵਾਲੀ ਕੋਈ ਗੱਲ ਨਹੀਂ ਹੋਈ। ਤੇ 2 ਘੰਟੇ ਦੀ ਮੀਟਿੰਗ ਤੋਂ ਬਾਅਦ ਇਹ ਪਤਾ ਅੰਦਰ ਖਾਤੇ ਤਾਂ ਲੱਗਾ ਸੀ ਕਿ ਕਮਲਨਾਥ ਵੀ ਕਹੀ ਜਾਂਦਾ ਤੇ ਅਸ਼ੋਕ ਗਹਿਲੋਤ ਵੀ ਕਿ ਭਾਈ ਅਸੀਂ ਅਸਤੀਫੇ ਦੇ ਦਿੰਦੇ ਹਾਂ। ਗਹਿਲੋਤ ਸਾਹਿਬ ਕਹਿੰਦੇ ਮੈਂ ਮੁੱਖ ਮੰਤਰੀ ਦੀ ਕੁਰਸੀ ਛੱਡਣ ਦਾ ਜਦੋਂ ਨਤੀਜਾ ਅਸੀਂ ਉਦੋਂ ਹੀ ਟੈਲੀਫੋਨ ਕਰਕੇ ਗਾਂਧੀ ਸਾਹਿਬ ਨੂੰ ਕਹਿਤਾ ਸੀ ਕਿ ਮੈਂ ਛੱਡ ਦੇਣਾ। ਤੇ ਕਮਲਨਾਥ ਹੋਰੀ ਕਹਿੰਦੇ ਕਿ ਮੈਂ ਸੂਬਾ ਕਾਂਗਰਸ ਦਾ ਪ੍ਰਧਾਨ ਵੀ ਹਾਂ, ਮੈਂ ਪ੍ਰਧਾਨਗੀ ਦੀ ਕੁਰਸੀ ਛੱਡ ਦੇਣਾ। ਪਰ ਨਾ ਕਿਸੇ ਨੇ ਅਸਤੀਫਾ ਦਿੱਤਾ, ਨਾ ਰਾਹੁਲ ਗਾਂਧੀ ਨੇ ਅਸਤੀਫਾ ਮੰਗਿਆ। ਹਾਂ, ਇੰਨੀ ਗੱਲ ਹੀ ਹੋਈ ਕਿ ਅਸੀਂ ਰਾਹੁਲ ਗਾਂਧੀ ਨੂੰ ਕਹਿ ਕੇ ਆਏ ਹਾਂ ਕਿ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਅਸੀਂ ਨਹੀਂ ਛੱਡਦੇ, ਤੁਸੀਂ ਸੂਬਾ ਕਾਂਗਰਸ ਦੇ ਪ੍ਰਧਾਨਾਂ ਦੀਆਂ ਕੁਰਸੀਆਂ ਵੀ ਰਹਿਣ ਦਿਓ ਤੇ ਕੌਮੀ ਪ੍ਰਧਾਨ ਤੁਸੀਂ ਬਣੇ ਰਹੋ। ਹੁਣ 2 ਚੀਜ਼ਾਂ ਦਾ ਪਤਾ ਲੱਗਾ। ਰਾਹੁਲ ਗਾਂਧੀ ਜੇ ਨਹੀਂ ਮੰਨਦੇ, ਮਹਾਰਾਸ਼ਟਰ ਦਾ ਇੱਕ ਬਹੁਤ ਵੱਡਾ ਕਾਂਗਰਸੀ ਲੀਡਰ ਹੈ, ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦਾ, ਸੁਸ਼ੀਲ ਕੁਮਾਰ ਸ਼ਿੰਦੇ, ਉਸ ਬੰਦੇ ਦੇ ਉੱਤੇ ਗੁਣਾ ਪੈਂਦਾ ਨਜ਼ਰ ਆ ਰਿਹਾ, ਕਿਉਂਕਿ ਬੜੇ ਬੰਦਿਆਂ ਦੇ ਬਾਰੇ ਸੋਚ ਵਿਚਾਰ ਕੀਤੀ ਗਈ ਸੀ ਪਰ ਉਹ ਗਾਂਧੀ ਪਰਿਵਾਰ ਦਾ ਬਹੁਤ ਵਫਾਦਾਰ ਹੈ। ਕਦੇ ਉਸ ਬੰਦੇ ਨੇ ਪਾਰਟੀ ਨਹੀਂ ਬਦਲੀ, ਅਨੁਸ਼ਾਸਨ ਦਾ ਪੱਕਾ ਹੈ। ਹੋ ਸਕਦਾ ਕਿ ਸਾਲ 6 ਮਹੀਨੇ ਦੇ ਲਈ ਹੁਣ ਰਾਹੁਲ ਗਾਂਧੀ ਦੀ ਥਾਂ ਉਹਨਾਂ ਨੂੰ ਪ੍ਰਧਾਨਗੀ ਦਿੱਤੀ ਜਾਵੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, 4 ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਲਾਈ ਜਾਣ, ਉੱਤਰ ਦੱਖਣ ਪੂਰਬ ਪੱਛਮ ਦੇ ਅੱਡ-ਅੱਡ। ਤੇ ਰਾਹੁਲ ਗਾਂਧੀ ਦੇ ਬਾਰੇ ਪਤਾ ਲੱਗਿਆ ਕਿ ਉਹ ਬੜੀ ਜਲਦੀ ਇੱਕ ਫੈਸਲਾ ਲੈ ਸਕਦੇ ਆ ਗਰਮੀ ਘਟਦੇ ਕਿ ਮੈਂ ਭਾਰਤ ਦੀ ਪੈਦਲ ਯਾਤਰਾ ਕਰਨੀ ਹੈ। ਉਹਦੇ ਲਈ ਬਕਾਇਦਾ ਇੱਕ ਨੌਜਵਾਨ ਆਗੂਆਂ ਦੀ ਤੇ ਇੱਕ ਬਜ਼ੁਰਗ ਆਗੂਆਂ ਦੀ ਇੱਕ ਸਾਂਝੀ ਟੀਮ ਬਣਾਈ ਜਾ ਰਹੀ ਹੈ ਕਿ ਭਾਈ ਮੈਂ ਪ੍ਰਧਾਨ ਨਹੀਂ ਹੋਣਾ, ਨਾ ਮੈਨੂੰ ਰੈਲੀ 'ਚ ਭਾਸ਼ਣ ਦੇਣ ਦੀ ਲੋੜ, ਨਾ ਮੈਨੂੰ ਪਾਰਟੀ ਦੀਆਂ ਮੀਟਿੰਗਾਂ ਕਰਨ ਦੀ ਲੋੜ। ਫਿਰ ਸਾਲ 6 ਮਹੀਨੇ ਲਗਾਤਾਰ ਉਹ ਪੈਦਲ ਯਾਤਰਾ ਚੱਲੂ, ਜਿਹਦੇ ਨਾਲ ਕਿ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਮੋਟੀਵੇਟ ਕਰਨਗੇ, ਮਨੋਬਲ ਵਧਾਉਣਗੇ। ਪਰ ਇਸ ਪੈਦਲ ਯਾਤਰਾ 'ਚ ਕਿਹੜਾ ਕਾਂਗਰਸੀ ਲੀਡਰ ਜਿਹੜਾ ਤੁਰ ਸਕੂਗਾ? ਗਾਂਧੀ ਸਾਹਿਬ ਤੁਰ ਸਕਣਗੇ ਕਿ ਨਹੀਂ ਇਹ ਤਾਂ ਪਤਾ ਨਹੀਂ, ਪਰ ਕਾਂਗਰਸ ਪਾਰਟੀ ਅੱਜ ਦੇ ਹਾਈਟੈਕ ਜ਼ਮਾਨੇ 'ਚ ਕੀ ਪੈਦਲ ਯਾਤਰਾ ਦੇ ਨਾਲ ਕੁਝ ਖੱਟ ਸਕੇਗੀ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਵੈਸੇ ਬਾਠ ਸਾਹਿਬ, ਜਿੱਥੋਂ ਤੱਕ ਇਹ ਗੱਲ ਪਹੁੰਚ ਗਈ ਹੈ ਨਾ ਕਿ ਰਾਹੁਲ ਗਾਂਧੀ ਹੋਰਾਂ ਦਾ ਹਰ ਦੂਜੇ ਇੱਕ ਦਿਨ ਬਿਆਨ ਆਉਂਦਾ, ਕਦੀ ਉਹ ਇੱਧਰ ਨੂੰ ਘੁਮਾ ਕੇ ਇਹ ਦਬਕਾ ਮਾਰਦੇ, ਕੋਈ ਅਸਤੀਫਾ ਦੇ ਦੇ, ਉੱਧਰੋਂ ਮਾਰਦੇ ਦਬਕਾ, ਕੋਈ ਅਸਤੀਫਾ ਦੇ ਦੇ, ਕੋਈ ਜ਼ਿੰਮੇਵਾਰੀ ਚੱਕ ਲੇ। ਪਰ ਦੇਖੋ, ਇੱਕ ਇੰਨੀ ਪੁਰਾਣੀ ਪਾਰਟੀ, ਉਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਦਾ ਰੌਲਾ ਹੋਵੇ ਤੇ ਜਾਂ ਪ੍ਰਧਾਨ ਜਿਹੜਾ ਉਹਦੇ ਵਿੱਚ ਇੰਨੀ ਪਾਵਰ ਨਾ ਹੋਵੇ, ਕੋਈ 4 ਬੰਦਿਆਂ ਨੂੰ ਕਹਿ ਸਕੇ ਮੈਂ ਫਲਾਨਾ ਕੱਢਿਆ ਹੋਏ, ਢੀਂਡੇ ਨੂੰ ਲਾਇਆ ਹੋਏ, ਫਲਾਨਾ ਮੁੱਖ ਮੰਤਰੀ ਆ ਹੋਊਗਾ, ਢੀਂਡਾ ਹੋਊਗਾ। ਪ੍ਰਧਾਨਗੀ ਤੇ ਹੁੰਦੀ ਇਹ ਵਾਲੀ ਜੇ ਨਹੀਂ, ਤੇ ਮੇਰੇ ਖਿਆਲ ਨਾਲ ਉਹਨਾਂ ਦੇ ਨਾਲ ਹੀ ਇੱਕ 2 ਨੰਬਰ ਦੀ ਪਾਰਟੀ ਹੈਗੀ, ਉਹ ਸ਼੍ਰੋਮਣੀ ਅਕਾਲੀ ਦਲ। ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦੇਖ ਲੈਣ, ਲੱਖ ਉਦੋਂ ਲੋਕਾਂ ਨੇ ਆਖਿਆ ਵੀ ਫਲਾਨੇ ਨੂੰ ਲਾ ਦਿਓ ਜੀ, ਪ੍ਰਧਾਨ ਅਸਤੀਫਾ ਦਿਓ, ਕਹਿੰਦੇ ਤਿੱਤਰ ਹੋ ਜਾਓ ਇੱਥੋਂ ਸਾਰੇ, ਕੋਈ ਨਹੀਂ ਪ੍ਰਧਾਨ ਮੈਂ ਰਹੂੰਗਾ, ਹੋਰ ਕੋਈ ਨਹੀਂ ਰਹੂਗਾ। 5-4 ਬੰਦੇ ਉਹਨੇ ਰੱਖੇ ਵੀ ਨਾਲ ਹੀ, ਉਹ ਕਹਿੰਦੇ ਨਹੀਂ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਇਹ ਹੋਈ ਨਾ ਗੱਲ। ਮੈਂ ਤਾਂ ਇਹ ਉਦਾਹਰਨ ਇਸ ਕਰਕੇ ਦੇ ਰਿਹਾ ਕਿਉਂਕਿ ਪੁਰਾਣੀਆਂ ਪਾਰਟੀਆਂ, ਇਹ ਨਹੀਂ ਕੋਈ, ਵੈਸੇ ਤਾਂ ਇੰਡੀਆ 'ਚ ਬਹੁਤ ਸਾਰੀਆਂ ਪਾਰਟੀਆਂ ਨੇ, ਪਰ ਜੇ ਆਪਾਂ ਹੁਣ ਵੀ ਤਰਲੇ ਮਿੰਨਤਾਂ ਦੇ ਹਿਸਾਬ ਨਾਲ ਕਹਿ ਰਹੇ ਹਾਂ ਵੀ ਕਦੀ ਮੈਂ ਇਹਨੂੰ ਅੰਦਰ ਖਾਤੇ ਜੇ ਕਹਿਣਾ ਇਹ ਕੁਛ ਕਰ ਲਵੇ, ਫਲਾਨਾ ਅਸਤੀਫਾ ਦੇ ਦੇਵੇ, ਇੱਦਾਂ ਥੋੜ੍ਹਾ ਪਾਰਟੀ ਚੱਲਦੇ। ਜੇ ਆਪਾਂ ਪਾਰਟੀ 'ਚ ਆਪਣਾ ਉਹ ਮਜ਼ਬੂਤ ਆਪਣਾ ਲੀਡਰੀ ਨਹੀਂ ਦਿਖਾ ਸਕਦੇ ਤੇ ਫਿਰ ਦੇਸ਼ ਨੂੰ ਲੀਡ ਕਰਨ ਵਾਲੇ ਪਾਸੇ ਦਾ ਸੁਪਨਾ ਕਦੋਂ ਲਾਵਾਂਗੇ? ਕਈ ਵਾਰੀ ਨਾ ਉਹ ਕਹਿੰਦੇ ਹੁੰਦੇ ਸਾਡੀ ਵੀ ਬੱਸ ਚੱਲਦੀ ਆ, ਉਹ ਮਿੰਨੀ ਬੱਸ ਹੁੰਦੀ ਆ, ਉਹ ਕਦੇ ਚੱਲਦੀ ਹੁੰਦੀ ਆ ਤਾਂ ਅਗਲੇ ਗੇੜੇ ਉਹ ਫਿਰ ਪੈਂਚਰ ਹੋ ਜਾਂਦੀ ਆ, ਕਦੇ ਉਹਦਾ ਗੇਅਰ ਬਾਕਸ ਦੇ ਵਿੱਚ ਕੁਝ ਖਰਾਬ ਹੋ ਗਿਆ ਹੁੰਦਾ। ਕਾਂਗਰਸ ਦੀ ਬੱਸ ਦੇ ਹਾਲਾਤ ਉੱਦਾਂ ਦੇ ਹੋ ਗਏ ਆ, ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਰਹੇ, ਕਿਉਂਕਿ ਇੱਕ ਉਹ ਵੀ ਬੱਸਾਂ ਜਿਹੜੀਆਂ ਕਿ ਜਲੰਧਰੋਂ ਦਿੱਲੀ ਨੂੰ ਚੱਲਦੀਆਂ, ਚੰਗੇ ਨੋਟ ਸ਼ਾਮ ਤੱਕ ਕਮਾ ਕੇ ਵੀ ਲਿਆਉਂਦੀਆਂ, ਤੇ ਦੂਜੇ ਪਾਸੇ ਉਹ ਬੱਸਾਂ ਨੇ ਜਿਹੜੇ ਕਹਿੰਦੇ ਅੱਛਾ ਵੱਟੇ ਕਿੰਨੇ 500 ਲੱਗੇ ਕਿੰਨੇ 600। ਹੁਣ ਕਾਂਗਰਸ ਪਾਰਟੀ ਦੀ ਸਿਆਸੀ ਬੱਸ ਦੇ ਉੱਤੇ ਲੱਗਦੇ ਵੱਧ ਆ ਤੇ ਵੱਟ ਜਿਹੜੇ ਉਹ ਘੱਟ ਹੁੰਦੇ ਆ। ਵੈਸੇ ਮੈਨੂੰ ਰਾਹੁਲ ਗਾਂਧੀ ਦੀ ਸਕੀਮ ਚੰਗੀ ਲੱਗੀ ਹੁਣ ਤੱਕ ਦੀ, ਕਿਉਂਕਿ ਉਹ ਬੰਦਾ ਅਮੇਠੀ ਦੀ ਚੋਣ ਹਾਰ ਗਿਆ, ਵਾਇਨਾਡ ਤੋਂ ਭਾਵੇਂ ਜਿੱਤ ਗਿਆ, ਪਰ ਅਮੇਠੀ ਦੀ ਚੋਣ ਹਾਰਨ ਤੋਂ ਬਾਅਦ ਦੇਖੋ ਉਹਦੇ ਖਿਲਾਫ ਕੋਈ ਰੌਲਾ ਨਹੀਂ, ਕਿਉਂਕਿ ਉਹਨੇ ਅਸਤੀਫਾ ਦੇ ਦਿੱਤਾ। ਕਿੱਥੇ ਲੋਕਾਂ ਨੇ ਕਹਿਣਾ ਸੀ, ਕਾਂਗਰਸ ਪਾਰਟੀ ਦੇ ਵੀ 5-7 ਲੀਡਰ ਕਹਿ ਸਕਦੇ ਕਿ ਭਾਈ ਰਾਹੁਲ ਗਾਂਧੀ ਨੂੰ ਲਾਓ, ਕੋਈ ਹੋਰ ਬੰਦਾ ਬਣਾਓ। ਅੱਜ ਕੋਈ ਬੰਦਾ ਨਹੀਂ ਕਹਿ ਰਿਹਾ ਕਿ ਰਾਹੁਲ ਗਾਂਧੀ ਨੂੰ ਲਾਓ, ਕਹਿੰਦੇ ਰਾਹੁਲ ਗਾਂਧੀ ਨੂੰ ਬਚਾਓ, ਰਾਹੁਲ ਗਾਂਧੀ ਨੂੰ ਪ੍ਰਧਾਨ ਦੀ ਕੁਰਸੀ ਤੇ ਬਿਠਾਓ। ਤੇ ਰਾਹੁਲ ਗਾਂਧੀ ਨੇ ਪਰ ਉਹ ਤਾਂ ਕਹਿੰਦੇ ਤਾਂ ਜੇ ਉਹ ਜਿੱਤੇ ਹੁੰਦੇ,
ਹੁਣ ਐਡੇ ਵੱਡੇ ਇੰਡੀਆ 'ਚੋਂ 50 ਤਾਂ ਬੰਦੇ ਜਿੱਤੇ ਨੇ ਤੇ ਉਹ ਬਾਕੀ ਕਵੇ ਕਿਹੜਾ ਹੁਣ ਦੱਸੋ। ਤੇ 50 ਦੇ ਵਿੱਚੋਂ ਵੀ ਤਕਰੀਬਨ 35 ਉਹ ਆ ਜਿਹੜੇ ਪਹਿਲੀ ਵਾਰੀ ਜਿੱਤੇ ਆ। ਬਾਕੀ ਵੱਡੇ ਵੱਡੇ ਤਾਂ ਸਾਰੇ ਮੂਧੜੇ ਮੁੰਡੇ ਪੈ, ਕਿਸੇ ਦੇ ਨੱਕ ਤੇ ਸੱਟ ਲੱਗੀ, ਕਿਸੇ ਨੇ ਮੱਥਾ ਬਣਾਇਆ ਤੇ ਫਿਰ ਉਹ ਕਿਹੜੇ ਮੂੰਹ ਨਾਲ ਜਾ ਕੇ ਕਹਿ ਦੇਣ ਵੀ ਇਦਾਂ ਕਰ ਲਈਏ। ਅੱਛਾ, ਆਪਾਂ ਉਹ ਗੱਲ ਜ਼ਰੂਰ ਕਰਨੀ ਹੈ ਜੀ, ਉਹ ਇਹ ਆ ਕਿ ਵੀ ਕੱਲ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਗਿਆ, ਉਹਦੇ 'ਚ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕੀਤੀ ਤੇ ਨਾਲੇ ਉਹਨਾਂ ਨੇ ਨਿਯੋਤਾ ਦਿੱਤਾ ਕਿ 550 ਸਾਲਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਆ ਰਿਹਾ, ਉਹਨਾਂ ਸਮਾਗਮਾਂ 'ਚ ਤੁਸੀਂ ਸ਼ਿਰਕਤ ਕਰਨੀ ਹੈ। ਤੇ ਮੇਰਾ ਖਿਆਲ ਹੁਣ 12 ਨਵੰਬਰ ਨੂੰ ਆ ਰਹੇ ਆ ਜੀ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਸੁਲਤਾਨਪੁਰ ਲੋਧੀ ਦੇ ਵਿੱਚ, ਕਿਉਂਕਿ 550ਵਾਂ ਪ੍ਰਕਾਸ਼ ਪੁਰਬ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਸੱਦਾ ਪੱਤਰ ਕੱਲ੍ਹ ਦਿੱਤਾ, ਬੀਬੀ ਬਾਦਲ ਵੀ ਗਏ, ਸੁਖਬੀਰ ਸਿੰਘ ਬਾਦਲ ਹੋਰੀ ਵੀ ਗਏ, ਸਿਰਸਾ ਸਾਹਿਬ ਵੀ ਬੈਠੇ ਸੀ ਨਾਲ ਦੀ ਕੁਰਸੀ ਤੇ ਲੌਂਗੋਵਾਲ ਸਾਹਿਬ ਵੀ। ਚਲੋ ਹਿੱਤ ਸਾਹਿਬ ਦਾ ਨਾਮ ਹੀ ਲੈ ਲਓ, ਇਦਾਂ ਨਾ ਕਰੋ। ਨਹੀਂ, ਉਹਨਾਂ ਦੇ ਹਿੱਤਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਪੁਰਾਣੇ ਬੰਦੇ ਨੇ, ਭੁੰਦਰ ਸਾਹਿਬ ਦਾ ਨਾਮ ਲਿਆ ਕਿ ਨਹੀਂ ਲਿਆ? ਭੁੰਦਰ ਸਾਹਿਬ, ਰਾਜ ਸਾਹਿਬ, ਉਹ ਤਾਂ ਦਿੱਲੀ ਆਪਾਂ ਰੱਖੇ ਨਾ ਪੱਕੇ। ਨਹੀਂ, ਹਰਿਆਣੇ ਦੇ ਇੰਚਾਰਜ ਨੇ, ਉਹ ਕੀ ਕਰਦੇ ਆ ਹਰਿਆਣਾ ਨਾਲ ਹੀ ਸ਼ੰਭੂ ਪਾਰ ਕਰਕੇ। ਬਿਲਕੁਲ, ਤੁਹਾਨੂੰ ਯਾਦ ਕਰਾਉਣਾ ਪੈਂਦਾ ਬਾਰ ਸਾਹਿਬ। ਨਹੀਂ ਜ਼ਰੂਰ, ਕਿਉਂਕਿ ਮੇਰੀ ਕਨੌਲੇਜ ਘੱਟ ਹੈ ਨਾ। ਅੱਛਾ, ਚਲੋ ਅੱਗੇ ਚਲੋ। ਹੁਣ ਮੈਂ ਗੱਲ ਕਨੌਲੇਜ ਨੂੰ ਕਨਾਈਫ ਨਾਲ ਤਿੱਖਾ ਕਰਕੇ ਰੱਖਣਾ ਜ਼ਰੂਰੀ ਹੋ ਜਾਂਦਾ। ਉਹ ਹੁਣ ਦੇਖੋ, ਇਹ ਜਿਹੜਾ ਆਪਾਂ ਸ਼ਡਿਊਲ ਬਣਾਉਨੇ ਆ ਤਾਂ ਫਿਰ ਕੈਨੇਡਾ ਡੇ ਵਾਲੇ ਸਕੈਜੂਅਲ ਬਣਾ ਲੈਂਦੇ ਆ। ਅਕਾਲੀ ਦਲ ਨੇ ਕੈਨੇਡਾ ਡੇ ਵੀ ਹੈਗਾ ਅੱਜ ਮੇਰੇ ਖਿਆਲ। ਹਾਂਜੀ, ਕੈਨੇਡਾ ਦੇ ਵਿੱਚ ਤਰੀਕ ਦੇ ਹਿਸਾਬ ਨਾਲ। ਮੈਂ ਤਾਂ ਹੀ ਗੱਲ ਕਰਤੀ ਨਾ ਕਿ ਆਪਾਂ ਮੁਬਾਰਕਬਾਦ ਵੀ ਦੇਣੀ ਹੈ। ਆਪਾਂ ਕਿਉਂ ਦੇਣੀ? ਕੈਨੇਡਾ 'ਚ ਜਿਹੜਾ ਰਹਿੰਦਾ ਬੰਦਾ ਉਹ ਕਹਿੰਦਾ ਮੇਰਾ ਕੈਨੇਡਾ, ਆਪਣਾ ਕਿਹੜਾ ਕੈਨੇਡਾ, ਆਪਣਾ ਤਾਂ ਭਾਰਤ ਮਹਾਨ। ਨਹੀਂ ਭਾਈ, ਉਹ ਜਿਹੜੇ ਆਪਾਂ ਨੂੰ ਕੈਨੇਡਾ ਦੇ ਵਿੱਚ ਬੈਠੇ ਸੁਣਦੇ ਆ ਉਹ ਆਪਣੇ ਆ। ਨਹੀਂ, ਉਹ ਆਪਣੇ ਆ, ਪਰ ਉਹ ਆਪਾਂ ਨੂੰ ਵਧਾਈ ਦੇਣਾ ਵੀ ਸਾਡੇ ਕੈਨੇਡਾ ਡੇ ਦੀ ਤੁਹਾਨੂੰ ਵਧਾਈ ਬਈ। ਪਰ ਅਸੀਂ ਇੱਕ ਗੱਲ ਚਾਹੁੰਦੇ ਆ, ਜਿਵੇਂ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੇ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਕੈਨੇਡਾ ਨੇ ਆਪਣੀ ਬੁੱਕਲ ਦੇ ਵਿੱਚ ਲਿਆ, ਭਾਈ ਭਵਿੱਖ ਦੇ ਵਿੱਚ ਇਸ ਤਰ੍ਹਾਂ ਹੀ ਮਾੜੇ ਮੋਟੇ ਰਾਹ ਰਸਤੇ ਜਿਹੜੇ ਖੁੱਲ੍ਹਦੇ ਰੱਖਿਓ, ਕਿਉਂਕਿ ਤੁਹਾਡੇ ਸਾਹਾਂ ਦੇ ਨਾਲ ਇੱਥੇ ਬਹੁਤ ਸਾਰਿਆਂ ਦੇ ਸਾਹ ਚੱਲਦੇ ਨੇ। ਹੁਣ ਗੱਲ ਕਰ ਲਈਏ ਦੂਸਰੀ ਜੀ। ਪਿਛਲੇ ਦਿਨੀ 3 ਮੰਤਰੀ ਗਏ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕੋਲ, ਤੇ ਉੱਥੇ ਫੈਸਲਾ ਹੋਇਆ ਸੀ ਕਿ ਆਪਾਂ ਸਾਂਝਾ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਹੈ। SGPC ਕੰਮ ਕਰੂਗੀ, ਪੰਜਾਬ ਸਰਕਾਰ ਉਹਨੂੰ ਮਦਦ ਕਰੂਗੀ। ਪਰ ਜਦੋਂ ਹੁਣ ਅਕਾਲੀ ਦਲ ਦਾ ਵਫਦ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਸੱਦਾ ਦੇ ਆਇਆ ਕਿ ਸੁਲਤਾਨਪੁਰ ਲੋਧੀ ਆਇਆ, ਤਾਂ ਉਹਨਾਂ ਨੇ ਪ੍ਰਵਾਨ ਕਰ ਲਿਆ। ਬੜੀ ਵਧੀਆ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਆਉਣ। ਇਹ ਵੀ ਫੈਸਲਾ ਹੋ ਗਿਆ ਕਿ ਵੱਖ-ਵੱਖ ਮੁਲਕਾਂ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਅੰਬੈਸੀਜ਼ ਨੇ, ਦੂਤਾਵਾਸ ਨੇ, ਉਹਨਾਂ ਮੁਲਕਾਂ ਦੇ ਵਿੱਚ ਵੀ ਸਮਾਗਮ ਕਰਾਉਣਗੇ। ਥਾਂ ਦੀ ਪਹਿਚਾਣ ਬੜੀ ਛੇਤੀ ਕਰ ਲਈ ਜਾਊ। ਪਰ ਇੱਥੇ ਕਰੌਲਾ ਪੈ ਗਿਆ। ਚਰਨਜੀਤ ਸਿੰਘ ਚੰਨੀ ਸਾਹਿਬ ਨੇ ਬਿਆਨ ਦਿੱਤਾ, ਉਹ ਕਹਿੰਦੇ ਜੇ ਆਪਾਂ ਪ੍ਰੋਗਰਾਮ ਸਾਂਝੇ ਤੌਰ ਤੇ ਕਰਾਉਣੇ ਆ, ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਕਰਾਉਣੇ ਆ, ਜਦ ਫੈਸਲਾ ਹੋ ਚੁੱਕਿਆ ਤੇ ਅਕਾਲੀ ਦਲ ਆਪਣੇ ਤੌਰ ਦੇ ਉੱਤੇ ਜਾ ਕੇ ਸਮਾਗਮਾਂ ਦਾ ਸੱਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਵੇਂ ਦੇ ਕੇ ਆ ਸਕਦਾ, ਜਦ ਕਿ ਕਪਤਾਨ ਸਾਹਿਬ ਸੱਦਾ ਦੇ ਚੁੱਕੇ ਆ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ, ਤੁਸੀਂ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਸਿਆਸੀਕਰਨ ਕਰਨਾ ਛੱਡ ਦਿਓ। ਜੇ ਤੁਸੀਂ ਸਿਆਸੀਕਰਨ ਕਰਨਾ ਨਹੀਂ ਛੱਡੋਗੇ ਤਾਂ ਭਾਈ ਅਸਰ ਪੈ ਜੂ। ਆਪਾਂ ਇੱਕ ਮਿੰਟ ਦੇਖੋ, ਮੰਨ ਲਓ ਜੇ ਮੈਂ ਵੀ ਰਾਜਨੀਤੀ 'ਚ ਹੁੰਦਾ ਜੀ, ਚੰਨੀ ਸਾਹਿਬ ਨੇ ਬਿਆਨ ਦਿੱਤਾ ਵੀ ਕੈਪਟਨ ਸਾਹਿਬ ਸੱਦਾ ਦੇ ਆਏ, ਉਹ ਕਹਿੰਦੇ ਕੈਪਟਨ ਸਾਹਿਬ ਆਪਣਾ ਸੱਦਾ ਦੇ ਗਏ, ਅਸੀਂ ਆਪਣਾ ਦੇ ਕੇ ਆਵਾਂਗੇ। ਸਮਾਗਮ ਸਾਂਝਾ ਨਹੀਂ, ਇਹ ਤੁਹਾਡੇ ਹਿਸਾਬ ਨਾਲ ਵਿਆਹ ਰੱਖਿਆ ਹੋਇਆ ਹੈ ਤੇ ਕਾਰਡ ਘਰ ਦੇ ਵਿੱਚੋਂ 2 ਜਣੇ ਦੇ ਕੇ ਆਉਣਗੇ। ਕਾਰਡ ਨਹੀਂ, ਫਿਰ ਮੁੜ ਕੇ ਭਾਜੀ ਵੀ 2 ਜਗ੍ਹਾ ਦੇਣਗੇ। ਕਾਰਡ 2 ਹੁੰਦੇ ਆ, ਇੱਕ ਮੁੰਡੇ ਵਾਲਿਆਂ ਨਾਲ ਹੁੰਦਾ, ਕੁੜੀ ਵਾਲਿਆਂ ਨਾਲ ਹੁੰਦਾ। ਗੱਲ ਨਹੀਂ ਸਮਝੇ? ਕਾਰਡ ਗਾਂ ਉਹਦੇ ਤੇ ਵੀ ਅੱਜ ਕੱਲ੍ਹ ਕਈ ਕੁਛ ਹੋ ਗਿਆ। ਇੱਕ ਹੁੰਦਾ ਤੁਸੀਂ ਗਾਉਣ ਤੇ ਆਉਣਾ ਹੈ ਨਾ ਜੀ, ਇੱਕ ਹੁੰਦਾ ਤੁਸੀਂ ਵਿਆਹ ਵਾਲੇ ਦਿਨ ਆਉਣਾ, ਇੱਕ ਹੁੰਦਾ ਬਰਾਤ ਵਾਲੀ ਚਿੱਠ ਲੱਗੀ, ਇੱਕ ਹੁੰਦਾ ਬਾਅਦ ਚ ਰਿਸੈਪਸ਼ਨ ਵਾਲਾ ਕਾਰਡ। ਕਈ ਹੁੰਦੇ ਆ, ਐਡੀ ਥੋੜਾ ਗੱਲ ਹੈ, ਥੋੜੀ ਜਿਹੀ ਯਾਰ ਮਤਲਬ। ਨਹੀਂ, ਆ ਜਿਹੜੇ ਚੇਟ ਵਾਲੇ ਕਾਰਡ ਰਿਸੈਪਸ਼ਨ ਇਹ ਤੁਹਾਡੇ ਹੋਣੇ, ਅਸੀਂ ਤਾਂ ਨਹੀਂ, ਮੈਂ ਤਾਂ ਦੇਖਦਾ ਹੁੰਦਾ ਵੀ ਕੋਈ ਆਵੇ ਜਾ ਕੇ ਫਰੂਟ ਚਾਟ ਨੂੰ ਗੇੜਾ ਦਈਏ ਮਾੜਾ ਜਿਹਾ। ਆਪਾਂ ਹੁਣ ਚਲੀਏ, ਆਪਾਂ ਨੂੰ ਇਸ਼ਾਰਾ ਹੋ ਗਿਆ ਜਾਣ ਦਾ, ਆਪਾਂ ਕਿਹੜੇ ਚੱਕਰ 'ਚ ਪੈ ਗਏ। ਆਪਾਂ ਨੂੰ ਨਿਯੋਤਾ ਇਹੋ ਆਇਆ ਵੀ ਤੁਸੀਂ ਹੁਣ ਕੁਰਸੀ ਖਾਲੀ ਕਰੋ, ਅਗਲਿਆਂ ਦਾ ਟਾਈਮ ਹੋ ਗਿਆ। ਚਲੋ ਬਹੁਤ ਧੰਨਵਾਦ ਜੀ, ਸ਼ੁਕਰੀਆ। ਤੇ ਉਮੀਦ ਕਰਦੇ ਹਾਂ ਕਿ ਕੈਨੇਡਾ ਦੇ ਦਿਨ, ਕੈਨੇਡਾ ਡੇ ਹੈ, ਸਾਰੇ ਕੈਨੇਡਾ ਵਾਲੇ ਮੌਜਾਂ ਕਰਨਗੇ ਤੇ ਬਾਕੀ ਮੁਲਕ ਉਸ ਮੁਲਕ ਦੀ ਖੁਸ਼ਹਾਲੀ ਤੋਂ ਸਿੱਖ ਕੇ ਚੰਗਾ ਕੰਮ ਕਰਨਗੇ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸੋ ਕੈਨੇਡਾ ਡੇ ਦੀਆਂ ਵਧਾਈਆਂ ਜੀ ਪੰਜਾਬੀਆਂ ਨੂੰ ਵੀ, ਤੇ ਜਿਹੜੇ ਨਵੇਂ ਗਾਂਹ ਹੁਣ ਆਉਣ ਵਾਲੇ 2-4 ਸਾਲਾਂ ਦੇ ਵਿੱਚ ਕੈਨੇਡਾ ਉਡਾਰੀ ਮਾਰ ਰਹੇ, ਉਹਨਾਂ ਦੇ ਲਈ ਵੀ ਕੈਨੇਡਾ ਦਰਵਾਜ਼ੇ ਖੁੱਲ੍ਹੇ ਰੱਖੇ ਕਿ 5-7 ਸਾਲ ਬਾਅਦ ਉਹ ਵੀ ਕਹਿਣ ਕੈਨੇਡਾ ਡੇ ਦੀਆਂ ਮੁਬਾਰਕਾਂ। ਆਪ ਸਭ ਨੂੰ ਮੁਬਾਰਕਾਂ ਜੀ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।